हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਦੀ ਕਲਾਸ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ। ਅੱਜ ਅਸੀਂ ਫਾਈਨਲ ਰਿਵੀਜ਼ਨ ਕਰਾਂਗੇ 100 ਪਲੱਸ ਕੁਐਸਚਨ ਇਸ ਕਲਾਸ ਦੇ ਵਿੱਚ ਅੱਜ ਅਸੀਂ ਨੇ ਕਰਨੇ ਨੇ। ਤਾਂ ਸਟਾਰਟ ਕਰਨ ਜਾ ਰਹੇ ਹਾਂ ਜੀ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਇੰਗਲਿਸ਼, ਪੰਜਾਬੀ ਸਾਰੇ ਤਰ੍ਹਾਂ ਦੇ ਰੰਗ ਤੁਹਾਨੂੰ ਅੱਜ ਦੀ ਕਲਾਸ ਵਿੱਚ ਮਿਲਣਗੇ। ਤਾਂ ਸਟਾਰਟ ਕਰਨ ਜਾ ਰਹੇ ਹਾਂ ਅਤੇ ਆਪਣਾ ਸਮਾਂ ਕੱਢ ਕੇ ਇੱਕ ਵਾਰ ਬਹਿ ਜਾਓ ਕਲਾਸ ਨੂੰ, ਠੀਕ ਹੈ। ਛੱਡ ਕੇ ਨਹੀਂ ਵਿਚਾਲ ਜਾਣੀ ਕਲਾਸ, ਠੀਕ ਹੈ। ਤਾਂ ਲਗਾਤਾਰ ਦੇਖਦੇ ਰਹਿਓ ਅਤੇ ਨਾਲ ਉਹੀ ਪ੍ਰੋਸੈਸ ਜੋ ਆਪਾਂ ਰੋਜ਼ ਕਰਦੇ ਹੁੰਦੇ ਹਾਂ। ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣ ਦੀ ਕੋਸ਼ਿਸ਼ ਕਰਿਓ ਅਤੇ ਲਾਸਟ ਵਿੱਚ ਦੇਖਿਓ ਕਿ ਕਿੰਨੇ ਕੁਐਸਚਨ ਤੁਹਾਨੂੰ ਆਉਂਦੇ ਨੇ, ਠੀਕ ਹੈ ਜੀ। ਤਾਂ ਦੇਖਦੇ ਹਾਂ ਕਿ ਕਿਸ ਦੇ ਕੰਪਲੀਟ ਚੋਂ ਕੰਪਲੀਟ ਕੁਐਸਚਨ, ਯਾਨੀ ਕਿ ਜਿੰਨੇ ਕੁਐਸਚਨ ਆਪਾਂ ਕਰਾਂਗੇ ਸਾਰੇ ਦੇ ਸਾਰੇ ਸਹੀ ਹੋਣਗੇ। ਤਾਂ ਉਹ ਲਾਸਟ ਵਿੱਚ ਕਮੈਂਟ ਵੀ ਜ਼ਰੂਰ ਕਰਿਓ। ਹਾਂਜੀ, ਸਟਾਰਟ ਕਰਨ ਜਾ ਰਹੇ ਹਾਂ ਆਪਾਂ। ਫਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ। ਹਿਊਰਿਸਟਿਕ ਵਿਧੀ ਕਿਸ ਦੁਆਰਾ ਸ਼ੁਰੂ ਕੀਤੀ ਗਈ? ਤਾਂ ਬੜੇ ਈਜ਼ੀ ਕੁਐਸਚਨ ਨੇ, ਠੀਕ ਹੈ, ਜਿਨ੍ਹਾਂ ਨੂੰ ਤੁਸੀਂ ਫਟਾਫਟ ਕਰਦੇ ਚਲੇ ਜਾਣੇਗਾ ਅਤੇ ਇੰਨੇ ਹੀ ਈਜ਼ੀ ਤੁਹਾਨੂੰ ਪੇਪਰ 'ਚ ਆਉਣਗੇ, ਆਪਾਂ ਇਹ ਉਮੀਦ ਕਰਕੇ ਚੱਲ ਰਹੇ ਹਾਂ। ਤਾਂ ਦੇਖੋ ਜੀ, ਹਿਊਰਿਸਟਿਕ ਵਿਧੀ ਦੀ ਗੱਲ ਕੀਤੀ ਹੈ। 4 ਆਪਸ਼ਨ ਦਿੱਤੀਆਂ ਗਈਆਂ ਨੇ, ਇਹਨਾਂ 'ਚ ਜੋ ਰਾਈਟ ਆਨਸਰ ਹੈ ਆਪਣੇ ਕੋਲ ਇਹ ਹੋਏਗਾ ਆਪਸ਼ਨ ਬੀ। ਤਾਂ ਸੈਕਿੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ ਜੀ। ਆਰਮਸਟਰੋਂਗ ਦੁਆਰਾ ਇਹ ਮੈਥਡ ਦਿੱਤਾ ਗਿਆ ਸੀ। ਇਸ ਦੇ ਅਰਥ ਹੈ ਖੋਜਣਾ, ਠੀਕ ਹੈ। ਤਾਂ ਇਸ ਨੂੰ ਖੋਜਣ ਦੇ ਨਾਲ ਸੰਬੰਧਿਤ, ਮਤਲਬ ਇਹ ਇੱਕ ਕਹਿ ਸਕਦੇ ਬੱਚੇ ਇਸ ਦੇ ਵਿੱਚ ਐਕਟਿਵ ਹੁੰਦੇ ਨੇ, ਇੱਕ ਅਜਿਹੀ ਵਿਧੀ ਹੈ, ਠੀਕ ਹੈ। ਖੋਜਣ ਨਾਲ ਸੰਬੰਧਿਤ ਇਹ ਵਿਧੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕੁਐਸਚਨ ਨੰਬਰ ਸੈਕਿੰਡ। ਸਕੈਫੋਲਡਿੰਗ ਬਾਰੇ ਕਿਹੜਾ ਕਥਨ ਸਹੀ ਹੈ? ਅਜਿਹੀ ਮਦਦ ਜੋ ਬੱਚੇ ਮਾਪਿਆਂ ਨੂੰ ਦਿੰਦੇ ਨੇ, ਸਿਰ ਤੋਂ ਪੈਰ ਤੱਕ ਵਿਕਾਸ ਦੀ ਦਿਸ਼ਾ ਇਹ, ਜਾਂ ਫਿਰ ਅਜਿਹੀ ਮਦਦ ਜੋ ਜ਼ਿਆਦਾ ਅਨੁਭਵ ਵਾਲਾ ਵਿਅਕਤੀ ਘੱਟ ਅਨੁਭਵ ਵਾਲੇ ਨੂੰ ਉਦੋਂ ਤੱਕ ਦਿੰਦਾ ਹੈ ਜਦ ਤੱਕ ਉਹ ਸਿੱਖ ਨਾ ਜਾਵੇ, ਜਾਂ ਫਿਰ ਉਪਰੋਕਤ ਸਾਰੇ। ਤਾਂ ਦੇਖੋ ਜੀ, ਇਹਦੇ ਵਿੱਚ ਗੱਲ ਆ ਗਈ ਸਕੈਫੋਲਡਿੰਗ ਦੀ। ਤਾਂ ਸਕੈਫੋਲਡਿੰਗ ਮਤਲਬ ਕਿ ਇਹ ਜਿਹੜੀ ਟਰਮ ਵਾਈਗੋਟਸਕੀ ਨੇ ਦਿੱਤੀ ਹੈ ਉਹ ਹੈ ਇਹ, ਠੀਕ ਹੈ। ਤਾਂ ਉਹ ਕੀ ਗੱਲ ਕਰਦਾ, ਕਹਿੰਦਾ ਇਹ ਇੱਕ ਅਜਿਹੀ ਮਦਦ ਹੈ, ਇੱਕ ਟੈਂਪਰੇਰੀ ਮਦਦ ਹੈ ਜੋ ਜ਼ਿਆਦਾ ਅਨੁਭਵ ਵਾਲਾ ਵਿਅਕਤੀ ਘੱਟ ਅਨੁਭਵ ਵਾਲੇ ਨੂੰ ਦਿੰਦਾ ਹੈ। ਕਦੋਂ ਤੱਕ? ਜਦੋਂ ਤੱਕ ਉਹ ਸਿੱਖ ਨਹੀਂ ਜਾਂਦਾ। ਮਤਲਬ ਕਿ ਸਿਰਫ ਹਿੰਟ ਦਿੱਤਾ ਜਾ ਰਿਹਾ ਹੈ, ਸਿਰਫ ਕੁਝ ਸਮੇਂ ਲਈ ਦਿੱਤੀ ਜਾ ਰਹੀ ਇਹ ਮਦਦ ਹੈ। ਅਤੇ ਮਦਦ ਦੇਣ ਵਾਲੇ ਨੂੰ ਕੀ ਕਿਹਾ ਨੇ? MKO, ਯਾਨੀ ਕਿ ਮੋਰ ਨੌਲੇਜੇਬਲ ਅਦਰ। ਅਤੇ ਸਾਰੇ ਜ਼ੋਨ ਨੂੰ ਕੀ ਕਿਹਾ ਹੈਗਾ? ZPD, ਯਾਨੀ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਤਾਂ ਇਹ ਕੁਝ ਟਰਮ ਆਪਾਂ ਨਾਲ ਦੀ ਨਾਲ ਡਿਸਕਸ ਕਰਦੇ ਚੱਲਾਂਗੇ, ਜੋ ਮਤਲਬ ਇੰਪੋਰਟੈਂਟ ਚੀਜ਼ਾਂ ਹੋਣਗੀਆਂ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਦੋਸਤੋ, ਕੁਐਸਚਨ ਨੰਬਰ 3। ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਪੜਾਅ ਵਿੱਚ ਨਿਗਮਨ ਤਰਕ, ਯਾਨੀ ਕਿ ਡਿਡਕਟਿਵ ਰੀਜ਼ਨਿੰਗ ਕਿਸ ਪੜਾਅ ਦੇ ਵਿੱਚ ਆ ਜਾਂਦੀ ਹੈ? ਤਾਂ ਦੇਖੋ 4 ਸਟੇਜਾਂ ਦੇ ਨਾਲ ਲਿਖੇ ਹੋਏ ਨੇ, ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੋ ਜਾਵੇਗਾ ਆਪਸ਼ਨ ਬੀ। ਤਾਂ 4th ਸਟੇਜ ਹੈ ਜਿਹੜੀ ਫਾਰਮਲ ਆਪਰੇਸ਼ਨਲ ਸਟੇਜ, ਇਹਦੇ ਵਿੱਚ ਡਿਡਕਟਿਵ ਰੀਜ਼ਨਿੰਗ ਆ ਜਾਂਦੀ ਹੈ। ਮਤਲਬ ਕਿ ਉਹ ਤਰਕ ਕਰਨੇ ਸ਼ੁਰੂ ਕਰ ਦਿੰਦਾ, ਲੌਜੀਕਲ ਥਿੰਕਿੰਗ ਆ ਜਾਂਦੀ ਹੈ, ਠੀਕ ਹੈ। ਇਹ ਆਪਾਂ ਕਹਿ ਸਕਦੇ ਹਾਂ। ਤਾਂ ਪਿਆਜੇ ਨੇ 4 ਸਟੇਜਾਂ ਦਿੱਤੀਆਂ ਨੇ ਅਤੇ ਇਸ 'ਤੇ ਜਿਹੜਾ ਸਿਧਾਂਤ ਹੈ ਉਸ ਦਾ ਨਾਂ ਹੈਗਾ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਕਹਿ ਸਕਦੇ ਹਾਂ। ਇੰਟਲੈਕਚੁਅਲ ਡਿਵੈਲਪਮੈਂਟ ਥਿਊਰੀ ਵੀ ਇਸ ਨੂੰ ਕਹਿ ਦਿੱਤਾ ਜਾਂਦਾ ਹੈ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਅਤੇ ਇਹ ਕੰਸਟਰਕਟਿਵਿਜ਼ਮ ਹੈ, ਇਹ ਗੱਲ ਕਰਦਾ ਵੀ ਬੱਚੇ ਆਪਣੀ ਨੌਲੇਜ ਨੂੰ ਕੰਸਟਰਕਟ ਕਰਦੇ ਨੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ। ਦੇਖੋ ਜੀ, ਇਹ ਇੱਕ ਅਸੀਂ ਨੇ ਵਧੀਆ ਘੈਂਟ ਕੁਐਸਚਨ ਐਡ ਕੀਤਾ ਹੈ ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜ੍ਹਾ ਜਿਹਾ ਡਿਸਕਸ ਵੀ ਕਰ ਲਾਂਗੇ। NEP 2020, ਯਾਨੀ ਕਿ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਹੈ ਜੋ, ਇਸ ਦੇ ਅਨੁਸਾਰ ਜਮਾਤਾਂ ਦਾ ਨਵਾਂ ਪੈਟਰਨ ਕੀ ਹੋਏਗਾ? ਮਤਲਬ ਕਿ ਕੀ ਰੂਲ ਫੋਲੋ ਕੀਤਾ ਜਾਵੇਗਾ ਇਸ ਦੇ ਵਿੱਚ? ਤਾਂ ਇਸ ਦੇ ਵਿੱਚ 5-3-2-2 ਜਾਂ ਫਿਰ 5-3-2-2, 5-3-3-2 ਜਾਂ ਫਿਰ 3-2-6-4 ਜਾਂ ਫਿਰ 5-3-3-4। ਤਾਂ ਇਹਦੇ ਵਿੱਚੋਂ ਆਪਣੇ ਕੋਲ ਡੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ। ਤਾਂ ਇਹਦਾ ਜਿਹੜਾ ਰੂਲ ਹੈ ਨਾ 5, ਮਤਲਬ ਕਿ ਪਹਿਲਾਂ 5 ਕਲਾਸਾਂ ਦਾ ਇੱਕ ਗਰੁੱਪ ਹੈ। ਫੋਰ ਐਗਜ਼ਾਮਪਲ ਵੀ 3 ਤਾਂ ਮਤਲਬ ਫਸਟ ਤੋਂ ਪਹਿਲਾਂ, ਜੇ ਆਪਾਂ ਹੁਣ ਪ੍ਰਾਈਵੇਟ ਸਕੂਲਾਂ 'ਚ ਕੀ ਸਿਸਟਮ ਚੱਲਦਾ ਹੁੰਦਾ ਸੀ ਵੀ ਨਰਸਰੀ, ਫਿਰ UKG, ਹੈ ਨਾ, LKG, ਫਿਰ UKG। 3 ਕਲਾਸਾਂ ਫਸਟ ਤੋਂ ਪਹਿਲਾਂ ਹੀ ਕਰਾ ਦਿੱਤੀਆਂ ਜਾਂਦੀਆਂ ਸੀ, ਨਰਸਰੀ ਅਤੇ LKG, UKG। 3 ਸਾਲ ਇਹ ਹੋ ਗਏ, ਫਿਰ ਫਸਟ ਸੈਕਿੰਡ ਦਾ 5 ਸਾਲ ਬਣ ਗਏ। ਤਾਂ ਇਸ ਤਰੀਕੇ ਨਾਲ ਇਹਦੇ 'ਚ ਵੀ 5 ਸਾਲ ਨੇ। ਫਿਰ ਉਸ ਤੋਂ ਬਾਅਦ ਕਹਿ ਸਕਦੇ ਆਪਾਂ ਕਿ 3rd 4th ਅਤੇ 5th 3 ਸਾਲ ਇਹਦੇ ਬਣ ਗਏ। ਇਸ ਤੋਂ ਬਾਅਦ 6th 7th ਅਤੇ 8th ਕਲਾਸ ਦੇ 3 ਇਹਦੇ ਬਣ ਗਏ। ਅਤੇ ਫਿਰ ਉਸ ਤੋਂ ਬਾਅਦ 9th 10th +1 +2 4 ਸਾਲ ਇਹਦੇ ਬਣ ਗਏ। ਤਾਂ ਇਹ ਸਿਸਟਮ ਫੋਲੋ ਕੀਤਾ ਜਾਵੇਗਾ +2 ਤੱਕ ਦੀ ਜਿਹੜੀ ਐਜੂਕੇਸ਼ਨ ਹੈ ਉਸ ਦੇ ਲਈ, ਠੀਕ ਹੈ। ਤਾਂ ਇਹ ਇੱਕ ਪੈਟਰਨ ਹੈ ਜਿਹੜਾ ਇਹ ਕਹਿ ਸਕਦੇ ਹਾਂ ਨਵੀਂ ਨੀਤੀ ਦੇ ਅਨੁਸਾਰ ਲਾਗੂ ਹੋਏਗਾ। ਤਾਂ ਇਸ ਨੂੰ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਹੁਣ ਸਮਝ ਲੈਂਦੇ ਹਾਂ, ਕਿਉਂਕਿ ਪਹਿਲਾਂ ਆਪਾਂ ਇਹ ਟੋਪਿਕ ਨਹੀਂ ਕਰਵਾ ਪਾਏ ਸਮੇਂ ਦੀ
ਕੁਝ ਘਾਟ ਸੀ, ਠੀਕ ਹੈ। ਤਾਂ ਆਪਾਂ ਇਹਨੂੰ ਥੋੜ੍ਹਾ ਜਿਹਾ ਅੱਜ ਸ਼ਾਰਟ ਦੇ ਵਿੱਚ ਹੀ ਸਮਝ ਲਾਂਗੇ, ਠੀਕ ਹੈ। ਅੱਗੇ ਕੁਐਸਚਨ ਉਸੇ ਤਰ੍ਹਾਂ ਢੇਰਾਂ ਦੇ ਢੇਰ ਕੁਐਸਚਨਾਂ ਦੇ ਆਉਣਗੇ, ਠੀਕ ਹੈ। ਤਾਂ NEP 2020 ਬਾਰੇ ਕੁਝ ਇੰਪੋਰਟੈਂਟ ਪੁਆਇੰਟ ਨੇ। ਇੱਕ ਤਾਂ ਇਹਨੂੰ ਇਹ ਯਾਦ ਰੱਖੋ, ਜਿਹੜੀ ਇਹ ਨੈਸ਼ਨਲ ਐਜੂਕੇਸ਼ਨ ਪੋਲਿਸੀ ਹੈ 21ਵੀਂ ਸਦੀ ਦੀ, ਯਾਨੀ ਕਿ ਜਿਹੜੀ ਹੁਣ ਸਦੀ ਚੱਲ ਰਹੀ ਹੈ, ਇਸ ਸੈਂਚੁਰੀ ਦੀ ਫਸਟ ਪੋਲਿਸੀ ਹੈ, ਠੀਕ ਹੈ। ਹੋ ਸਕਦਾ ਵੀ ਇਸੇ ਸਦੀ ਦੇ 'ਚ ਇੱਕ ਅੱਧੀ ਪੋਲਿਸੀ ਹੋਰ ਆ ਜੇ ਜੇ ਐਕਟਿਵ ਰਹੇ ਆਪਣੇ ਵਾਲੇ, ਠੀਕ ਹੈ। ਨਹੀਂ, ਇਸ ਤੋਂ ਪਹਿਲਾਂ 1986 ਦੇ ਵਿੱਚ ਆਈ ਸੀ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ, ਫਸਟ ਨੈਸ਼ਨਲ ਐਜੂਕੇਸ਼ਨ ਪੋਲਿਸੀ ਹੈ ਇਸ ਸੈਂਚੁਰੀ ਦੀ। ਅਤੇ ਇਸ ਦੇ ਵਿੱਚ ਸਪੈਸ਼ਲੀ ਫੋਕਸ ਕੀਤਾ ਗਿਆ, ਉਹ ਕੀਤਾ ਗਿਆ 21st ਸੈਂਚੁਰੀ ਦੀਆਂ ਸਕਿੱਲਸ ਦੇ ਉੱਤੇ, ਠੀਕ ਹੈ। ਉਹ ਸਕਿੱਲਸ ਬਾਰੇ ਆਪਾਂ ਡਿਟੇਲ 'ਚ ਇੰਨਾ ਨਹੀਂ ਜਾਣਾ, ਠੀਕ ਹੈ। ਤਾਂ ਆਪਾਂ ਬਸ ਸਿੰਪਲੀ ਇੱਕ ਗੱਲ ਕਰ ਰਹੇ ਹਾਂ ਇਸ ਦੇ ਬਾਰੇ। ਜੇਕਰ ਆਪਾਂ ਗੱਲ ਕਰੀਏ, ਡਾਕਟਰ ਕੇ ਕਸਤੂਰੀ ਰੰਗਨ ਕਮੇਟੀ ਦੀ ਇੱਕ ਰਿਪੋਰਟ ਸੀ, ਕਹਿ ਸਕਦੇ ਹਾਂ ਕਿ 31 ਮਈ, ਠੀਕ ਹੈ, 2019 ਦੇ ਵਿੱਚ। ਉਸ ਤੋਂ ਜਾ ਕੇ ਬਾਅਦ ਇਹ ਮਤਲਬ ਬਿੱਲ ਵਗੈਰਾ ਬਣਿਆ, ਫਿਰ ਅੱਗੇ ਪਾਸ ਵਗੈਰਾ ਹੋਈ, ਅਤੇ ਇਸ ਨੂੰ ਮਤਲਬ ਠੱਪਾ ਲੱਗ ਗਿਆ ਸੀ ਵਿੱਚ, ਠੀਕ ਹੈ। ਇੱਦਾਂ ਇਹਨੂੰ ਕਹਿ ਸਕਦੇ ਹਾਂ। ਇਹ ਕਮੇਟੀ ਦਾ ਨਾਂ ਯਾਦ ਰੱਖਿਓ, ਠੀਕ ਹੈ, ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। MHRD ਸੀ ਜਿਹੜਾ, ਇਸ ਨੂੰ ਰੀਨੇਮ ਕੀਤਾ ਗਿਆ ਐਜੂਕੇਸ਼ਨ ਮਿਨਿਸਟਰੀ ਦੇ ਨਾਲ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਯਾਦ ਰੱਖੋਗੇ, ਐਜੂਕੇਸ਼ਨ ਮਿਨਿਸਟਰੀ ਇਸ ਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ, ਠੀਕ ਹੈ। ਅਤੇ ਇੱਕ ਜਿਹੜਾ ਆਪਾਂ ਨਵਾਂ ਪੈਟਰਨ ਡਿਸਕਸ ਕੀਤਾ, ਦੇਖੋ 5 3 3 4, ਤਾਂ ਇਹਨੂੰ 53 34 ਕਹਿ ਕੇ ਯਾਦ ਕਰ ਲਓ ਤੁਸੀਂ, 53 34, ਠੀਕ ਹੈ। ਇੱਦਾਂ ਕਹਿ ਕੇ ਇਹਨੂੰ ਯਾਦ ਕਰ ਲਓ। ਇੱਕ ਨਿਊ ਪੈਟਰਨ ਹੈ ਇਹ ਨਿਊ ਪੈਟਰਨ ਨੂੰ ਆਪਾਂ ਥੋੜ੍ਹਾ ਜਿਹਾ ਸਮਝਦੇ ਹਾਂ, ਇਹਨੂੰ ਕੀ ਨਾਂ ਦਿੱਤਾ ਗਿਆ ਹੈ। ਦੇਖੋ ਜੀ, ਪਹਿਲੇ 5 ਸਾਲ 'ਚ ਮੈਂ ਤੁਹਾਨੂੰ ਦੱਸਤਾ, ਮਤਲਬ 3 ਸਾਲ ਤਾਂ ਪ੍ਰੀ ਪ੍ਰਾਇਮਰੀ ਦੇ ਹੋ ਗਏ, ਜਿਵੇਂ ਆਪਾਂ ਨਰਸਰੀ ਕਹਿ ਲਓ, ਹੈ ਨਾ। ਜਿਵੇਂ ਨਰਸਰੀ, LKG, UKG, ਨਾਮ ਇਹ ਨਹੀਂ ਹੈਗੇ ਵੈਸੇ, ਉਹ ਸ਼ਾਇਦ ਪ੍ਰੀ ਪ੍ਰਾਇਮਰੀ ਕਹਿ ਦੇਣ, ਪ੍ਰੀ ਪ੍ਰਾਇਮਰੀ 1, ਪ੍ਰੀ ਪ੍ਰਾਇਮਰੀ 2, ਪ੍ਰੀ ਪ੍ਰਾਇਮਰੀ 3, ਠੀਕ ਹੈ। 3 ਸਾਲ ਉਹ, ਅਤੇ ਫਸਟ ਅਤੇ ਸੈਕਿੰਡ, ਠੀਕ ਹੈ। ਫਸਟ ਕਲਾਸ, ਸੈਕਿੰਡ ਕਲਾਸ, ਇੱਥੋਂ ਤੱਕ 5 ਸਾਲ ਬੱਚਾ ਲਗਾਏਗਾ, ਜਿਹਨੂੰ ਫਾਊਂਡੇਸ਼ਨ ਪੀਰੀਅਡ ਕਿਹਾ ਗਿਆ ਇੱਕ, ਠੀਕ ਹੈ। ਤਾਂ ਇਸ ਸਟੇਜ ਦਾ ਨਾਂ ਕੀ ਰੱਖਿਆ ਗਿਆ, ਫਾਊਂਡੇਸ਼ਨ, ਠੀਕ ਹੈ। ਤਾਂ ਬੱਚੇ ਦੀ ਜੜ੍ਹ ਹੈ ਇਹ, ਮਤਲਬ ਇੱਥੇ ਤੋਂ ਉਹ ਉੱਗੇਗਾ, ਠੀਕ ਹੈ। ਤਾਂ ਪਹਿਲੇ 5 ਸਾਲਾਂ ਦੇ ਵਿੱਚ ਦੇਖੋ 3 ਸਾਲ ਪ੍ਰੀ ਪ੍ਰਾਇਮਰੀ 'ਚ, ਅਤੇ ਫਸਟ ਸੈਕਿੰਡ ਦੇ ਹੋ ਗਏ 5 ਸਾਲ ਹੋ ਗਏ। ਇਸ ਤੋਂ ਬਾਅਦ ਗੱਲ ਕਰੀਏ ਆਪਾਂ, 3 ਸਾਲ ਉਹ ਲਗਾਏਗਾ ਜਦੋਂ ਉਸਦੀ ਏਜ 8 ਤੋਂ 11 ਸਾਲ ਦੇ ਵਿੱਚ ਹੋਏਗੀ, ਠੀਕ ਹੈ। ਤਾਂ ਇਹਨੂੰ ਪ੍ਰੈਪਰੇਟਰੀ ਕਹਿ ਸਕਦੇ ਹਾਂ, ਇੱਕ ਪੀਰੀਅਡ ਦਾ ਨਾਂ ਦਿੱਤਾ ਗਿਆ, ਸਟੇਜ ਦਾ ਨਾਂ ਦਿੱਤਾ ਗਿਆ। ਇਸ ਦੇ ਵਿੱਚ ਉਹ 3rd ਕਲਾਸ, 4th ਕਲਾਸ ਅਤੇ 5th ਕਲਾਸ ਦੇ ਵਿੱਚ ਹੋਏਗਾ। ਇਸ ਤੋਂ ਬਾਅਦ ਅਗਲੇ 3 ਸਾਲਾਂ ਦੇ ਵਿੱਚ ਉਸਦੀ ਏਜ 11 ਤੋਂ 14 ਸਾਲ ਹੋ ਜਾਏਗੀ। ਤਾਂ ਇਸ ਨੂੰ ਮਿਡਲ ਸਟੇਜ ਆਪਾਂ ਕਹਿ ਸਕਦੇ ਹਾਂ ਇੱਕ। ਇਹਦੇ ਵਿੱਚ ਕੀ ਹੋਏਗਾ ਕਿ ਉਹ 6th 7th ਅਤੇ 8th ਕਲਾਸ ਦੇ ਵਿੱਚ ਹੋਏਗਾ, ਠੀਕ ਹੈ। ਅਤੇ 5ਵੀਂ ਕਲਾਸ ਤੱਕ ਲੈਂਗੁਏਜ, ਮਤਲਬ ਰੀਜਨਲ ਲੈਂਗੁਏਜ ਜੋ ਉਹਦੀ ਮਦਰ ਟੰਗ ਹੈ, ਉਸ ਦੇ ਵਿੱਚ ਸਟੱਡੀ ਕਰਾਉਣ ਨੂੰ ਹੀ ਪ੍ਰੈਫਰੈਂਸ ਦਿੱਤੀ ਗਈ ਹੈ ਇਸ ਦੇ ਵਿੱਚ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਕੇ ਰੱਖੋਗੇ। ਉਸ ਤੋਂ ਬਾਅਦ ਵੋਕੇਸ਼ਨਲ ਸਬਜੈਕਟ ਨੇ ਜਿਹੜੇ, ਉਹ ਮਤਲਬ 6th ਤੋਂ ਸਟਾਰਟ ਕਰਨ ਦਾ ਪ੍ਰੋਵੀਜ਼ਨ ਹੈ ਇਹਦੇ ਵਿੱਚ। ਇਹ ਕੁਝ ਚੀਜ਼ਾਂ ਡਿਟੇਲ 'ਚ ਸਮਝਣ ਵਾਲੀਆਂ ਨੇ, ਕਦੇ ਆਪਾਂ ਇਹਦੇ ਉੱਤੇ ਇੱਕ ਪੂਰੀ ਮੈਰਾਥਨ ਬਣਾਵਾਂਗੇ, ਇਹ ਚੀਜ਼ਾਂ ਉੱਥੇ ਤੁਸੀਂ ਸਮਝੋਗੇ, ਠੀਕ ਹੈ। ਬਸ ਇੱਕ ਵਾਰ ਪੁਆਇੰਟ ਦੇ, ਇਹਦਾ ਮਤਲਬ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਦੇਖ ਲਓ ਵੀ ਇਹ ਚੀਜ਼ਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ। ਅਤੇ ਉਸ ਤੋਂ ਬਾਅਦ ਅਗਲਾ 4 ਦਾ ਜਿਹੜਾ ਗਰੁੱਪ ਹੈਗਾ, ਇਹਦੇ ਵਿੱਚ ਏਜ ਹੋ ਗਈ 14 ਤੋਂ 18, ਠੀਕ ਹੈ। ਤਾਂ ਸੈਕੰਡਰੀ ਹੈ ਇਹ, 9th 10th +1 +2 ਕਹਿ ਸਕਦੇ ਹਾਂ, ਠੀਕ ਹੈ। ਇਹ ਇਸ ਦੀ ਇੱਕ ਸਟੇਜ ਹੈ। ਤਾਂ ਇਸ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਆਪਾਂ 53 34 ਦਾ ਇੱਕ ਪੂਰਾ ਪੈਟਰਨ ਹੈ, ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਿਨਾਂ ਕੁਝ ਹੋਰ ਪੁਆਇੰਟ ਜਿਨ੍ਹਾਂ ਦੇ ਉੱਤੇ ਇਹ NEP 2020 ਗੱਲ ਕਰਦਾ ਹੈ, ਇਹ ਟੀਚਰ ਐਜੂਕੇਸ਼ਨ ਦੀ ਗੱਲ ਕਰਦਾ ਹੈ। ਪੂਰੇ ਚੇਂਜਸ ਆਉਣਗੇ, ਮਤਲਬ ਹੁਣ ਤੁਸੀਂ B.Ed 2 ਸਾਲਾਂ ਵਾਲੀ ਕੀਤੀ ਹੈ, 1 ਸਾਲ ਵਾਲੀ ਕੀਤੀ ਹੈ, ਠੀਕ ਹੈ। ਇਸ ਦੇ ਵਿੱਚ ਕੁਝ ਚੇਂਜ ਆਉਣਗੇ। ਹੁਣ ਟੀਚਰ ਐਜੂਕੇਸ਼ਨ ਹੈ, ਹੁਣ B.Ed ਦਾ ਕੋਰਸ ਹੁੰਦਾ ਸੀ, ਉਹ ਪਹਿਲਾਂ 1 ਸਾਲ ਦਾ ਸੀ, ਫਿਰ 2 ਸਾਲਾਂ ਦਾ ਕਰਤਾ, ਇੱਦਾਂ ਹੁਣ ਉਹਦੇ ਵਿੱਚ ਵੀ ਚੇਂਜ ਆਉਣਗੇ, ਠੀਕ ਹੈ। ETT NTT B.Ed ਜੋ ਵੀ ਮਤਲਬ ਤੁਹਾਡੇ ਕੋਰਸ ਨੇ, ਉਹਨਾਂ ਦੇ ਵਿੱਚ ਚੇਂਜ ਆਉਣਗੇ, ਠੀਕ ਹੈ। ਤਾਂ ਟੀਚਰ ਐਜੂਕੇਸ਼ਨ ਦੇ ਉੱਤੇ ਕੰਮ ਹੋਏਗਾ। ਲੈਂਗੁਏਜ ਦੀ ਗੱਲ ਹੈ ਵੀ 5ਵੀਂ ਤੱਕ ਮਦਰ ਟੰਗ ਦੇ ਵਿੱਚ ਬੱਚੇ ਨੂੰ ਪੜ੍ਹਾਉਣਾ ਹੈ, ਉਹਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ, ਠੀਕ ਹੈ। ਤਾਂ ਉਹ ਸਭ ਚੀਜ਼ਾਂ ਹੋਣਗੀਆਂ। ਨੈਕਸਟ ਇਹਦੇ ਕੁਝ ਐਸਪੈਕਟ ਨੇ, ਜਿਵੇਂ ਕਿ ਆਪਾਂ ਬਲੂਮ ਟੈਕਸੋਨੋਮੀ ਪੜ੍ਹਦੇ ਹੁੰਦੇ ਹਾਂ, ਉਹਦੇ ਵਿੱਚ 3 ਡੋਮੇਨਾਂ ਨੇ ਇਹਦੀਆਂ, ਕੋਗਨੀਟਿਵ, ਅਫੈਕਟਿਵ ਅਤੇ ਸਾਈਕੋਮੋਟਰ। ਇਹ 3 ਡੋਮੇਨਾਂ ਜਿਹੜੀਆਂ ਐਜੂਕੇਸ਼ਨ ਦੇ ਪੱਖ ਨੇ ਇਹ, ਠੀਕ ਹੈ। ਮਤਲਬ 3 ਡੋਮੇਨਾਂ ਨੇ, ਤਾਂ ਇਹਦੇ ਉੱਤੇ ਫੋਕਸ ਕੀਤਾ ਗਿਆ। ਆਲ ਅਸਪੈਕਟ ਦੇ ਐਜੂਕੇਸ਼ਨ ਦੇ ਉੱਤੇ ਫੋਕਸ ਕੀਤਾ ਗਿਆ, ਅਤੇ ਹੋਲਿਸਟਿਕ ਡਿਵੈਲਪਮੈਂਟ ਦੀ ਗੱਲ ਇਹਦੇ 'ਚ ਕੀਤੀ ਗਈ ਹੈ। ਮਤਲਬ ਕਿ ਬੱਚੇ ਦਾ ਕਹਿ ਸਕਦੇ ਹਾਂ ਸਰਬ ਪੱਖੀ ਵਿਕਾਸ ਹੋਊਗਾ, ਸਾਰੇ ਪੱਖਾਂ ਤੋਂ ਵਿਕਾਸ ਉਸਦਾ ਹੋਏਗਾ, ਇਸ ਚੀਜ਼ ਦੇ ਉੱਤੇ ਫੋਕਸ ਕੀਤਾ ਗਿਆ, ਠੀਕ ਹੈ। ਤਾਂ ਇਹ ਕੁਝ ਇੰਪੋਰਟੈਂਟ ਪੁਆਇੰਟ ਸੀ NEP 2020 ਬਾਰੇ, ਤਾਂ ਇਸ ਨੂੰ ਤੁਸੀਂ ਧਿਆਨ ਦੇ ਕੇ ਰੱਖਿਓ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ ਆਪਾਂ। ਲਰਨਿੰਗ ਡਿਸੇਬਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਤਾਂ ਲਰਨਿੰਗ ਡਿਸੇਬਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜਿਹੜੀ ਇਹ ਸੈਮੂਅਲ ਕਿਰਕ ਦੁਆਰਾ ਕੀਤੀ ਗਈ ਸੀ। ਇਸ ਦੇ ਵਿੱਚ B ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6, ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਕ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ? ਤਾਂ ਦੇਖੋ, ਥਕਾਵਟ ਅਤੇ ਉਮਰ,
ਪ੍ਰਭਾਵਿਤ ਕਰਦੇ ਨੇ, ਠੀਕ ਹੈ। ਰੁਚੀ ਸੂਝ ਪ੍ਰਭਾਵਿਤ ਕਰਦੇ ਨੇ। ਪ੍ਰੇਰਨਾ ਮਨ ਦਾ ਝੁਕਾਅ ਸਭ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਆਪਾਂ ਸਿਲੈਕਟ ਕਰਾਂਗੇ। ਸਿੰਪਲ ਇੱਕ ਇਹ ਕੁਐਸਚਨ ਸੀ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ ਸਿੱਖਣ ਦੀ ਉਤੇਜਕ ਅਨੁਕਿਰਿਆ ਯਾਨੀ ਕਿ ਸਟਿਮੂਲਸ ਰਿਸਪੌਂਸ ਜਿਹੜੇ ਪਰਸਪੈਕਟਿਵ ਇੱਕ ਮਤਲਬ ਕਿ SR ਬਾਉਂਡ ਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਉਸ ਦੇ ਵਿੱਚ ਕਿਸ ਦਾ ਯੋਗਦਾਨ ਨਹੀਂ। ਪੈਵਲੋਵ, ਗੁਥਰੀ, ਇਹ ਸਭ ਆਪਾਂ ਡਿਸਕਸ ਕਰਦੇ ਹਾਂ SR ਬਾਉਂਡ ਦੇ ਵਿੱਚ, ਠੀਕ ਹੈ। ਤਾਂ ਜੇਕਰ ਆਪਾਂ ਗੱਲ ਕਰੀਏ ਕੋਲਰ ਨੂੰ ਆਪਾਂ ਇਨਸਾਈਟ ਲਰਨਿੰਗ ਯਾਨੀ ਕਿ ਉਹਨੇ ਕੋਗਨੀਟਿਵ ਫੀਲਡ ਦੇ ਵਿੱਚ ਉਹਨੂੰ ਡਿਸਕਸ ਕਰਦੇ ਹੁੰਦੇ ਤਾਂ ਉਹਨੂੰ ਆਪਾਂ SR ਬਾਉਂਡ 'ਚ ਨਹੀਂ ਡਿਸਕਸ ਕਰਦੇ। ਤਾਂ ਡੀ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਨੈਕਸਟ ਕੁਐਸਚਨ, ਬੁੱਧੀ ਦੇ ਮਲਟੀਫੈਕਟਰ ਸਿਧਾਂਤ ਦਾ ਵਿਆਖਿਆਤਾ ਕੌਣ ਹੈ। ਤਾਂ ਇੱਥੇ ਮਲਟੀਫੈਕਟਰ ਦੀ ਗੱਲ ਹੈ, ਠੀਕ ਹੈ। ਤਾਂ ਬੁੱਧੀ ਦੇ ਮਲਟੀਫੈਕਟਰ ਸਿਧਾਂਤ ਦੀ ਗੱਲ ਹੈ। ਤਾਂ ਮਲਟੀਫੈਕਟਰ ਥਿਊਰੀ ਜਿਹੜੀ ਇਹ ਥੋਰਨਡਾਈਕ ਦੁਆਰਾ ਦਿੱਤੀ ਗਈ ਹੈ, ਠੀਕ ਹੈ। ਅਤੇ ਇੱਥੇ ਤੁਸੀਂ ਇੱਕ ਚੀਜ਼ ਨੂੰ ਯਾਦ ਰੱਖੋਗੇ, ਇੱਕ ਤਾਂ ਹੈਗੇ ਮਲਟੀਫੈਕਟਰ, ਇੱਕ ਮਲਟੀਪਲ ਇੰਟੈਲੀਜੈਂਸੀ ਹੈ। ਦੋਨਾਂ ਦੇ ਨਾਮਾਂ 'ਚ ਨਾ ਕਨਫਿਊਜ਼ ਹੋ ਜਿਓ, ਠੀਕ ਹੈ। ਆਪਾਂ ਇਹਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਪੁਆਇੰਟ ਵੀ ਸਮਝ ਲੈਣੇ ਆ। ਜਿਹੜੀ ਯੂਨਿਟਰੀ ਥਿਊਰੀ ਹੈ ਇਹਦੇ 'ਚ ਸਟਰਨ, ਵਿਨੇ ਅਤੇ ਜੌਨਸਨ ਨੇ ਹਮਾਇਤ ਕੀਤੀ ਇਸ ਦੀ, ਠੀਕ ਹੈ। 2 ਫੈਕਟਰ ਸਪੀਅਰਮੈਨ ਜਿਹਦੇ 'ਚ ਇਹ G ਫੈਕਟਰ ਅਤੇ S ਫੈਕਟਰ ਦੀ ਗੱਲ ਕਰਦਾ ਹੈ। ਇਸ ਤੋਂ ਬਿਨਾਂ ਗਰੁੱਪ ਫੈਕਟਰ ਦੇ ਵਿੱਚ ਸਟਰਨ, ਜਿਹਨੂੰ ਆਪਾਂ ਪ੍ਰਾਇਮਰੀ ਮੈਂਟਲ ਐਬਿਲਿਟੀ ਦਾ ਨਾਮ ਨਾਲ ਵੀ ਜਾਣਦੇ ਹਾਂ, ਠੀਕ ਹੈ। ਗਰੁੱਪ ਫੈਕਟਰ ਤਾਂ ਇਹਦੇ ਵਿੱਚ ਇਹ 7 ਫੈਕਟਰਾਂ ਦੀ ਗੱਲ ਕਰਦਾ ਗਰੁੱਪ ਫੈਕਟਰ ਦੇ ਵਿੱਚ ਥਰਸਟ ਨੇ ਜਿਹੜਾ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਮਲਟੀ ਇੰਟੈਲੀਜੈਂਸ ਥਿਊਰੀ। ਤਾਂ ਮਲਟੀ ਇੰਟੈਲੀਜੈਂਸ ਥਿਊਰੀ ਜਿਹੜੀ ਇਹ ਗਾਰਡਨਰ ਦੁਆਰਾ ਦਿੱਤੀ ਗਈ ਹੈ। ਗਾਰਡਨਰ ਨੇ 9 ਸਿਧਾਂਤ ਦਿੱਤੇ ਨੇ, ਆਪਾਂ ਤਾਂ 9 ਹੀ ਡਿਸਕਸ ਕਰਦੇ ਤਾਂ 9 ਦੇ 9 ਆਪਾਂ ਨੇ ਕਰਵਾਏ ਸੀ। ਵੈਸੇ ਇਹਦੇ ਨੋਰਮਲੀ 7 ਵੀ ਮੰਨ ਲਏ ਜਾਂਦੇ ਨੇ, 8 ਵੀ ਮੰਨ ਲਏ ਜਾਂਦੇ ਨੇ, ਠੀਕ ਹੈ। ਤਾਂ ਇਹਦੇ ਵਿੱਚ ਵਾਦ ਵਿਵਾਦ ਨੇ, ਪਰ ਮੈਂ ਤੁਹਾਨੂੰ 9 ਦੇ 9 ਕਰਵਾਏ ਸੀ ਕਿਉਂਕਿ ਪੇਪਰ ਦੇ ਵਿੱਚ ਬਾਕੀ ਉਹ ਵੀ ਡਿਸਕਸ ਹੁੰਦੇ ਨੇ, ਠੀਕ ਹੈ। ਆਪਾਂ ਨੂੰ ਆਪਸ਼ਨਾਂ ਦੇ ਵਿੱਚ ਕਾਫੀ ਵਾਰ ਉਹ ਚੀਜ਼ਾਂ ਲਿਖੀਆਂ ਮਿਲੀਆਂ ਨੇ, ਠੀਕ ਹੈ। ਤਾਂ ਗਾਰਡਨਰ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ। ਅਤੇ ਟਰੈਰਿਕੀ ਥਿਊਰੀ ਆਪਾਂ ਸਟਰਨ ਦੀ ਕਹਿ ਸਕਦੇ ਹਾਂ, ਇਹ ਇਸ 'ਤੇ 3 ਐਲੀਮੈਂਟ ਮੰਨਦਾ ਸੀ। ਦੋਸਤੋ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 9, ਕਿਹੜਾ ਕਾਰਕ ਬੱਚੇ ਦੇ ਵਿਕਾਸ ਨਾਲ ਸੰਬੰਧਿਤ ਨਹੀਂ ਹੈ। ਤਾਂ ਨਿਊਟ੍ਰੀਸ਼ਨ ਮਤਲਬ ਅਫੈਕਟ ਕਰਦਾ ਉਸ ਦੇ ਵਿਕਾਸ ਨੂੰ, ਹੈਲਥ, ਸਲੀਪ ਸਭ ਚੀਜ਼ਾਂ ਕਰਦੀਆਂ ਨੇ। ਡੋਮੀਸਾਈਲ ਦਾ ਐਡਾ ਕੋਈ ਇਸ ਦੇ 'ਚ ਖਾਸ ਰੋਲ ਨਹੀਂ ਹੁੰਦਾ। ਆਪਸ਼ਨ ਡੀ ਇਸ ਦੇ 'ਚ ਸਾਡਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 10, ਸਿੱਖਣ ਵਿੱਚ ਗ੍ਰਹਿਣ ਕਰਨ ਅਤੇ ਧਾਰਨ ਕਰਨ ਦੀ ਸ਼ਕਤੀ ਸ਼ਾਮਲ ਹੈ। ਲਰਨਿੰਗ ਇਨਵੋਲਵਸ ਦਾ ਪਾਵਰ ਆਫ ਐਕੁਜੀਸ਼ਨ ਐਂਡ ਰਿਟੈਂਸ਼ਨ। ਤਾਂ ਸਿੰਪਲ ਜੀ ਗੱਲ ਹੈ, ਤਾਂ ਡੈਫੀਨੇਸ਼ਨ ਹੈ ਤਾਂ ਇਹ ਸਕੈਨਰ ਦੁਆਰਾ ਦਿੱਤੀ ਗਈ ਹੈ। ਆਪਸ਼ਨ ਸੀ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਆਦਤ ਨਿਰਮਾਣ ਕਿਸ ਪ੍ਰਕਾਰ ਦਾ ਸਿੱਖਣਾ ਹੈ, ਇਹ ਆਪਾਂ ਨੂੰ ਦੱਸਣਾ ਹੈਗਾ। ਤਾਂ ਦੇਖੋ ਆਦਤ ਕਦੋਂ ਬਣਦੀ ਹੈ, ਜਦੋਂ ਆਪਾਂ ਕਿਸੇ ਚੀਜ਼ ਨੂੰ ਵਾਰ-ਵਾਰ ਕਰਦੇ ਹਾਂ, ਉਹਦੀ ਆਪਾਂ ਨੂੰ ਕੰਡੀਸ਼ਨਿੰਗ ਹੋ ਜਾਂਦੀ ਹੈ, ਉਹਦੀ ਤਾਂ ਅਨੁਕੂਲਨ ਹੋ ਜਾਂਦਾ ਹੈ, ਆਪਾਂ ਉਹਦੇ ਅਨੁਕੂਲਿਤ ਹੋ ਜਾਂਦੇ ਹਾਂ ਤਾਂ ਉਹ ਚੀਜ਼ ਆਪਣੀ ਹੈਬਿਟ ਬਣ ਜਾਂਦੀ ਹੈ। ਤਾਂ ਇਹ ਅਨੁਕੂਲਨ ਸਿੱਖਣ ਦੇ ਵਿੱਚ ਸ਼ਾਮਿਲ ਹੋਏਗਾ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਕੁਐਸਚਨ ਨੰਬਰ 12, ਪੈਵਲੋਵ ਦੇ ਪ੍ਰਯੋਗ ਵਿੱਚ ਕੁੱਤੇ ਨੂੰ ਭੋਜਨ ਦੇਣ ਤੋਂ ਪਹਿਲਾਂ ਘੰਟੀ ਵਾਰ-ਵਾਰ ਵਜਾਈ ਗਈ, ਵਾਰੀ-ਵਾਰੀ ਵਜਾਈ ਜਾ ਰਹੀ ਹੈ ਤਾਂ ਜੋ ਉਹ ਉਤੇਜਨਾ ਯਾਨੀ ਕਿ ਸਟਿਮੂਲਸ ਦੇ ਸੰਬੰਧ ਨੂੰ ਸਮਝ ਸਕੇ। ਇਹ ਇਸ ਕਾਰਕ ਨੂੰ, ਇਹ ਕਿਸ ਕਾਰਕ ਨੂੰ ਪੇਸ਼ ਕਰਦਾ ਹੈ, ਮਤਲਬ ਕਿ ਫੈਕਟਰ ਨੇ ਇਹ, ਠੀਕ ਹੈ। ਇਹਨਾਂ ਦੀ ਗੱਲ ਕਰਦਾ ਹੈ ਜੇ ਉਹ ਪੈਵਲੋਵ ਹੈ। ਅਤੇ ਇਹਦੇ 'ਚੋਂ ਦੁਹਰਾਈ ਦੀ ਯਾਨੀ ਕਿ ਰਿਪੀਟੇਸ਼ਨ ਦੀ ਗੱਲ ਹੈ, ਠੀਕ ਹੈ। ਮਤਲਬ ਕਿ ਘੰਟੀ ਵਾਰ-ਵਾਰ ਵਜਾਈ ਜਾ ਰਹੀ ਹੈ ਕਿਉਂਕਿ ਜਿਉਂ-ਜਿਉਂ ਰਿਪੀਟ ਕਰਾਂਗੇ ਆਪਾਂ ਉਹ ਘੰਟੀ ਦੇ ਭੋਜਨ ਦੇ ਵਿਚਕਾਰ ਸੰਬੰਧ ਨੇ ਜਿਹੜੇ ਉਹ ਬਣਾ ਲਊਗਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਦੁਹਰਾਈ ਇਸ ਦੇ ਵਿੱਚ ਬੈਸਟ ਪੁਆਇੰਟ ਆਪਣੇ ਕੋਲ ਹੋਵੇਗਾ। ਤਾਂ ਪੈਵਲੋਵ ਨੇ ਜੋ ਕਲਾਸੀਕਲ ਕੰਡੀਸ਼ਨਿੰਗ ਦਾ ਸਿਧਾਂਤ ਦਿੱਤਾ ਸੀ ਉਹਦੇ ਵਿੱਚ ਇਹ ਕੁਝ ਫੈਕਟਰ ਦੱਸਦਾ ਸੀ, ਜਿਵੇਂ ਕਿ ਸਧਾਰਨੀਕਰਨ ਦੇ ਵਿੱਚ ਇਹ ਕੀ ਦੱਸਦਾ ਸੀ, ਕਹਿੰਦਾ ਵੀ ਜਿਹੜੀ ਘੰਟੀ ਹੈ ਅਤੇ ਭੋਜਨ ਉਹਦੇ ਵਿੱਚ ਜਿਹੜਾ ਕੁੱਤਾ ਹੈ ਉਸਨੇ ਕੀ ਕਰ ਲਿਆ, ਮਤਲਬ ਉਹਨਾਂ ਨੂੰ ਆਪਸ ਵਿੱਚ ਜਨਰਲਾਈਜ਼ ਕਰ ਲਿਆ ਚੀਜ਼ਾਂ ਨੂੰ, ਠੀਕ ਹੈ। ਆਪਸ ਵਿੱਚ ਸਮਾਨੀਕਰਨ ਕਰਤਾ, ਉਹਦਾ ਸਧਾਰਨੀਕਰਨ ਕਰਤਾ। ਅਤੇ ਇਸ ਤੋਂ ਬਿਨਾਂ ਵਿਲੋਪਨ ਦੇ ਵਿੱਚ ਉਹ ਇਹ ਆਖਦਾ ਸੀ, ਕਹਿੰਦਾ ਵੀ ਜੇਕਰ ਇਕੱਲੀ ਘੰਟੀ ਵਜਾਈ ਭੋਜਨ ਨਾ ਦਿੱਤਾ, ਹੋ ਸਕਦਾ ਪਹਿਲੇ ਦਿਨ ਲਾਰਾਂ ਆਉਣ ਅਤੇ ਅਗਲੇ ਦਿਨ ਵੀ ਘੰਟੀ ਵਜਾਈ ਗਈ ਲਾਰਾਂ ਘੱਟ ਆਉਣ, ਅਗਲੇ ਦਿਨ ਫਿਰ ਇਕੱਲੀ ਘੰਟੀ ਵਜਾਈ ਗਈ ਭੋਜਨ ਦਿੱਤਾ ਗਿਆ ਘੱਟ ਲਾਰਾਂ ਆਉਣ। ਇਸ ਤਰ੍ਹਾਂ ਜਿਹੜੀਆਂ ਲਾਰਾਂ ਨੇ ਉਹ ਹੌਲੀ ਹੌਲੀ ਵਿਲੋਪ ਹੋ ਜਾਣਗੀਆਂ, ਮਤਲਬ ਕਿ ਜਿਹੜੀ ਉਸਦੀ ਉਤੇਜਨਾ ਹੈ ਨਾ, ਕਹਿ ਸਕਦੇ ਹਾਂ ਉਸਦਾ ਜਿਹੜਾ ਮਤਲਬ ਉਸਦਾ ਰਿਸਪੌਂਸ ਆਉਂਦਾ ਸੀ, ਉਤੇਜਨਾ ਨਹੀਂ ਕਹਿ ਸਕਦੇ, ਰਿਸਪੌਂਸ ਆਉਂਦਾ ਸੀ, ਤਾਂ ਉਹ ਜਿਹੜਾ ਰਿਸਪੌਂਸ ਹੈ ਉਹ ਹੌਲੀ ਹੌਲੀ ਖਤਮ ਹੋਣ ਲੱਗ ਜੂਗਾ, ਵਿਲੋਪ ਹੋ ਜੂਗਾ ਉਹ, ਠੀਕ ਹੈ। ਤਾਂ ਪ੍ਰੇਰਨਾ ਦੇ 'ਚ ਜਿਵੇਂ ਭੁੱਖ ਹੈ, ਕਹਿੰਦਾ ਜੇ ਉਹਨੂੰ ਭੁੱਖੇ ਹੋਊਗੀ, ਭੁੱਖ ਹੈ ਉਹਨੂੰ ਤਾਂ ਲਾਰਾਂ ਆ ਰਹੀਆਂ ਨੇ ਨਾ, ਜੇ ਰੱਜਿਆ ਪੁੱਜਿਆ ਉਹ ਤਾਂ ਘੰਟੀ ਕੀ ਢੋਲ ਵਜਾਈ ਚੱਲੋ ਚਾਹੇ, ਫਿਰ ਵੀ ਨਹੀਂ ਉਹ ਮਤਲਬ ਕੋਈ ਵੀ ਰਿਐਕਸ਼ਨ ਕਰਦਾ, ਠੀਕ ਹੈ। ਤਾਂ ਕੁੱਲ ਮਿਲਾ ਕੇ ਉਸਦੇ ਅੰਦਰ ਪ੍ਰੇਰਨਾ ਹੈ, ਜਿਹੜੀ ਮਤਲਬ ਭੁੱਖ ਹੈ ਉਹ ਪ੍ਰੇਰਨਾ ਦਾ ਕੰਮ ਕਰ ਰਹੀ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਨੇ ਕੁਝ ਟਰਮਾਂ ਨੇ ਜਿਹੜੀਆਂ ਉਹ ਵਿੱਚ ਡਿਸਕਸ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਕੁਐਸਚਨ ਬਣੇਗਾ। ਤਾਂ ਗੁਪਤ ਸਿੱਖਣ ਯਾਨੀ ਕਿ ਲੇਟੈਂਟ ਲਰਨਿੰਗ ਦਾ ਸੰਕਲਪ ਕਿਸ ਨੇ ਦਿੱਤਾ, ਸਿੰਪਲ ਇੱਕ ਫੈਕਚੁਅਲ ਕੁਐਸਚਨ ਹੈ। ਤਾਂ ਇਸ ਦੀ ਗੱਲ ਟੋਲਮੈਨ ਕਰਦਾ ਹੈ। ਆਪਸ਼ਨ ਡੀ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ।
ਖੇਡਣਾ, ਨੱਚਣਾ, ਖਾਣਾ ਕਿਸ ਪ੍ਰਕਾਰ ਦਾ ਸਿੱਖਣ ਹੈ? ਤਾਂ ਸਿੰਪਲ ਜੀ ਗੱਲ ਇਹਦੇ 'ਚ ਆਪਣੀ ਜਿਹੜੀ ਮਤਲਬ ਗ੍ਰੋਸ ਮੋਟਰ ਸਕਿੱਲਸ ਨੇ ਉਹ ਸ਼ਾਮਲ ਨੇ, ਵੱਡੀਆਂ ਮਾਸਪੇਸ਼ੀਆਂ ਸ਼ਾਮਲ ਨੇ। ਤਾਂ ਇਹ ਕੀ ਹੈ? ਗਤਿਆਤਮਕ ਸਿੱਖਣਾ ਹੈ। ਠੀਕ ਹੈ, ਮਤਲਬ ਗਤੀ ਦੇ ਵਿੱਚ ਆਪਣਾ ਸਰੀਰ ਗਤੀ ਦੇ ਵਿੱਚ ਹੈ। ਹੁਣ ਕੋਈ ਖੇਡ ਰਿਹਾ, ਨੱਚ ਰਿਹਾ ਹੈ ਨਾ, ਤਾਂ ਉਹਦੇ 'ਚ ਮਤਲਬ ਇਹ ਤਾਂ ਨਹੀਂ ਵੀ ਸਿਰਫ ਹੱਥ ਸ਼ਾਮਲ ਨੇ, ਪੂਰਾ ਸਰੀਰ ਹੀ ਸ਼ਾਮਲ ਹੈ ਉਹਦਾ, ਸਿਰਫ ਅੱਖਾਂ ਨਹੀਂ ਸ਼ਾਮਲ, ਸਿਰਫ ਨੱਕ ਕੰਨ ਨਹੀਂ ਸ਼ਾਮਲ, ਉਹ 'ਚ ਸਭ ਚੀਜ਼ਾਂ ਹੀ ਸ਼ਾਮਲ ਨੇ। ਤਾਂ ਗਤਿਆਤਮਕ ਸਿੱਖਣਾ ਹੈ, ਪੂਰੀ ਗਤੀ ਦੇ ਵਿੱਚ ਹੈ ਉਹਦਾ ਸਰੀਰ। ਠੀਕ ਹੈ, ਤਾਂ ਨੈਕਸਟ ਗੱਲ ਹੈ ਜੀ ਕੁਐਸਚਨ ਨੰਬਰ 15, ਉਪਯੋਗ ਜਾਂ ਅਣਉਪਯੋਗ ਦਾ ਨਿਯਮ, ਯਾਨੀ ਕਿ ਲਾ ਆਫ ਯੂਜ਼ ਔਰ ਡਿਸਯੂਜ਼ ਕਿਸ ਸਿੱਖਣ ਦੇ ਕਿਹੜੇ ਪ੍ਰਾਇਮਰੀ ਨਿਯਮ ਦਾ ਉਪ ਨਿਯਮ ਹੈ? ਤਾਂ ਦੇਖੋ ਦਿੱਤਾ ਗਿਆ ਸੀ ਇਹ ਥੋਰਨਡਾਈਕ ਦੁਆਰਾ। ਤਾਂ ਇਹ ਅਭਿਆਸ ਦੇ ਵਿੱਚ ਸ਼ਾਮਲ ਹੈ, ਯਾਨੀ ਕਿ ਲਾ ਆਫ ਐਕਸਰਸਾਈਜ਼ ਦੇ ਵਿੱਚ ਸ਼ਾਮਲ ਹੈ। ਤਾਂ ਇਸ ਨੂੰ ਅਸੀਂ ਕੀ ਆਖਦੇ ਹਾਂ ਕਿ ਜਿਹੜੀ ਚੀਜ਼ ਨੂੰ ਆਪਾਂ ਯੂਜ਼ ਕਰਦੇ ਰਹੀਏ, ਜਿਹੜੀ ਚੀਜ਼ ਦਾ ਆਪਾਂ ਅਭਿਆਸ ਕਰਦੇ ਰਹੀਏ, ਯੂਜ਼ ਕਰਦੇ ਰਹੀਏ, ਉਹ ਚੀਜ਼ ਆਪਾਂ ਸਿੱਖਦੇ ਰਹਿੰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਨੇ ਬੋਲਣ ਦਾ ਅਭਿਆਸ ਕਰ ਲਿਆ ਤਾਂ ਆਪਾਂ ਬੋਲਣਾ ਸਿੱਖੇ ਰਹਾਂਗੇ, ਪਰ ਜੇ ਆਪਾਂ ਵਿੱਚ ਦੀ ਉਹ ਚੀਜ਼ ਨੂੰ ਯੂਜ਼ ਕਰਨਾ ਛੱਡਤਾ, ਡਿਸਯੂਜ਼ ਹੋ ਗਿਆ ਉਹਦਾ ਮਤਲਬ ਕਿ ਵਰਤੋਂ ਹੀ ਨਾ ਕੀਤੀ, ਤਾਂ ਉਹ ਚੀਜ਼ ਨੂੰ ਆਪਾਂ ਭੁੱਲਣ ਲੱਗ ਜਾਂਗੇ। ਕਿਉਂਕਿ ਲਰਨਿੰਗ ਕੀ ਇੱਕ ਰਿਲੇਟਿਵਲੀ ਪਰਮਾਨੈਂਟ ਹੈ, ਜਿੰਨਾ ਚਿਰ ਆਪਾਂ ਇਹਦੇ ਰਿਲੇਸ਼ਨ 'ਚ ਰਹਿੰਦੇ ਹਾਂ ਉਹਨਾਂ ਚਿਰ ਇਹ ਆਪਣੇ ਇਹ ਪਰਮਾਨੈਂਟ, ਅਦਰਵਾਈਜ਼ ਇਹ ਚੀਜ਼ ਕੀ ਹੋ ਜਾਂਦੀ ਹੈ, ਕਹਿ ਸਕਦੇ ਹਾਂ ਛੁਪਣ ਲੱਗ ਜਾਂਦੀ ਹੈ, ਖਤਮ ਹੋਣ ਲੱਗ ਜਾਂਦੀ ਹੈ। ਨੈਕਸਟ ਸ਼ਬਦ ਹੈ ਜੀ ਮੋਟੀਵੇਸ਼ਨ। ਕੁਐਸਚਨ ਨੰਬਰ 16 ਹੈਗਾ, ਮੋਟੀਵੇਸ਼ਨ ਸ਼ਬਦ ਦੀ ਉਤਪੱਤੀ ਕਿਸ ਸ਼ਬਦ ਤੋਂ ਮੰਨੀ ਜਾਂਦੀ ਹੈ? ਤਾਂ ਦੇਖੋ ਸਿੰਪਲ ਜੀ ਇੱਕ ਗੱਲ ਹੈ, ਮੂਵੀਅਰ ਯਾਨੀ ਕਿ ਮੋਟਮ ਤੋਂ ਇਸ ਨੂੰ ਆਪਾਂ ਪੈਦਾ ਹੋਇਆ ਮੰਨ ਸਕਦੇ ਹਾਂ। ਠੀਕ ਹੈ, ਤਾਂ ਆਪਣੇ ਕੋਲ ਵੀ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ ਕੁਐਸਚਨ ਨੰਬਰ 16 ਦਾ। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਨਾ ਦੀ ਵਿਸ਼ੇਸ਼ਤਾ ਨਹੀਂ ਹੈ? ਨਹੀਂ ਨੂੰ ਧਿਆਨ ਨਾਲ ਸਮਝਿਆ ਕਰੋ। ਠੀਕ ਹੈ, ਇਹ ਅੰਦਰੂਨੀ ਪ੍ਰਕਿਰਿਆ ਹੈ, ਬਿਲਕੁਲ ਸਹੀ ਗੱਲ ਹੈ, ਪ੍ਰੇਰਨਾ ਅੰਦਰੂਨੀ ਪ੍ਰਕਿਰਿਆ ਹੋ ਸਕਦੀ ਹੈ। ਠੀਕ ਹੈ, ਟੀਚੇ ਦੀ ਪ੍ਰਾਪਤੀ ਸਹੀ ਹੈ, ਲੋੜ ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ, ਪ੍ਰੇਰਨਾ ਸਿਰਫ ਬਜ਼ੁਰਗਾਂ ਤੋਂ ਮਿਲਦੀ ਹੈ, ਇਹ ਕੋਈ ਗੱਲ ਨਾ ਬਣੀ। ਤਾਂ ਇਹ ਇਸ ਦੀ ਵਿਸ਼ੇਸ਼ਤਾ ਨਹੀਂ ਹੈਗੀ, ਜ਼ਰੂਰੀ ਥੋੜ੍ਹੀ ਬਜ਼ੁਰਗਾਂ ਤੋਂ ਮਿਲੇ, ਬਜ਼ੁਰਗਾਂ ਤੋਂ ਮਿਲ ਸਕਦੀ ਹੈ, ਆਪਾਂ ਇਨਕਾਰ ਨਹੀਂ ਕਰ ਰਹੇ, ਪਰ ਬਜ਼ੁਰਗਾਂ ਤੋਂ ਹੀ ਮਿਲੇਗੀ ਇਹ ਤਾਂ ਕੋਈ ਗੱਲ ਨਾ ਬਣੀ। ਠੀਕ ਹੈ, ਸਿਰਫ ਬਜ਼ੁਰਗਾਂ ਤੋਂ, ਇਹ ਕੋਈ ਇਹਦੀ ਐਡੀ ਸਹੀ ਗੱਲ ਨਹੀਂ ਹੈਗੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 18, ਇੱਕ ਵਿਦਿਆਰਥੀ ਨੂੰ ਜੀਵਾਂ ਅਤੇ ਵਸਤੂਆਂ ਨੂੰ ਪਛਾਣਨ ਸਮੇਂ ਭੁਲੇਖਾ ਪੈ ਜਾਂਦਾ ਹੈ। ਜਿਵੇਂ ਤੁਹਾਨੂੰ ਕਈ ਵਾਰ ਕੁਐਸਚਨ ਦੇ ਆਪਸ਼ਨ ਪਹਿਚਾਨਣ ਵੇਲੇ ਭੁਲੇਖਾ ਪਿਆ ਹੋਊਗਾ, ਪਰ ਇਹ ਨਾ ਸਮਝਿਓ ਵੀ ਤੁਹਾਨੂੰ ਕੋਈ ਮਤਲਬ ਡਿਸਆਰਡਰ ਹੈ। ਠੀਕ ਹੈ, ਵੈਸੇ ਇੱਕ ਗੱਲ ਹੈ। ਤਾਂ ਇਹ ਸਮੱਸਿਆ ਕਿਸ ਸਿੱਖਣ ਯੋਗਤਾ ਦੀ ਨਿਸ਼ਾਨੀ ਹੈ? ਮਤਲਬ ਕਿ ਜਿਹੜਾ ਕੋਈ ਵਿਦਿਆਰਥੀ ਆ ਉਹ ਜੀਵਾਂ ਨੂੰ, ਵਸਤੂਆਂ ਨੂੰ ਮਿਕਸ ਕਰ ਲੈਂਦਾ ਹੈ, ਇਲੂਜ਼ਨ ਕ੍ਰੀਏਟ ਹੋ ਜਾਂਦਾ, ਉਸ ਨੂੰ ਭੁਲੇਖਾ ਪੈ ਜਾਂਦਾ ਹੈ ਨਾ। ਤਾਂ ਇਹ ਕਿਸ ਪ੍ਰਕਾਰ ਦੀ ਲਰਨਿੰਗ ਡਿਸੇਬਿਲਿਟੀ ਹੈ? ਤਾਂ ਦੇਖੋ ਜੀ ਇਸ ਦੇ ਵਿੱਚ ਰਾਈਟ ਆਨਸਰ ਹੋਏਗਾ ਡਿਸਮੋਰਫੀਆ। ਠੀਕ ਹੈ, ਤਾਂ ਹੁਣ ਦੇਖੋ ਆਪਾਂ ਨੇ ਇੱਦਾਂ ਟ੍ਰਿਕ ਯਾਦ ਕਰਾਈ ਸੀ ਇਹਦੀ ਹੈ ਨਾ, ਵੀ ਉਹਨੂੰ ਮੋਰ ਦਾ ਭੁਲੇਖਾ ਪੈ ਗਿਆ, ਤਾਂ ਮੋਰ ਡਿਸਮੋਰਫੀਆ ਮਤਲਬ ਕਿ ਉਸਨੂੰ ਮੋਰ ਦਾ ਭੁਲੇਖਾ ਪੈ ਗਿਆ, ਆਪਾਂ ਨੇ ਇੱਦਾਂ ਯਾਦ ਕੀਤਾ ਸੀ ਹੈ ਨਾ। ਤਾਂ ਇਸ ਤਰੀਕੇ ਨਾਲ ਡਿਸਮੋਰਫੀਆ ਭੁਲੇਖੇ ਨਾਲ, ਇਲੂਜ਼ਨ ਨਾਲ ਸੰਬੰਧਿਤ ਇੱਕ ਡਿਸਆਰਡਰ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 19, ਹੇਠ ਲਿਖਿਆਂ ਵਿੱਚੋਂ ਪ੍ਰੇਰਨਾ ਵਿੱਚ ਕਿਹੜੇ ਤੱਤ ਸ਼ਾਮਿਲ ਹਨ? ਯਾਨੀ ਕਿ ਮੋਟੀਵੇਸ਼ਨ ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਨੇ ਜਿਹੜੇ ਉਹ ਸ਼ਾਮਿਲ ਨੇ? ਨੀਡ ਸ਼ਾਮਿਲ ਹੈ, ਬਿਲਕੁਲ ਸਹੀ ਹੈ, ਮੋਟਿਵ ਵੀ ਸ਼ਾਮਿਲ ਹੈ, ਡਰਾਈਵ ਵੀ ਸ਼ਾਮਿਲ ਹੈ, ਉਪਰੋਕਤ ਸਾਰੇ ਹੀ ਸ਼ਾਮਿਲ ਨੇ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਆਪਸ਼ਨ ਡੀ ਦਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਮਾਨਵਵਾਦੀਆਂ ਦੇ ਅਨੁਸਾਰ, ਮਾਨਵਵਾਦੀ ਜਿਵੇਂ ਕਿ ਆਪਾਂ ਮੈਸਲੋ ਦੀ ਐਗਜ਼ਾਮਪਲ ਲੈ ਲਓ, ਦੇ ਅਨੁਸਾਰ ਪ੍ਰੇਰਨਾ ਕਿਸ ਪ੍ਰਕਾਰ ਦਾ ਤੱਤ ਹੈ? ਠੀਕ ਹੈ, ਤਾਂ ਇਹ ਵਿਅਰਥ ਹੈ, ਤਣਾਅਪੂਰਨ ਹੈ, ਅੰਦਰੂਨੀ ਹੈ, ਜਾਂ ਫਿਰ ਗੈਰ ਜ਼ਰੂਰੀ ਹੈ। ਇਹਦੇ 'ਚ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਸੀ। ਤਾਂ ਇੱਕ ਜਿਹੜਾ ਪ੍ਰੇਰਨਾ ਇਸ ਨੂੰ ਅੰਦਰੂਨੀ ਤੱਤ ਮੰਨੀ ਹੈ। ਅਤੇ ਇੱਕ ਗੱਲ ਹੋਰ, ਨੀਡਸ ਆਫ ਹਾਇਰਾਰਕੀ ਨਾ ਭੁੱਲ ਜਾਓ ਮੈਸਲੋ ਦੀ। ਠੀਕ ਹੈ, ਤਾਂ ਇਸ ਦੇ ਵਿੱਚ ਮੈਸਲੋ ਕੀ ਕਰਦਾ ਹੈ, 5 ਸਟੇਜਾਂ ਦੱਸਦਾ। ਪਹਿਲੀ ਸਟੇਜ ਦੇ ਵਿੱਚ ਉਹ ਫਿਜ਼ੀਓਲੋਜੀਕਲ ਨੀਡਸ ਦੀ ਗੱਲ ਕਰਦਾ ਹੈ, ਫਿਰ ਠੀਕ ਹੈ, ਫਿਰ ਉਹ ਸੇਫਟੀ ਦੀ ਗੱਲ ਕਰਦਾ ਹੈ, ਅਤੇ ਕਹਿ ਸਕਦੇ ਹਾਂ ਬਿਲੋਂਗਿੰਗਨੈਸ ਦੀ ਗੱਲ ਕਰਦਾ ਹੈ, ਇਸਟੀਮ ਦੀ ਗੱਲ ਕਰਦਾ ਹੈ, ਸੈਲਫ ਐਕਚੁਅਲਾਈਜੇਸ਼ਨ ਦੀ ਗੱਲ ਕਰਦਾ ਹੈ। ਲਓ ਆਪਾਂ ਨੇ ਨੀਡਸ ਆਫ ਹਾਇਰਾਰਕੀ ਵੀ ਡਿਸਕਸ ਕਰ ਲਈ ਅਬਰਾਹਿਮ ਮੈਸਲੋ ਦੀ। ਠੀਕ ਹੈ ਜੀ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਸਿੱਖਿਆ ਦੀ ਬਾਲ ਪ੍ਰਣਾਲੀ, ਯਾਨੀ ਕਿ ਕਿੰਡਰਗਾਰਟਨ ਦਾ ਅਰਥ ਛੋਟੇ ਬੱਚਿਆਂ ਦਾ ਬਾਗ। ਇਹ ਧਾਰਨਾ ਹੇਠ ਦਿੱਤਿਆਂ ਵਿੱਚੋਂ ਕਿਸ ਨੇ ਦਿੱਤੀ ਸੀ? ਤਾਂ ਦੇਖੋ ਜੀ ਕਿੰਡਰਗਾਰਟਨ ਦਾ ਜਿਹੜਾ ਸੰਕਲਪ ਸੀ ਇਹ ਆਪਾਂ ਕਹਿ ਸਕਦੇ ਹਾਂ ਫਰੋਬਲ ਨੇ ਦਿੱਤਾ ਸੀ। ਠੀਕ ਹੈ, ਤਾਂ ਇਸ ਦੇ ਵਿੱਚ ਇੱਕ ਨਾਮ ਹੈਨਰੀ ਕੁੱਕ ਦਾ ਵੀ ਆ ਜਾਂਦਾ। ਠੀਕ ਹੈ, ਥੋੜ੍ਹਾ ਜਿਹਾ ਉਹਨੂੰ ਵੀ ਮਾਈਂਡ ਦੇ ਵਿੱਚ ਫਿੱਟ ਰੱਖਿਓ। ਠੀਕ ਹੈ, ਫਰੋਬਲ ਨੇ ਕਿੰਡਰਗਾਰਟਨ ਦੀ ਗੱਲ ਕੀਤੀ ਹੈ, ਪਲੇ ਵੇ ਮੈਥਡ ਦੀ ਗੱਲ ਕੀਤੀ ਹੈ। ਠੀਕ ਹੈ, ਤਾਂ ਇਹ ਚਾਈਲਡ ਸੈਂਟਰਡ ਚੀਜ਼ਾਂ ਨਹੀਂ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਕੁਐਸਚਨ ਨੰਬਰ 22 ਤੁਹਾਡੇ ਸਾਹਮਣੇ ਜੀ, ਪਿਆਜੇ ਸਿਧਾਂਤ ਵਿੱਚ, ਜੋ ਪਿਆਜੇ ਨੇ ਬੌਧਿਕ ਸਿਧਾਂਤ ਦਿੱਤਾ, ਉਹਦੇ 'ਚ ਪਰੀ ਆਪਰੇਸ਼ਨਲ ਕਹਾਉਂਦਾ ਹੈ ਕਿਉਂ ਕਹਿੰਦੇ ਆਪਾਂ ਇਹਨੂੰ ਪਰੀ ਆਪਰੇਸ਼ਨਲ? ਬੱਚੇ ਪੂਰਵ ਦ੍ਰਿੜ ਹਨ, ਜਾਂ ਫਿਰ ਬੱਚੇ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਦੀ ਸਮਰੱਥਾ ਵਿੱਚ ਮਹਾਰਤ ਹਾਸਲ ਨਹੀਂ ਕੀਤੀ, ਜਾਂ ਫਿਰ ਬੱਚੇ ਪੂਰਵ ਨਿਯੋਜਿਤ ਹਨ, ਜਾਂ ਉਪਰੋਕਤ ਸਾਰੇ। ਤਾਂ ਦੇਖੋ ਜੀ ਇਹਦੇ ਵਿੱਚ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਕੀ ਰਹੇਗੀ, ਬੱਚੇ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਦੀ ਸਮਰੱਥਾ
ਵਿੱਚ ਮਹਾਰਤ ਹਾਸਲ ਨਹੀਂ ਕੀਤੀ, ਮਤਲਬ ਕਿ ਆਪਰੇਸ਼ਨਲ ਤੋਂ ਪਰੀ ਇਹ ਹੈ ਮਤਲਬ ਪਹਿਲਾਂ, ਠੀਕ ਹੈ ਵੀ ਹਾਲੇ ਹਾਸਲ ਕੀਤੀ ਨਹੀਂ, ਠੀਕ ਹੈ। ਤਾਂ ਆਪਣੇ ਕੋਲ ਵੀ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 23 ਤੁਹਾਡੇ ਸਾਹਮਣੇ ਹੈ। ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣਾ ਮੁਹਾਵਰੇ ਦਾ ਅਰਥ, ਨਾਲ ਆਪਾਂ ਨੇ ਪੰਜਾਬੀ ਦੇ ਵਿੱਚ ਐਡ ਕੀਤੇ ਨੇ, ਇੰਗਲਿਸ਼ ਪੈਡਾਗੋਜੀ ਵੀ ਐਡ ਕੀਤੀ ਹੈ, ਸਭ ਚੀਜ਼ਾਂ ਮਿਕਸ ਕੀਤੀਆਂ ਨੇ ਤਾਂ ਕਿ ਮਤਲਬ ਵਧੀਆ ਜਿਹਾ ਮਾਹੌਲ ਬਣਿਆ ਰਹੇ। ਤਾਂ ਥੋੜ੍ਹੇ ਸ਼ਬਦਾਂ ਵਿੱਚ ਬਹੁਤਾ ਕੁਝ ਕਹਿਣਾ, ਤਾਂ ਇਹੀ ਕੀ ਹੋ ਜਾਊਗਾ, ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੋ ਜਾਊਗਾ। ਆਪਸ਼ਨ ਬੀ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ 23 ਦਾ ਵੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 24, ਪਾਠ ਪੁਸਤਕਾਂ ਵਿੱਚ ਚਿੱਤਰ ਹੋਣੇ ਚਾਹੀਦੇ ਹਨ, ਕਿਉਂ ਹੋਣੇ ਚਾਹੀਦੇ ਨੇ ਦੱਸੋ। ਵੀ ਇਹ ਇੱਕ ਪੁਰਾਣੀ ਪਰੰਪਰਾ ਤਾਂ ਹੋਣੇ ਚਾਹੀਦੇ ਨੇ, ਜਾਂ ਫਿਰ ਚਿੱਤਰ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ ਨੇ, ਜਾਂ ਫਿਰ ਚਿੱਤਰ ਨੇੜੇ ਪਾਠ ਦੀ ਸ਼ੋਭਾ ਵਧਾਉਂਦੇ ਨੇ, ਬੱਚਿਆਂ ਨੂੰ ਵਧੀਆ ਲੱਗਦੇ ਨੇ। ਤਾਂ ਇਹਨਾਂ 'ਚੋਂ ਕਿਹੜੀ ਆਪਸ਼ਨ ਹੈ, ਤਾਂ ਵਧੀਆ ਤਾਂ ਉਹਨਾਂ ਨੂੰ ਬਹੁਤ ਕੁਛ ਲੱਗਦਾ, ਉਹਨੂੰ ਵਧੀਆ ਤਾਂ ਇਹ ਵੀ ਲੱਗਦਾ ਵੀ ਉਹਨਾਂ ਨੂੰ ਕਿਤਾਬਾਂ ਪੜ੍ਹਾਓ ਹੀ ਨਾ, ਠੀਕ ਹੈ। ਤਾਂ ਫਿਰ ਵੀ ਆਪਾਂ ਪੜ੍ਹਾ ਰਹੇ ਹਾਂ ਨਾ, ਤਾਂ ਇਹਦੇ ਵਿੱਚ ਸ਼ੋਭਾ ਵੀ ਕੋਈ ਵੱਡੀ ਗੱਲ ਨਾ ਹੋਈ, ਠੀਕ ਹੈ। ਤਾਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਕੀ ਰਹੇਗੀ ਜੀ, ਕਿ ਇਹ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ ਨੇ। ਫੋਰ ਐਗਜ਼ਾਮਪਲ ਬੱਚਾ ਕੋਈ ਚੀਜ਼ ਪੜ੍ਹ ਰਿਹਾ, ਉਸ ਦਾ ਮੰਨ ਕੇ ਚੱਲੋ ਧਨ ਦੀ ਗੱਲ ਹੈ, ਪੈਸੇ ਦੀ ਗੱਲ ਹੈ, ਤਾਂ ਉਹਨੂੰ ਮਤਲਬ ਪੈਸੇ ਦੀ ਕੋਈ ਫੋਟੋ ਦਿਖਾਤੀ ਹੈ ਨਾ, ਵੀ ਫੋਟੋ ਲੱਗੀ ਹੋਈ ਹੈ ਪੈਸੇ ਦੀ, ਕੋਈ ਬੰਦਾ ਖੜਿਆ ਪੈਸੇ ਲਈ, ਤਾਂ ਉਹ ਚੀਜ਼ਾਂ ਨੂੰ ਦੇਖ ਸਕੂਗਾ ਬੱਚਾ ਵੀ ਅੱਛਾ ਇਹ ਮਾਇਆ ਜਾਲ ਇਹ, ਠੀਕ ਹੈ। ਤਾਂ ਇਸ ਤਰ੍ਹਾਂ ਉਹ ਸਮਝ ਸਕੂਗਾ, ਮੂਰਤੀਮਾਨ ਚੀਜ਼ਾਂ ਨੂੰ ਕਰ ਸਕੂਗਾ। ਆਪਸ਼ਨ 20 ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਇੱਕ ਕੁਐਸਚਨ ਹੋਰ ਘੈਂਟ ਜਿਹਾ, ਆਪਣੇ ਕੋਲ ਪਈ ਚੀਜ਼ ਨੂੰ ਲੱਭਦੇ ਫਿਰਨਾ ਦੇ ਆਧਾਰ 'ਤੇ ਕਿਹੜਾ ਅਖਾਣ ਢੁਕਵਾਂ ਹੈ, ਤਾਂ ਇਹਦਾ ਰਾਈਟ ਆਨਸਰ ਹੋ ਜਾਵੇਗਾ ਕੁੱਛੜ, ਕੁੜੀ, ਸ਼ਹਿਰ ਢੰਡੋਰਾ। ਤਾਂ ਦੇਖੋ ਜੀ ਇਹਦੇ ਵਿੱਚ ਸਮਝੋ ਕੀ ਹੁੰਦਾ, ਕਈ ਵਾਰ ਤੁਸੀਂ ਉਰਾਂ ਪਰਾਂ ਟੌਪਿਕ ਲੱਭਦੇ ਫਿਰਦੇ ਹੁੰਦੇ ਹੋ, ਭਾਈ ਆਪਣੇ ਚੈਨਲ ਦੇ ਹੁੰਦੇ ਨੇ, ਠੀਕ ਹੈ। ਤਾਂ ਉਹ ਗੱਲ ਹੋ ਜਾਂਦੀ ਹੈ ਵੀ ਕੁੱਛੜ, ਕੁੜੀ, ਸ਼ਹਿਰ ਢੰਡੋਰਾ, ਠੀਕ ਹੈ। ਤਾਂ ਇਹਦੇ 'ਤੇ ਇੱਕ ਕਹਾਵਤ ਵੀ ਬਣਾ ਲਿਓ ਕੋਈ। ਨੈਕਸਟ ਕੁਐਸਚਨ ਹੈ ਜੀ, ਚੂੜੀਆਂ ਵੇਚਣ ਵਾਲੀ ਨੂੰ ਕੀ ਕਿਹਾ ਜਾਂਦਾ, ਠੀਕ ਹੈ। ਪੰਜਾਬੀ ਦਾ ਆਪਾਂ ਇੱਕ ਸਿੰਪਲ ਜਿਹਾ ਕੁਐਸਚਨ ਲੈ ਲਿਆ, ਵਣਜਾਰਾ, ਠੀਕ ਹੈ। ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਇਹਦੇ ਵਿੱਚ ਇੰਗਲਿਸ਼ ਪੈਡਾਗੋਜੀ ਦੇ ਅਕੋਰਡਿੰਗ ਲਈਏ ਇਹ ਕੁਐਸਚਨ ਲਿਏਗਾ। ਤਾਂ ਇਹਦੇ 'ਚ ਦੱਸੋ ਵੀ ਕਿਹੜੀ ਚੀਜ਼ ਜਿਹੜੀ ਉਹ ਕਰੈਕਟ ਨਹੀਂ ਹੈ। ਡਰਾਮਾਟਾਈਜੇਸ਼ਨ ਆਲਸੋ ਇਨਵੋਲਵਸ ਸਰਟੇਨ ਸਬ ਸਕਿੱਲ, ਗੱਲ ਤਾਂ ਸਹੀ ਹੈ। ਨੈਕਸਟ ਗੱਲ ਕਰਦੇ ਹਾਂ, ਰਿਮੀਡੀਅਲ ਟੈਸਟਸ ਆਰ ਕੁਰੇਟਿਵ। ਨੈਕਸਟ ਗੱਲ ਹੈ, ਰਿਮੀਡੀਅਲ ਟੀਚਿੰਗ ਡਜ਼ ਨਾਟ ਕਵਰ ਬੋਥ ਰਿਸੈਪਸ਼ਨ ਐਂਡ ਐਕਸਪ੍ਰੈਸ਼ਨ ਆਬਜੈਕਟਸ। ਤਾਂ ਇਹ ਗੱਲ ਹੈ ਜਿਹੜੀ ਨਾਟ ਕਰੈਕਟ ਹੈ, ਨਾਟ ਕਰੈਕਟ ਮਤਲਬ ਫਾਲਸ ਦੱਸਣੀ ਸੀ, ਤਾਂ ਇਹਨਾਂ ਨੇ ਡਜ਼ ਨਾਟ ਲਿਖ ਰੱਖਿਆ ਨਾ, ਤਾਂ ਇਸ ਤਰੀਕੇ ਨਾਲ ਇਹ ਗੱਲ ਹੈ ਜਿਹੜੀ ਆਪਣੇ ਕੋਲ ਫਾਲਸ ਹੋ ਗਈ, ਯਾਨੀ ਕਿ ਨਾਟ ਕਰੈਕਟ ਹੋ ਗਈ। ਇਹ ਚੀਜ਼ ਆਪਾਂ ਨੇ ਕੀ ਕਰਨੀ ਸੀ, ਇੱਥੇ ਸਿਲੈਕਟ ਕਰਨੀ ਸੀ। ਲਿਟਰੇਸੀ ਐਪਰੀਸੀਏਸ਼ਨ ਇਜ਼ ਆਲਸੋ ਏ ਸਬ ਸਕਿੱਲ ਆਫ ਡਰਾਮਾਟਾਈਜੇਸ਼ਨ, ਇਹ ਵੀ ਗੱਲ ਠੀਕ ਹੈ। ਤਾਂ ਆਪਣੇ ਕੋਲ ਸੀ ਆਪਸ਼ਨ ਇਸ ਵਿੱਚ ਸਾਡਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ, ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 28 ਤੁਹਾਡੇ ਸਾਹਮਣੇ, ਇਨ ਵਿਚ ਸਟੇਜ ਆਫ ਰਾਈਟਿੰਗ ਐਕਸਰਸਾਈਜ਼ ਦਾ ਫਾਈਨਲ ਪ੍ਰੋਡਕਟ ਇਜ਼ ਲਿੰਗੁਇਸਟਿਕਲੀ ਡੈਟਰਮਾਈਨਡ ਬਾਈ ਦਾ ਟੀਚਰ। ਤਾਂ ਦੇਖੋ ਜੀ ਇਸ ਦੇ ਵਿੱਚ 4 ਆਪਸ਼ਨ ਦਿੱਤੀਆਂ ਗਈਆਂ ਨੇ, ਤਾਂ 28 ਦਾ ਰਾਈਟ ਆਨਸਰ ਜਿਹੜਾ ਇਹ ਆਪਾਂ ਨੇ ਸਿਲੈਕਟ ਕਰਨਾ ਹੈਗਾ। ਕੰਟਰੋਲਡ ਰਾਈਟਿੰਗ, ਗਾਈਡਡ ਰਾਈਟਿੰਗ, ਜਾਂ ਫਿਰ ਕ੍ਰੀਏਟਿਵ ਰਾਈਟਿੰਗ, ਜਾਂ ਫਿਰ ਫਰੀ ਰਾਈਟਿੰਗ। ਇਹਦੇ ਵਿੱਚੋਂ ਬੈਸਟ ਆਪਸ਼ਨ ਆਪਣੇ ਕੋਲ ਹੋਏਗੀ ਜੀ ਫਸਟ, ਕੰਟਰੋਲਡ ਰਾਈਟਿੰਗ, ਠੀਕ ਹੈ। 28 ਦਾ ਇਹ ਆਪਸ਼ਨ ਸਾਡੇ ਕੋਲ ਰਾਈਟ ਆਨਸਰ ਹੋ ਜਾਵੇਗਾ। A language teacher should assess the child on basis of his or her। ਤਾਂ ਦੇਖੋ ਜੀ ਕੰਪਰੀਹੈਂਸ਼ਨ ਆਫ what he or she listens to reads, ਮਤਲਬ ਕਿ ਲਿਸਨਿੰਗ ਅਤੇ ਰੀਡਿੰਗ, ਠੀਕ ਹੈ। ਐਬਿਲਿਟੀ ਟੂ ਐਕਸਪ੍ਰੈਸ ਸਪੀਚ ਐਂਡ ਰਾਈਟਿੰਗ ਦਾ ਦੇਖੋ, ਜੇ ਆਪਾਂ ਗੱਲ ਕਰੀਏ ਪਹਿਲੀ ਅਤੇ ਦੂਸਰੀ ਆਪਸ਼ਨ ਦੇ ਵਿੱਚ 4 ਸਕਿੱਲਸ ਨੇ ਜਿਹੜੀਆਂ ਉਹ ਸ਼ਾਮਲ ਹੋ ਗਈਆਂ, ਹੈ ਨਾ। ਆਪਾਂ ਜੇ ਸਿੱਧੇ ਤਰੀਕੇ ਨਾਲ ਮੰਨੀਏ ਵੀ LSRW ਫੁੱਲ ਹੋ ਗਿਆ, ਮਤਲਬ ਕਿ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ ਸਭ ਦੋਨੇ ਆਪਸ਼ਨਾਂ ਦੇ ਵਿੱਚ ਕਵਰ ਹੋ ਰਹੀਆਂ ਨੇ, ਹੈ ਨਾ। ਕਿਉਂਕਿ ਟੀਚਰ ਜਦੋਂ ਉਹਨਾਂ ਨੂੰ ਅਸੈਸ ਕਰੂਗਾ ਤਾਂ ਉਹਨਾਂ ਨੂੰ ਪਰਖ ਰਿਹਾ, ਅਸੈਸ ਕਰ ਰਿਹਾ, ਉਹਨਾਂ ਦਾ ਮੁਲਾਂਕਣ ਕਰ ਰਿਹਾ, ਤਾਂ ਉਹ 4 ਸਕਿੱਲਸ ਦੇਖੂਗਾ ਨਾ, ਸਿਰਫ ਇੱਕ ਸਕਿੱਲ ਦੇ ਉੱਤੇ ਫੋਕਸ ਕਰ ਹੀ ਨਹੀਂ ਸਕਦਾ। ਤਾਂ 4 ਸਕਿੱਲਾਂ ਦੇਖੂਗਾ ਜੋ ਕਿ ਆਪਸ਼ਨ A ਅਤੇ B ਦੇ ਵਿੱਚ ਕਵਰ ਹੋਣਗੀਆਂ। ਤਾਂ D ਆਪਸ਼ਨ ਸਾਡੇ ਕੋਲ ਕੀ ਹੋ ਜਾਊਗਾ ਜੀ, ਇਹਦੇ ਵਿੱਚ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਫਾਲਸ ਦੱਸਣਾ ਆਪਾਂ ਨੇ। ਵਾਈਲ ਅਸੈਸਿੰਗ ਦਾ ਚਾਈਲਡ ਵੀ ਮਸਟ ਕੰਪੇਅਰ ਦਾ ਪਰਫੋਰਮੈਂਸ ਆਫ ਚਾਈਲਡ ਓਨਲੀ ਵਿਦ ਹਿਜ਼ ਔਰ ਹਰ ਓਨ ਪਰਫੋਰਮੈਂਸ।
ਇਹ ਗੱਲ ਤਾਂ ਸਹੀ ਹੈ, ਆਪਾਂ ਨੇ ਫਾਲਸ ਦੱਸਣੀ ਹੈ ਨਾ ਵੀ ਮਤਲਬ ਉਹ ਖੁਦ ਦੀ ਜਿਹੜੇ ਜਿਸ ਬੱਚੇ ਨੂੰ ਆਪਾਂ ਅਸੈਸ ਕਰ ਰਹੇ ਹਾਂ ਹੈ ਨਾ, ਤਾਂ ਉਸ ਦੀ ਪਰਫੋਰਮੈਂਸ ਨਾਲ ਵੀ ਬੱਚੇ ਪਹਿਲਾਂ ਤਾਂ ਇਹ ਕੀਤਾ ਸੀ, ਇਸ ਵਾਰ ਇਹ ਕੀਤਾ ਵਧੀਆ ਕੀਤਾ, ਇਹ ਘਟੀਆ ਕੀਤਾ, ਉਹਨੂੰ ਖੁਦ ਨਾਲ ਹੀ ਕੰਪੇਅਰ ਕੀਤਾ ਜਾ ਸਕਦਾ। ਸਹੀ ਗੱਲ ਹੈ। ਵਨ ਐਕਟੀਵਿਟੀ ਕੈਨ ਨਾਟ ਯੂਟੀਲਾਈਜ਼ ਦਾ ਅਸੈਸਿੰਗ ਮੈਨੀ ਐਬਿਲਿਟੀਜ਼, ਤਾਂ ਇਹਦੇ ਵਿੱਚ ਇਹ ਗੱਲ ਗਲਤ ਹੈ। ਮਤਲਬ ਕਹਿੰਦੇ ਇੱਕ ਐਕਟੀਵਿਟੀ ਜਿਹੜੀ ਉਹ ਕਾਫੀ ਐਬਿਲਿਟੀਜ਼ ਨੂੰ ਅਸੈਸ ਨਹੀਂ ਕਰ ਸਕਦੀ, ਤਾਂ ਇਹ ਗੱਲ ਗਲਤ ਹੈ। ਕਰ ਸਕਦੀ ਹੈ ਅਸੈਸ, ਹੈ ਨਾ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਵੀ ਆਪਸ਼ਨ ਸਾਡੇ ਕੋਲ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 31, ਵਿਚ ਆਫ ਫੋਲੋਇੰਗ ਸਿਸਟਮ ਆਫ ਲੈਂਗੁਏਜ ਇਜ਼ ਟੋਟਲੀ ਰੂਲ ਬਾਊਂਡ, ਮਤਲਬ ਕਿ ਕਹਿ ਸਕਦੇ ਹਾਂ ਵੀ ਰੂਲ ਨੇ, ਰੂਲਾਂ ਦੀਆਂ ਬੰਦਿਸ਼ਾਂ ਨੇ ਕਿ ਇਹਦੇ ਵਿੱਚ। ਠੀਕ ਹੈ, ਤਾਂ ਦੇਖੋ ਸਾਊਂਡ ਜਾਂ ਤਾਂ ਸਿਸਟਮ ਆਉਣਾ ਸੀ ਇੱਥੇ, ਸਾਊਂਡ ਸਿਸਟਮ। ਠੀਕ ਹੈ, ਤਾਂ ਸਾਊਂਡ ਸਿਸਟਮ ਹੈ ਕੋਈ, ਮਤਲਬ ਬੱਚੇ ਨੂੰ ਆਪਾਂ ਧੁਨੀਆਂ ਦਾ ਗਿਆਨ ਦੇ ਰਹੇ ਹਾਂ ਹੈ ਨਾ, ਤਾਂ ਉਹ ਚੀਜ਼ਾਂ ਦੱਸ ਨੇ, ਤਾਂ ਉਹ ਟੋਟਲੀ ਰੂਲ ਦੇ ਉੱਤੇ ਬੇਸਡ ਨੇ। ਠੀਕ ਹੈ, ਉਹਨਾਂ ਦੇ 'ਚ ਰੂਲ ਹੁੰਦੇ ਨੇ। ਠੀਕ ਹੈ, ਵਰਡ ਫਾਰਮੇਸ਼ਨ ਮਤਲਬ ਸ਼ਬਦ ਬਣਾਉਣੇ ਸਿੱਖ ਰਿਹਾ ਬੱਚਾ। ਠੀਕ ਹੈ, ਤਾਂ ਉਹ ਚੀਜ਼ ਵੀ ਰੂਲ ਦੇ ਉੱਤੇ ਬੇਸਡ ਹੈ। ਠੀਕ ਹੈ, ਇਸੇ ਤਰ੍ਹਾਂ ਸੈਂਟੈਂਸ ਦਾ ਸਟਰਕਚਰ ਬਣਾ ਰਿਹਾ ਬੱਚਾ, ਉਹ ਵੀ ਰੂਲ ਦੇ ਉੱਤੇ ਬੇਸਡ ਹੈ। ਤਾਂ ਇਹਨਾਂ ਸਾਰਿਆਂ ਦੇ ਵਿੱਚ ਹੀ ਰੂਲ ਨੇ ਜਿਹੜੇ ਉਹ ਸਟ੍ਰਿਕਟਲੀ ਬਾਊਂਡ ਹੁੰਦੇ ਨੇ, ਆਪਾਂ ਇਹ ਕਹਿ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ। ਉਪਰੋਕਤ ਸਾਰੀਆਂ ਚੀਜ਼ਾਂ ਹੀ ਸਹੀ ਨੇ, ਆਲ ਆਫ ਅਬਵ ਵਾਲੀ ਆਪਸ਼ਨ ਸਾਡੇ ਕੋਲ ਰਾਈਟ ਹੋਵੇਗੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 32, ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੇਰਨਾ ਚੱਕਰ ਯਾਨੀ ਕਿ ਮੋਟੀਵੇਸ਼ਨ ਸਰਕਲ ਨਾਲ ਸੰਬੰਧਿਤ ਨਹੀਂ ਹੈ। ਤਾਂ ਦੇਖੋ ਨੀਡ ਹੈਗੇ ਹੈ, ਮੋਟੀਵੇਸ਼ਨ ਸਰਕਲ ਦੇ ਵਿੱਚ ਆਉਂਦਾ ਨੀਡ, ਤਾਂ ਅਰਾਊਜ਼ਲ ਵੀ ਆਉਂਦਾ ਹੈ, ਡਰਾਈਵ ਵੀ ਆਉਂਦਾ, ਇਮੋਸ਼ਨ ਨਹੀਂ ਆਉਂਦਾ। ਆਪਣੇ ਕੋਲ ਸੀ ਆਪਸ਼ਨ ਸਾਡੇ ਕੋਲ ਕੀ ਹੋ ਜਾਊਗਾ, ਰਾਈਟ ਆਨਸਰ ਹੋ ਜਾਊਗਾ। ਮੋਟੀਵੇਸ਼ਨ ਸਰਕਲ 'ਚ ਇਹ ਚੀਜ਼ਾਂ ਆਪਾਂ ਨੇ ਕਿਤੇ ਡਿਸਕਸ ਨਹੀਂ ਕੀਤੀਆਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਐਸਚਨ ਨੰਬਰ 33, ਕਿਹੜੇ ਪ੍ਰਯੋਜਨਾਂ ਨੂੰ ਪ੍ਰਾਥਮਿਕ ਪ੍ਰਯੋਜਨ ਯਾਨੀ ਕਿ ਪ੍ਰਾਇਮਰੀ ਮੋਟਿਵ ਕਿਹਾ ਜਾਂਦਾ ਹੈ। ਤਾਂ ਦੇਖੋ ਸਰੀਰਕ ਵਿਗਿਆਨਿਕ ਪ੍ਰਯੋਜਨ ਨੇ ਜਿਹੜੇ, ਆਪਾਂ ਇਹਨਾਂ ਨੂੰ ਪ੍ਰਾਇਮਰੀ ਮੰਨਦੇ ਹਾਂ। ਇਹਦੇ 'ਚ ਨੀਂਦ ਆ ਗਈ, ਪਿਆਸ ਆ ਗਈ, ਭੁੱਖ ਹੈ ਨਾ, ਭੁੱਖ ਪਿਆਸ ਨੀਂਦ। ਠੀਕ ਹੈ, ਇਹ ਸਭ ਚੀਜ਼ਾਂ ਇਹਦੇ 'ਚ ਆ ਗਈਆਂ। ਬਾਇਓਲੋਜੀਕਲ ਨੀਡਸ ਵੀ ਇਹਦੇ 'ਚ ਆ ਗਈਆਂ। ਠੀਕ ਹੈ, ਇਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖੋਗੇ। ਬਾਕੀ ਚੀਜ਼ਾਂ ਜਿਹੜੀਆਂ ਬਾਅਦ ਦੀਆਂ ਗੱਲਾਂ ਨੇ ਹੈ ਨਾ, ਮਨੋਵਿਗਿਆਨਿਕ ਸਮਾਜਿਕ ਬਾਅਦ ਦੀਆਂ ਚੀਜ਼ਾਂ ਨਹੀਂ, ਆਪਾਂ ਫਿਜ਼ੀਕਲ ਨੀਡਸ ਨੇ ਜਿਹੜੀਆਂ, ਪ੍ਰਯੋਜਨ ਨੇ ਜਿਹੜੇ ਆਪਣੇ ਫਿਜ਼ੀਓਲੋਜੀਕਲ ਕਹਿ ਸਕਦੇ ਹਾਂ ਮੋਟਿਵਸ ਨੇ, ਉਹ ਪ੍ਰਾਇਮਰੀ ਨੇ, ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ 'ਤੇ ਗਿਣਦੇ ਹਾਂ। ਠੀਕ ਹੈ, ਤਾਂ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਲਓ ਪ੍ਰਾਇਮਰੀ ਪ੍ਰਯੋਜਨ ਦੀਆਂ ਐਗਜ਼ਾਮਪਲ ਨਹੀਂ ਪੁੱਛ ਲਈਆਂ ਇਹਨਾਂ ਨੇ, ਪ੍ਰਾਇਮਰੀ ਪ੍ਰਯੋਜਨ ਨਹੀਂ ਪੁੱਛੇ ਇਹਨਾਂ ਨੇ। ਠੀਕ ਹੈ, ਤਾਂ ਪ੍ਰਾਇਮਰੀ ਪ੍ਰਯੋਜਨ ਕਿਹੜਾ ਨਹੀਂ ਹੈਗਾ, ਦੇਖੋ ਭੁੱਖ, ਭੁੱਖ ਨੂੰ ਆਪਾਂ ਪ੍ਰਾਇਮਰੀ 'ਚ ਰੱਖਦੇ ਹਾਂ। ਹੁਣੇ ਗੱਲ ਕਰਕੇ ਹਟਿਆ ਪਿਆ, ਲਿੰਗ ਨਿਕਾਸ, ਤਾਂ ਇਹ ਸਭ ਚੀਜ਼ਾਂ ਪ੍ਰਾਇਮਰੀ ਦੇ ਵਿੱਚ ਆਉਂਦੀਆਂ ਨੇ, ਤਾਂ ਆਪਾਂ ਨੇ ਦੱਸਣਾ ਸੀ ਪ੍ਰਾਇਮਰੀ ਨਹੀਂ ਹੈ। ਤਾਂ ਆਪਣੇ ਕੋਲ ਵੀ ਆਪਸ਼ਨ ਸਾਡੇ ਕੋਲ ਕੀ ਹੋਗਾ ਜੀ, ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤਰੀਕੇ ਨਾਲ 34 ਨੰਬਰ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਬੀ ਹੋਏਗਾ। ਇਸ ਤੋਂ ਬਾਅਦ ਸਮਝਦੇ ਹਾਂ ਜੀ ਪ੍ਰਸ਼ਨ ਨੰਬਰ ਆਪਣੇ ਕੋਲ 35 ਹੈ। ਲਓ ਮੈਸਲੋ ਬਾਰੇ ਵੀ ਪੁੱਛੇ ਲਿਆ, ਫਿਰ ਆਪਾਂ ਮੈਸਲੋ ਨੂੰ ਆਪਾਂ ਡਿਸਕਸ ਵੀ ਕਰ ਚੁੱਕੇ ਹਾਂ। ਮੈਸਲੋ ਜੇ ਹਾਇਰਾਰਕੀ ਆਫ ਨੀਡਸ, ਮੈਸਲੋ ਦਾ ਜੋ ਦਰਜੇਬੰਦੀ ਦਾ ਸਿਧਾਂਤ ਹੈ, ਹੇਠ ਲਿਖਿਆਂ ਵਿੱਚੋਂ ਕਿਸ ਚੀਜ਼ ਨੂੰ ਸ਼ਾਮਲ ਨਹੀਂ ਕਰਦਾ। ਗਿਆਨ, ਸਰੀਰਕ ਕਿਰਿਆ ਸੰਬੰਧੀ ਲੋੜਾਂ, ਜਾਂ ਫਿਰ ਸੁਰੱਖਿਆ, ਜਾਂ ਫਿਰ ਕਹਿ ਸਕਦੇ ਹਾਂ ਨੇੜਤਾ। ਇਹਦੇ 'ਚੋਂ ਗਿਆਨ ਨੂੰ ਨਹੀਂ ਇਹ ਕਵਰ ਕਰਦਾ। ਠੀਕ ਹੈ, ਤਾਂ ਇਹ ਤਾਂ ਕਾਹਦੀ ਗੱਲ ਕਰਦਾ ਬੇਸਿਕਲੀ ਹੈ ਨਾ, ਇਹ ਗੱਲ ਕਰਦਾ ਸਰੀਰਕ ਕਿਰਿਆ ਯਾਨੀ ਕਿ ਫਿਜ਼ੀਓਲੋਜੀਕਲ ਕਹਿ ਸਕਦੇ ਹਾਂ, ਫਿਜ਼ੀਓਲੋਜੀਕਲ ਨੀਡਸ ਦੀ ਗੱਲ ਕਰਦਾ ਹੈ, ਸੇਫਟੀ ਨੀਡ ਦੀ ਗੱਲ ਕਰਦਾ ਹੈ, ਨੇੜਤਾ ਯਾਨੀ ਕਿ ਬਿਲੋਂਗਿੰਗਨੈਸ ਕਹਿ ਸਕਦੇ ਹਾਂ। ਇਹ ਤਿੰਨ ਚੀਜ਼ਾਂ ਦੀ ਤਾਂ ਗੱਲ ਇਹਨੇ ਕੀਤੀ ਹੈ। ਠੀਕ ਹੈ, ਤਾਂ 5 ਚੀਜ਼ਾਂ ਦੀ ਗੱਲ ਕੀਤੀ ਹੈ, ਸਟੀਮ ਦੀ ਵੀ ਇਹ ਗੱਲ ਕਰਦਾ ਹੈ। ਠੀਕ ਹੈ, ਸੈਲਫ ਐਕਚੁਲਾਈਜੇਸ਼ਨ ਦੀ ਗੱਲ ਕਰਦਾ ਹੈ, ਤਿੰਨ ਇਹਨਾਂ ਦੀ ਗੱਲ ਕਰਦਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਗਿਆਨ ਦੇ ਵਿੱਚ ਇਹਨੇ ਕੋਈ ਐਡੀ ਖਾਸ ਗੱਲ ਗਿਆਨ ਬਾਰੇ ਨਹੀਂ ਕਹੀ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਆਪਸ਼ਨ ਜਿਹੜੀ ਸਟੇਜ 'ਚ ਉਹ ਸਿਲੈਕਟ ਕਰ ਲਈ ਹੈ, ਇਹ ਸਾਡਾ ਇਸ ਸਟੇਜ 'ਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 36, ਤਾਂ 36 ਨੰਬਰ ਪ੍ਰਸ਼ਨ ਹੈਗਾ, ਮੈਸਲੋ ਦਾ ਜ਼ਰੂਰਤ ਦਾ ਸਿਧਾਂਤ ਯਾਨੀ ਕਿ ਮੈਸਲੋ ਜੀ ਹਾਇਰਾਰਕੀ ਆਫ ਨੀਡਸ ਦੀ ਸ਼ੁਰੂਆਤ ਵਿੱਚ ਕਿਹੜੀਆਂ ਜ਼ਰੂਰਤਾਂ ਦੀ ਗੱਲ ਕੀਤੀ ਗਈ ਹੈ। ਤਾਂ ਇਹ ਆਪਾਂ ਕਾਫੀ ਵਾਰ ਹੁਣ ਵੀ ਡਿਸਕਸ ਕਰ ਚੁੱਕੇ ਹਾਂ ਨਾ। ਸਭ ਤੋਂ ਨੀਚੇ ਇਹ ਹਾਇਰਾਰਕੀ ਦੇ ਵਿੱਚ ਪਹਿਲੇ ਨੰਬਰ ਦੇ ਇੱਥੇ ਕੀ ਰੱਖਦਾ ਸੀ, ਸਰੀਰਕ ਲੋੜਾਂ ਨੂੰ ਯਾਨੀ ਕਿ ਫਿਜ਼ੀਓਲੋਜੀਕਲ ਨੀਡਸ ਨੂੰ ਇਹ ਪਹਿਲੇ ਮਤਲਬ ਹਾਇਰਾਰਕੀ ਦੇ ਵਿੱਚ ਸਭ ਤੋਂ ਨੀਚੇ ਰੱਖਿਆ ਹੈ। ਠੀਕ ਹੈ, ਤਾਂ ਇਹ ਕੀ ਨੇ, ਆਪਣੀਆਂ ਬੇਸਿਕਲ ਨੀਡਸ ਨੇ, ਤਾਂ ਇਹਨਾਂ ਤੋਂ ਸ਼ੁਰੂਆਤ ਇਸਨੇ ਕੀਤੀ ਹੈ। ਠੀਕ ਹੈ, ਤਾਂ ਸਰੀਰਕ ਇਸ 'ਤੇ ਰਾਈਟ ਆਨਸਰ ਹੋ ਜਾਏਗਾ। 36 ਦਾ ਰਾਈਟ ਆਨਸਰ ਆਪਸ਼ਨ ਏ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 37, ਸਿੱਖਿਆ ਦੇ ਅੰਤਰ, ਸਿੱਖਣ ਦੇ ਕਹਿਣਾ ਸੀ ਹੈ ਨਾ, ਸਿੱਖਿਆ ਦੀ ਨਹੀਂ, ਸਿੱਖਣ ਦੇ ਅੰਤਰਦ੍ਰਿਸ਼ਟੀ ਸਿਧਾਂਤ ਯਾਨੀ ਕਿ ਇਨਸਾਈਟ ਲਰਨਿੰਗ ਥਿਊਰੀ ਦਾ ਸਭ ਤੋਂ ਪਹਿਲਾਂ ਪ੍ਰਤੀਪਾਦਨ ਕਿਸ ਦੁਆਰਾ ਕੀਤਾ ਗਿਆ ਸੀ।
ਤਾਂ ਪ੍ਰਤੀਪਾਦਨ ਕਿਸ ਨੇ ਕੀਤਾ ਸੀ? ਤਾਂ ਦੇਖੋ ਜੀ 4 ਆਪਸ਼ਨ ਦਿੱਤੀਆਂ ਗਈਆਂ ਨੇ, ਕੋਲਰ, ਸਕਿਨਰ, ਬਰੂਨਰ ਜਾਂ ਫਿਰ ਪਿਆਜੇ। ਤਾਂ ਦੇਖੋ ਜੀ ਇਹਦੇ 'ਚ ਜੋ ਰਾਈਟ ਆਨਸਰ ਹੈ ਸਾਡੇ ਕੋਲ ਇਹ ਹੋ ਜਾਵੇਗਾ ਕੋਲਰ। ਸਿੰਪਲ ਜੀ ਗੱਲ ਹੈ, ਠੀਕ ਹੈ। ਤਾਂ ਇਹਨੇ ਚੁਪੈਂਜੀ ਦੇ ਉੱਤੇ ਸਿਧਾਂਤ ਕੀਤੇ ਸੀ, ਇਸ ਚੀਜ਼ ਨੂੰ ਤੁਸੀਂ ਯਾਦ ਰੱਖੋਗੇ। ਅਤੇ ਇੱਕ ਗੱਲ ਹੋਰ, ਇੱਥੇ ਇੱਕ ਤਾਂ ਵਰਦੀਨੀਰ ਦਾ ਨਾਂ ਆ ਜਾਂਦਾ, ਇੱਕ ਕੌਫਕਾ ਦਾ ਨਾਂ ਆ ਜਾਂਦਾ ਅਤੇ ਇੱਕ ਕੋਲਰ ਦਾ। ਇਹ ਤਿੰਨਾਂ ਦੇ ਨਾਮ ਇੰਪੋਰਟੈਂਟ ਨੇ, ਗੈਸਟਾਲਟਵਾਦ ਵਾਲੇ ਨੇ ਇਹ, ਇਹਨਾਂ ਨੂੰ ਧਿਆਨ ਦੇ 'ਚ ਰੱਖਿਓ, ਠੀਕ ਹੈ। ਤਾਂ ਇਹ ਕੀ ਗੱਲ ਕਰਦੇ ਸੀ? ਇਨਸਾਈਟ ਲਰਨਿੰਗ ਦੀ ਗੱਲ ਕਰਦੇ ਸੀ, ਮਤਲਬ ਕਿ ਅੰਤਰਦ੍ਰਿਸ਼ਟੀ ਨਾਲ ਸਿੱਖਣ ਦੀ ਗੱਲ ਇਹ ਕਰਦੇ ਸੀ। ਨੈਕਸਟ ਕੁਐਸਚਨ ਨੰਬਰ 38 ਹੈ ਜੀ, ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਤਾਂ ਇਹ ਵਿਚਾਰ ਸੰਬੰਧਿਤ ਹੈ, ਕਿਸ ਸਿਧਾਂਤ ਦੇ ਨਾਲ ਸੰਬੰਧਿਤ ਹੈ, ਠੀਕ ਹੈ। ਤਾਂ ਦੇਖੋ ਜੀ ਪਰਸਪਰ ਸੰਬੰਧ ਦੇ ਸਿਧਾਂਤ ਨਾਲ, ਜਾਂ ਫਿਰ ਨਿਰੰਤਰਤਾ ਦੇ ਸਿਧਾਂਤ ਨਾਲ, ਜਾਂ ਫਿਰ ਕੁੰਡਲੀ ਨੂਮਾ, ਜਾਂ ਫਿਰ ਬਰਾਬਰਤਾ ਦਾ ਸਿਧਾਂਤ। ਇਹਦੇ ਵਿੱਚੋਂ ਸਾਡੇ ਕੋਲ ਰਾਈਟ ਆਨਸਰ ਹੋ ਜਾਵੇਗਾ ਨਿਰੰਤਰਤਾ ਦਾ ਸਿਧਾਂਤ ਦੀ ਗੱਲ ਹੈ। ਮਤਲਬ ਕਿ ਕੰਟੀਨਿਊਅਸ ਚੱਲਦਾ ਹੈ ਨਾ, ਵੀ ਜਿਹੜਾ ਡਿਵੈਲਪਮੈਂਟ ਹੈ ਇਹ ਕਿਹਾ ਨਹੀਂ ਜਾਂਦਾ ਵੀ ਇਹ ਮਤਲਬ ਕਿ ਭਰੂਣ ਤੋਂ ਸ਼ੁਰੂ ਹੋ ਜਾਂਦਾ ਹੈ ਨਾ, ਵੀ ਜਦੋਂ ਗਰਭ ਅਵਸਥਾ ਤੋਂ ਸ਼ੁਰੂ ਹੋ ਕੇ ਮੌਤ ਤੱਕ ਚੱਲਦਾ, ਇਹਨੂੰ ਬੌਂਬ ਟੂ ਟੌਂਬ ਵੀ ਕਿਹਾ ਜਾਂਦਾ ਹੈ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਯਾਦ ਰੱਖੋਗੇ। ਅਤੇ ਇਹ ਮਤਲਬ ਇਹਦੇ ਬਾਰੇ ਅਲੱਗ-ਅਲੱਗ ਚੀਜ਼ਾਂ ਨੇ, ਕਿਹਾ ਜਾਂਦਾ ਪੰਗੂੜੇ ਤੋਂ ਸ਼ੁਰੂ ਹੋ ਕੇ ਮੌਤ ਤੱਕ ਚੱਲਦਾ ਹੈ ਨਾ, ਵੀ ਗਰਭ ਤੋਂ ਲੈ ਕੇ ਕਬਰ ਤੱਕ ਚੱਲਦਾ ਹੈ। ਮਤਲਬ ਅਲੱਗ-ਅਲੱਗ ਟਰਮਾਂ ਨੇ, ਕੁੱਲ ਮਿਲਾ ਕੇ ਗੱਲ ਇਹ ਹੈ ਵੀ ਇਹ ਰੁਕਦਾ ਹੀ ਨਹੀਂ, ਕੰਟੀਨਿਊਅਸ ਚੱਲਦਾ ਹੀ ਰਹਿੰਦਾ ਹੈ, ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ, ਮਤਲਬ ਕਿ ਇਹ ਕੰਟੀਨਿਊਅਸ ਦਾ ਇਹਦਾ ਇੱਕ ਸਿਧਾਂਤ ਹੈ, ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਯਾਦ ਰੱਖੋਗੇ। ਬਾਕੀ ਚੀਜ਼ਾਂ ਵੀ ਆਪਾਂ ਗੱਲ ਕਰ ਲੈਂਦੇ ਹਾਂ। ਪਰਸਪਰ ਸੰਬੰਧ ਦਾ ਮਤਲਬ ਇਹ ਹੈ ਵੀ ਸਭ ਚੀਜ਼ਾਂ ਮਿਕਸ ਹੋ ਕੇ ਇੰਟੀਗ੍ਰੇਟ ਹੋ ਕੇ ਕੰਮ ਕਰਦੀਆਂ ਨੇ। ਕੁੰਡਲੀ ਨੂਮਾ ਦਾ ਮਤਲਬ ਇਹ ਹੈ ਵੀ ਐਵੇਂ ਚੱਲਦਾ ਹੀ ਵਿੰਗਾ ਟੇਢਾ ਹੋ ਕੇ ਚੱਲਦਾ ਰਹਿੰਦਾ, ਇਹ ਤਾਂ ਬਾਹਲੇ ਵਿੰਗ ਟੇਢੇ ਹੋ ਗਏ ਹੈ ਨਾ, ਤਾਂ ਐਂ ਚੱਲਦਾ ਹੀ ਰਹਿੰਦਾ ਇਹ, ਠੀਕ ਹੈ। ਮਤਲਬ ਕਿ ਇਹ ਇੱਕ ਲੀਨੀਅਰ ਨਹੀਂ ਹੈਗਾ, ਕਹਿ ਸਕਦੇ ਵੀ ਐਂ ਨਹੀਂ ਹੈਗਾ ਵੀ ਸਿੱਧੀ ਰੇਖਾ ਚੱਲੂਗਾ, ਇਹ ਸਿੱਧੀ ਰੇਖਾ 'ਚ ਨਹੀਂ ਚੱਲਦਾ, ਕਦੇ ਉੱਪਰ ਕਦੇ ਥੱਲੇ ਹੁੰਦਾ ਹੀ ਰਹਿੰਦਾ, ਠੀਕ ਹੈ। ਇਹ ਮਤਲਬ ਹੈ। ਅਤੇ ਬਰਾਬਰਤਾ ਦੀ ਕੋਈ ਐਡੀ ਖਾਸ ਗੱਲ ਇਹਦੇ 'ਚ ਨਹੀਂ ਹੈਗੀ, ਵੈਸੇ ਹੀ ਆਪਸ਼ਨ ਇਹ ਸੈੱਟ ਕੀਤੀ ਗਈ ਸੀ। ਤਾਂ ਇਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 39 ਤੁਹਾਡੇ ਸਾਹਮਣੇ ਹੈਗਾ, ਉਪਭਾਸ਼ਾ ਕਿਸ ਨੂੰ ਕਹਿੰਦੇ ਹਨ? 4 ਆਪਸ਼ਨ ਦਿੱਤੀਆਂ ਗਈਆਂ ਨੇ, ਇਹਨਾਂ 'ਚ ਜੋ ਰਾਈਟ ਆਨਸਰ ਹੈ ਉਹ ਤੁਸੀਂ ਨਾਲ ਦੀ ਨਾਲ ਲਿਖੋ, ਠੀਕ ਹੈ। ਅਤੇ ਦੇਖੋ ਜੀ ਇਸ ਦੇ ਵਿੱਚ ਕੀ ਹੈ, ਜੋ ਸਮੁੱਚੇ ਪੰਜਾਬ ਵਿੱਚ ਬੋਲੀ ਜਾਂਦੀ ਹੈ, ਜੋ ਕਿਸੇ ਖਾਸ ਖਿੱਤੇ 'ਚ ਬੋਲੀ ਜਾਂਦੀ ਹੈ, ਕਿਸੇ ਰਾਜ ਵਿੱਚ ਬੋਲੀ ਜਾਂਦੀ ਹੈ, ਜਿਸ ਰਾਹੀਂ ਪੁਸਤਕਾਂ ਲਿਖੀਆਂ ਜਾਂਦੀਆਂ ਨੇ। 4 ਆਪਸ਼ਨ ਦਿੱਤੀਆਂ ਗਈਆਂ ਸੀ, ਫਟਾਫਟ ਇਸ ਦਾ ਰਾਈਟ ਆਨਸਰ ਜਿਹੜਾ ਆਪਾਂ ਸਿਲੈਕਟ ਕਰਦੇ ਹਾਂ, ਜੋ ਕਿਸੇ ਖਾਸ ਖਿੱਤੇ ਨਾਲ ਸੰਬੰਧਿਤ ਹੈ। ਸਾਡੇ ਮਾਲਵੇ ਖਿੱਤੇ ਨਾਲ ਸੰਬੰਧ ਕੀ ਹੈ? ਮਲਵਈ, ਠੀਕ ਹੈ। ਪੁਆਧ ਨਾਲ ਸੰਬੰਧਿਤ ਪੁਆਧੀ, ਠੀਕ ਹੈ। ਮਾਝੀ ਨਾਲ ਸੰਬੰਧਿਤ ਮਾਝੀ। ਤਾਂ ਜਦ ਕਿ ਪੰਜਾਬੀ ਸਾਰੇ ਪੰਜਾਬ ਵਿੱਚ ਹੀ ਹੈ, ਠੀਕ ਹੈ। ਤਾਂ ਪੰਜਾਬੀ ਕੀ ਹੈ? ਭਾਸ਼ਾ ਹੈ। ਅਤੇ ਉਪਭਾਸ਼ਾ ਕੀ ਹੁੰਦੀ ਹੈ? ਉਸ ਦਾ ਛੋਟਾ ਰੂਪ ਹੈ, ਜੋ ਕਿ ਕਿਸੇ ਇੱਕ ਖਾਸ ਖਿੱਤੇ ਨਾਲ, ਖਿੱਤੇ ਮਤਲਬ ਖੇਤਰ ਨਾਲ ਸੰਬੰਧਿਤ, ਇੱਕ ਖਾਸ ਖੇਤਰ ਨਾਲ ਸੰਬੰਧਿਤ ਇਹ ਹੁੰਦੀ ਹੈ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ, ਅੰਤਰਦ੍ਰਿਸ਼ਟੀ ਯਾਨੀ ਕਿ ਇਨਸਾਈਟ ਲਰਨਿੰਗ ਦੀ ਗੱਲ ਆ ਗਈ, ਠੀਕ ਹੈ। ਤਾਂ ਅੰਤਰਦ੍ਰਿਸ਼ਟੀ ਕਹਿ ਲਓ ਇਹਨੂੰ। ਤਾਂ ਕਿ ਸਿੱਖਣ ਦੇ ਨਿਯਮ ਕਿਹੜੇ ਨੇ? ਤਾਂ ਸੰਪੂਰਨ ਇਕਾਈ ਦਾ ਨਿਯਮ ਯਾਨੀ ਕਿ ਹੋਲ ਦੀ ਗੱਲ ਕੀਤੀ ਜਾਂਦੀ ਹੈ ਇੱਥੇ, ਹੋਲ ਯੂਨਿਟ ਦੀ, ਠੀਕ ਹੈ। ਤਾਂ ਹੋਲ ਦੀ ਗੱਲ ਕੀਤੀ ਜਾਂਦੀ ਹੈ। ਸਥਾਨ ਅੰਤਰਨ ਦਾ ਨਿਯਮ, ਟਰਾਂਸਫਰ ਦਾ ਨਿਯਮ ਇਸ 'ਤੇ ਆਉਂਦਾ ਹੈ, ਬਿਲਕੁਲ। ਸਮਾਨਤਾ ਦਾ ਨਿਯਮ ਵੀ ਆਉਂਦਾ ਹੈ, ਨੇੜਤਾ ਦਾ ਨਿਯਮ ਵੀ ਇਸ 'ਤੇ ਆਉਂਦਾ ਹੈ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਇਸ 'ਤੇ ਕਵਰ ਹੁੰਦੀਆਂ ਨੇ। ਤਾਂ ਆਪਣੇ ਕੋਲ ਡੀ ਆਪਸ਼ਨ ਜਿਹੜਾ ਇਹ ਆਪਾਂ ਸਿਲੈਕਟ ਕਰ ਲਾਂਗੇ। ਉਪਰੋਕਤ ਸਭ ਹੀ ਨੇ ਜਿਹੜੇ ਇਹ ਇਨਸਾਈਟ ਲਰਨਿੰਗ ਦੇ ਨਿਯਮ ਹੋ ਸਕਦੇ ਨੇ, ਹੈਗੇ ਨੇ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇਹ ਕੀ ਹੋ ਜਾਊਗਾ ਜੀ, ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਾਅਦ ਆਪਣੇ ਕੋਲ ਪ੍ਰਸ਼ਨ ਆ ਗਿਆ ਜੀ 41 ਨੰਬਰ। 41 ਨੰਬਰ ਪ੍ਰਸ਼ਨ ਕੀ ਆਖ ਰਿਹਾ ਹੈ, ਸੁਰੱਖਿਆ, ਪਛਾਣ, ਮੈਂਬਰਸ਼ਿਪ, ਪਿਆਰ, ਸਵਰਾਜ ਕਿਸ ਪ੍ਰਕਾਰ ਦੇ ਪ੍ਰਯੋਜਨ ਨੇ? ਮਤਲਬ ਕਿ ਵਿਅਕਤੀ ਕੀ ਚਾਹੁੰਦਾ ਹੈ ਕਿ ਮੈਨੂੰ ਸੁਰੱਖਿਆ ਮਿਲੇ, ਮੈਨੂੰ ਪਛਾਣ ਮਿਲੇ, ਯਾਨੀ ਕਿ ਇਹਨੂੰ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਸੁਰੱਖਿਆ ਮਤਲਬ ਉਹ ਸੇਫਟੀ ਚਾਹੁੰਦਾ ਹੈ, ਰਿਕੋਗਨੀਸ਼ਨ ਚਾਹੁੰਦਾ ਹੈ, ਮੈਂਬਰਸ਼ਿਪ ਚਾਹੁੰਦਾ, ਮੈਂਬਰਸ਼ਿਪ ਕਵਾਂਗੇ, ਲਵ ਚਾਹੁੰਦਾ ਹੈ। ਉਸ ਤੋਂ ਨਾਲ ਸਵਰਾਜ ਮਤਲਬ ਉਹ ਫਰੀਡਮ ਚਾਹੁੰਦਾ ਹੈ, ਠੀਕ ਹੈ। ਤਾਂ ਇਹ ਸਭ ਆਪਾਂ ਕਹਿ ਸਕਦੇ ਹਾਂ। ਤਾਂ ਇਹ ਸਭ ਚੀਜ਼ਾਂ ਦੀ ਗੱਲ ਕਦੋਂ ਕਰੂਗਾ? ਜਿਹਦੀਆਂ ਬੇਸਿਕਲੀ ਨੀਡਸ ਪੂਰੀਆਂ ਹੋ ਗਈਆਂ। ਹੁਣ ਉਹਨੂੰ ਪਛਾਣ ਦੇ ਵਾਸਤੇ ਕੀ ਮਤਲਬ ਕਹਿ ਸਕਦੇ, ਉਹਨੂੰ ਪਛਾਣ ਬਣਾਉਣ ਦੀ ਕੀ ਲੋੜ ਹੈ? ਜਿਹੜਾ ਰੋਟੀ ਕਿ ਨਹੀਂ ਭੁੱਖਾ ਮਰਨ ਲੱਗ ਰਿਹਾ, ਇਹਦਾ ਮਤਲਬ ਉਹਦੀਆਂ ਸਰੀਰਕ ਲੋੜਾਂ ਮਤਲਬ ਕਹਿ ਲਓ ਪ੍ਰਾਇਮਰੀ ਮੋਟਿਵ ਨੇ ਜਿਹੜੇ ਉਹ ਪੂਰੇ ਹੋ ਗਏ। ਤਾਂ ਉਸ ਦੇ ਵਿੱਚ ਇਹ ਕੀ ਆ ਗਏ, ਸਮਾਜਿਕ ਮੋਟਿਵ ਆ ਗਏ, ਯਾਨੀ ਕਿ ਸਮਾਜਿਕ ਪ੍ਰਯੋਜਨ ਕਹਿ ਸਕਦੇ, ਯਾਨੀ ਕਿ ਸੋਸ਼ਲ ਮੋਟਿਵ ਕਹਿ ਸਕਦੇ ਇਹਨਾਂ ਨੂੰ ਆਪਾਂ, ਠੀਕ ਹੈ। ਤਾਂ ਆਪਣੇ ਕੋਲ ਕੀ ਹੋ ਜਾਊਗਾ, ਆਪਸ਼ਨ ਸੀ ਇਸ 'ਤੇ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਹ ਉਹ ਨੀਡਾਂ ਨੇ, ਮਤਲਬ ਇਹ ਉਹ ਮੋਟਿਵ ਨੇ, ਇੱਦਾਂ ਯਾਦ ਕਰਿਆ ਕਰੋ ਇਹਨਾਂ ਨੂੰ, ਵੀ ਜਿੰਨਾ ਵੀ ਜੇ ਇਹ ਨਾ ਮਿਲੇ ਵਿਅਕਤੀ ਨੂੰ ਤਾਂ ਉਸ ਦੀ ਮੌਤ ਤਾਂ ਨਹੀਂ ਹੁੰਦੀ, ਪਰ ਭੁੱਖ ਹੈ ਜੀ, ਰੋਟੀ ਨਾ ਮਿਲੀ ਤਾਂ ਉਸ ਦੀ ਮੌਤ ਹੋ ਸਕਦੀ ਹੈ, ਸਮਝ ਕੇ ਉਹਨੂੰ ਸਾਹ ਨਾ ਮਿਲਿਆ ਮੌਤ ਹੋ ਸਕਦੀ ਹੈ। ਤਾਂ ਇਹ ਉਹ ਚੀਜ਼ਾਂ ਪ੍ਰਾਇਮਰੀ 'ਚ ਆ ਜਾਂਦੀਆਂ ਨੇ ਜਿਹੜੀਆਂ ਬਿਨਾਂ ਵਿਅਕਤੀ ਮਰ ਵੀ ਸਕਦਾ ਹੈ, ਠੀਕ ਹੈ। ਇਹਨਾਂ ਬਿਨਾਂ ਮਰਦਾ ਨਹੀਂ, ਵੱਧੋ ਵੱਧ ਉਹ ਦੁਖੀ ਹੋ ਜਾਊਗਾ, ਠੀਕ ਹੈ। ਅਤੇ ਇਹ ਸਭ ਗੱਲਾਂ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ 42 ਨੰਬਰ ਕੁਐਸਚਨ, ਪ੍ਰਾਪਤੀ ਦੀ ਲੋੜ ਯਾਨੀ ਕਿ ਨੀਡ ਫॉर ਅਚੀਵਮੈਂਟ। ਇਹ ਆਪਣੇ ਆਪ 'ਚ ਇੱਕ ਟਰਮ ਹੈ, ਠੀਕ ਹੈ। ਉਦਮਕਰਤਾ ਵਾਲੇ ਵਿਅਕਤੀਆਂ ਵਿੱਚ ਜ਼ਿਆਦਾ ਹੁੰਦੀ ਹੈ, ਜੋ ਜ਼ਿੰਮੇਵਾਰੀ ਦੇ ਕੰਮਾਂ 'ਤੇ ਖਤਰਾ ਲੈਣ ਵਾਲੇ ਹੁੰਦੇ ਹਨ। ਕਿਸ ਗੱਲ ਦੀ ਹਮਾਇਤ, ਕਿਹੜੇ, ਇਸ ਗੱਲ ਦੀ, ਇੱਥੇ ਇਸ ਆਉਣਾ ਸੀ,
ਇਸ ਗੱਲ ਦੀ ਹਮਾਇਤ ਕਿਹੜੇ ਮਨੋਵਿਗਿਆਨਕਾਂ ਨੇ ਕੀਤੀ ਹੈ। ਤਾਂ ਦੇਖੋ ਸਿੰਪਲ ਜੀ ਗੱਲ ਇਹਦੇ 'ਚ ਕੀ ਕਹਿ ਰਹੇ ਨੇ, ਕਹਿੰਦੀ ਜੋ ਵਿਅਕਤੀ ਜਿੰਨੇ ਜ਼ਿਆਦਾ ਖਤਰੇ ਲੈ ਸਕਦਾ ਹੈ ਉਹ ਓਨਾ ਹੀ ਜ਼ਿਆਦਾ ਸਿੱਖ ਸਕਦਾ ਹੈ, ਠੀਕ ਹੈ, ਓਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਪ੍ਰਾਪਤ ਕਰ ਸਕਦਾ ਹੈ। ਮਤਲਬ ਕਿ ਨੀਡ ਫੋਰ ਅਚੀਵਮੈਂਟ ਦਾ ਮਤਲਬ ਇਹ ਹੈ ਵੀ ਜੇ ਇਹਨੂੰ ਜ਼ਿਆਦਾ ਲੋੜ ਹੈ ਵੀ ਮੈਂ ਪ੍ਰਾਪਤ ਕਰਨਾ ਹੈ, ਉਹ ਜ਼ਿਆਦਾ ਪ੍ਰਾਪਤ ਕਰ ਲਊਗਾ। ਜਿੰਨੀ ਜ਼ਿਆਦਾ ਮਤਲਬ ਉਹ 'ਚ ਪ੍ਰੇਰਨਾ ਹੈ, ਮਤਲਬ ਕਹਿ ਸਕਦੇ ਹਾਂ ਵੀ ਨੀਡ ਹੈ, ਓਨੀ ਜ਼ਿਆਦਾ ਉਹ ਪ੍ਰਾਪਤੀ ਕਰਦਾ। ਮੋਟੀਵੇਸ਼ਨ ਦੇ ਵਿੱਚੋਂ ਲਈ ਗਈ ਇਹ ਚੀਜ਼। ਤਾਂ ਇਹਦੇ 'ਚ ਕਹਿ ਸਕਦੇ ਹਾਂ ਮੈਕਲੀਲੈਂਡ ਅਤੇ ਐਟਕਿਨਸਨ ਦੋਨੋਂ ਗੱਲ ਕਰਦੇ ਨੇ। ਤਾਂ ਆਪਣੇ ਕੋਲ ਸੀ ਆਪਸ਼ਨ ਰਾਈਟ ਆਨਸਰ ਹੋ ਜਾਏਗਾ। ਤਾਂ ਦੋਨੋਂ ਨੇ ਰਲ ਮਿਲ ਕੇ ਇੱਕ ਸਿਧਾਂਤ ਦਿੱਤਾ ਸੀ, ਠੀਕ ਹੈ, ਜਿਸ ਦੇ ਵਿੱਚ ਇਹ ਗੱਲ ਮਤਲਬ ਆਪਾਂ ਉਸ ਬੇਸ 'ਤੇ ਇਹ ਗੱਲ ਕਹਿ ਰਹੇ ਹਾਂ, ਠੀਕ ਹੈ ਜੀ। ਅਤੇ ਇਹਨਾਂ ਦੋਨਾਂ ਦੇ ਨਾਮ ਇਸ 'ਤੇ ਜਾਣਗੇ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ 43 ਨੰਬਰ ਪ੍ਰਸ਼ਨ। ਹੇਠ ਲਿਖਿਆਂ ਵਿੱਚੋਂ ਕਿਹੜੀ ਬਾਹਰੀ ਪ੍ਰੇਰਨਾ ਯਾਨੀ ਕਿ ਕਹਿ ਸਕਦੇ ਹਾਂ ਐਕਸਟ੍ਰਿੰਸਿਕ ਮੋਟੀਵੇਸ਼ਨ ਦੀ ਉਦਾਹਰਨ ਨਹੀਂ ਹੈ। ਨਹੀਂ ਨੂੰ ਧਿਆਨ ਨਾਲ ਪਕੜਿਆ ਕਰੋ, ਠੀਕ ਹੈ। ਤਾਂ ਨਹੀਂ ਹੈ ਇਨਾਮ। ਇਨਾਮ ਬਾਹਰੀ ਹੋ ਸਕਦਾ, ਆਪਾਂ ਨੂੰ ਕੋਈ ਕਹੇ ਵੀ ਇਨਾਮ ਮਿਲੂਗਾ ਇਹ ਕੰਮ ਕਰ ਤਾਂ ਆਪਾਂ ਕਰਦੇ ਹਾਂ, ਇਹ ਕੀ ਹੈ ਬਾਹਰੀ ਹੈ। ਧਨ ਵੀ ਬਾਹਰੀ ਹੈ, ਨੌਕਰੀ ਬਾਹਰੀ ਚੀਜ਼ ਹੈ, ਠੀਕ ਹੈ। ਤਾਂ ਆਪਣੇ ਕੋਲ ਸਿਰਫ ਇੱਕੋ ਆਪਸ਼ਨ ਹੈ ਡੀ, ਬੱਚਾ ਪੁਸਤਕਾਂ ਦੀ ਪਿਆਰ ਕਰਕੇ ਪੜ੍ਹਦਾ ਹੈ। ਤਾਂ ਇਹ ਕੀ ਹੈ, ਉਸ ਦੀ ਮਤਲਬ ਅੰਦਰੂਨੀ ਪ੍ਰੇਰਨਾ ਹੈ। ਤਾਂ ਇਹ ਬਾਹਰੀ ਦੇ ਵਿੱਚ ਸ਼ਾਮਲ ਨਹੀਂ ਹੈ, ਤਾਂ ਆਪਾਂ ਨਹੀਂ ਦੱਸਣੀ ਸੀ। ਤਾਂ ਆਪਣੇ ਕੋਲ ਡੀ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 44। ਥੋਰਨਡਾਈਕ ਅਨੁਸਾਰ ਕਿਹੜਾ ਸਿੱਖਣ ਦਾ ਸੈਕੰਡਰੀ ਨਿਯਮ ਨਹੀਂ ਹੈ। ਸੈਕੰਡਰੀ ਨਹੀਂ ਪੁੱਛਿਆ ਇਹਨਾਂ ਨੇ, ਠੀਕ ਹੈ। ਇਹਦਾ ਮਤਲਬ ਤਿੰਨ ਨੇ ਜਿਹੜੇ ਉਹ ਸੈਕੰਡਰੀ ਹੋਣਗੇ, ਇੱਕ ਨਹੀਂ ਹੁੰਦਾ। ਨਵੀਨਤਾ ਦਾ ਨਿਯਮ ਸੈਕੰਡਰੀ ਹੈ। ਅਪਣੰਤ ਦਾ ਨਿਯਮ ਯਾਨੀ ਕਿ ਲਾ ਆਫ ਬਿਲੋਂਗਿੰਗਨੈਸ ਕੀ ਹੈ, ਸੈਕੰਡਰੀ ਹੈ। ਤਤਪਰਤਾ ਦੇ ਨਿਯਮ ਨੂੰ ਆਪਾਂ ਪ੍ਰਾਇਮਰੀ 'ਚ ਗਿਣਦੇ ਹਾਂ। ਤਾਂ ਇਹੀ ਤਾਂ ਆਪਾਂ ਨੂੰ ਦੱਸਣਾ ਸੀ ਵੀ ਸੈਕੰਡਰੀ ਕਿਹੜਾ ਨਹੀਂ ਹੈਗਾ। ਤਾਂ ਤਤਪਰਤਾ ਦਾ ਨਿਯਮ ਜਿਹੜਾ ਇਹ ਸੈਕੰਡਰੀ ਨਹੀਂ ਹੈਗਾ, ਠੀਕ ਹੈ ਜੀ। ਤਾਂ ਉਤੇਜਕ ਦੀ ਤੀਬਰਤਾ ਇਹ ਵੀ ਆਪਾਂ ਸੈਕੰਡਰੀ 'ਚ ਗਿਣਦੇ ਹਾਂ। ਤਾਂ ਹੁਣ ਗੱਲ ਚੱਲ ਪਈ ਪ੍ਰਾਇਮਰੀ ਲਾ ਦੀ, ਠੀਕ ਹੈ। ਥੋਰਨਡਾਈਕ ਦੁਆਰਾ ਇਹ ਦਿੱਤੇ ਗਏ ਸੀ। ਤਾਂ ਪ੍ਰਾਇਮਰੀ ਦੇ ਵਿੱਚ ਇੱਕ ਤਾਂ ਗੱਲ ਕਰਦਾ ਇਹ ਲਾ ਆਫ ਐਕਸਰਸਾਈਜ਼ ਦੀ, ਠੀਕ ਹੈ, ਲਾ ਆਫ ਇਫੈਕਟ ਦੀ, ਠੀਕ ਹੈ। ਅਤੇ ਇੱਕ ਇਫੈਕਟ ਦੀ ਗੱਲ ਕਰ ਗਿਆ ਅਤੇ ਐਕਸਰਸਾਈਜ਼ ਦੀ ਗੱਲ ਕਰ ਗਿਆ। ਕਿਹੜੀ ਸੀ ਇਹ, ਇੱਕ ਵਾਰ ਦੇਖਦੇ ਹਾਂ। ਇਹ ਦੇਖੋ, ਇੱਕ ਤਾਂ ਦੇਖੋ ਇਫੈਕਟ ਦੀ ਗੱਲ ਹੋ ਗਈ ਅਤੇ ਇੱਕ ਐਕਸਰਸਾਈਜ਼ ਦੀ ਗੱਲ ਹੋ ਗਈ, ਇੱਕ ਰੈਡੀਨੈਸ ਦੀ ਗੱਲ ਹੋ ਗਈ। ਤਾਂ ਇਹ ਤਿੰਨ ਨੇ ਜਿਹੜੇ ਇਸ 'ਤੇ ਪ੍ਰਾਇਮਰੀ ਨੇ, ਠੀਕ ਹੈ। ਤਾਂ ਉੱਥੇ ਆਪਾਂ ਨੇ ਪ੍ਰਾਇਮਰੀ ਹੀ ਸਿਲੈਕਟ ਕਰਨਾ ਸੀ, ਮਤਲਬ ਕਿ ਬਾਕੀ ਸਾਰੇ ਨੇ ਜਿਹੜੇ ਉਹ ਸੈਕੰਡਰੀ ਦਿੱਤੇ ਹੋਏ ਨੇ। ਇਹਨੂੰ ਤੁਸੀਂ ਧਿਆਨ ਦੇ 'ਚ ਰੱਖਿਓ, ਕੁਐਸਚਨ ਇਹਨਾਂ 'ਤੇ ਕਾਫੀ ਵਾਰ ਬਣੇ ਹੈ, ਠੀਕ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਇਹਦੀ ਵੀ ਬਣ ਜਾਊਗਾ, ਠੀਕ ਹੈ। ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਬਣੇਗਾ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। ਆਪਾਂ ਪਹੁੰਚ ਰਹੇ ਸੀ ਇੱਥੇ। ਤਾਂ ਆਪਾਂ ਨੇ 44ਵਾਂ ਕੁਐਸਚਨ ਜਿਹੜਾ ਇਹ ਕੰਪਲੀਟ ਕਰ ਲਿਆ ਜੀ, ਠੀਕ ਹੈ। ਤਾਂ ਇਹਦਾ ਸੀ ਆਪਸ਼ਨ ਜਿਹੜਾ ਇਹ ਰਾਈਟ ਆਨਸਰ ਆਉਣਾ ਸੀ, ਠੀਕ ਹੈ। ਤਾਂ ਰੈਡੀਨੈਸ ਦੀ ਗੱਲ ਕਰਦਾ ਇਸ ਤਰੀਕੇ ਨਾਲ ਇਹ ਪ੍ਰਾਇਮਰੀ ਨਿਯਮ ਨੇ ਇਸ 'ਤੇ ਥੋਰਨਡਾਈਕ ਦੁਆਰਾ ਜੋ ਸੁਜੈਸਟ ਕੀਤੇ ਗਏ ਨੇ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਾਂਗੇ ਜੀ। ਨੈਕਸਟ ਕੁਐਸਚਨ ਆਪਣੇ ਕੋਲ ਹੈ ਪ੍ਰੇਰਨਾ ਦੇ ਸੰਦਰਭ ਵਿੱਚ ਪ੍ਰਯੋਜਨ ਦੇ ਕਾਰਜ ਦੱਸੋ। ਮਤਲਬ ਕਿ ਆਪਾਂ ਨੇ ਇਹਦੀ ਰਿਫਰੈਂਸ ਦੇ ਰੱਖਣੀ ਹੈ ਕਾਹਦੀ, ਮੋਟੀਵੇਸ਼ਨ ਦੀ, ਵੀ ਪ੍ਰਯੋਜਨ ਦੇ ਕਿਹੜੇ ਕਿਹੜੇ ਕੰਮ ਨੇ। ਤਾਂ ਇਸ ਦਾ ਕੰਮ ਕੀ ਹੈ, ਕਿਰਿਆ ਸ਼ੁਰੂਆਤ ਦੀ ਸ਼ੁਰੂਆਤ ਕਰਨਾ, ਕਿਰਿਆ ਸ਼ੁਰੂ ਕਰਨਾ ਯਾਨੀ ਕਿ ਟੂ ਇਨੀਸ਼ੀਏਟ, ਬਿਲਕੁਲ ਸਹੀ ਹੈ। ਟੂ ਪਰਸਿਸਟ ਮਤਲਬ ਕਿ ਟੀਚੇ ਦੀ ਪ੍ਰਾਪਤੀ ਤੱਕ ਕਹਿ ਸਕਦੇ ਹਾਂ ਵੀ ਕਿਰਿਆ ਜਾਰੀ ਰਹਿੰਦੀ ਹੈ। ਇਹਦੇ ਵਿੱਚ ਉਹ ਆਉਂਦਾ ਵੀ ਦ੍ਰਿੜਤਾ, ਮਤਲਬ ਕਹਿ ਦਿੰਦੇ ਵੀ ਲੱਗੇ ਹੀ ਰਿਹਾ, ਕੋਈ ਹਟੇ ਹੀ ਨਾ, ਲੱਗਿਆ ਹੀ ਰਿਹਾ, ਦ੍ਰਿੜੇ ਰਿਹਾ ਉੱਥੇ, ਠੀਕ ਹੈ। ਤਾਂ ਉਹ ਕੀ ਹੁੰਦਾ, ਪਰਸਿਸਟ ਹੁੰਦਾ। ਇਹ ਵੀ ਪ੍ਰਯੋਜਨ ਦਾ ਕੰਮ ਹੈ। ਅਤੇ ਡਾਇਰੈਕਸ਼ਨ ਦੇਣੀ ਵੀ ਤਾਂ ਪ੍ਰਯੋਜਨ ਦਾ ਕੰਮ ਹੈ। ਇਹ ਸਾਰੇ ਨੇ ਜਿਹੜੇ ਉਹ ਪ੍ਰਯੋਜਨ ਦੇ ਕਾਰਜ ਹੈਗੇ ਨੇ, ਯਾਨੀ ਕਿ ਮੋਟਿਵ ਦੇ ਕੀ ਕਹਿ ਸਕਦੇ ਆਪਾਂ ਕੰਮ ਨੇ, ਠੀਕ ਹੈ, ਫੰਕਸ਼ਨ ਨੇ ਉਹਦੇ, ਇਹ ਆਪਾਂ ਕਹਿ ਸਕਦੇ ਹਾਂ। ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਇਸ ਦੇ ਵਿੱਚ ਅਸੀਂ ਸਿਲੈਕਟ ਕਰਾਂਗੇ। ਤਾਂ 45 ਦਾ ਆਪਣੇ ਕੋਲ ਰਾਈਟ ਆਨਸਰ ਹੋਏਗਾ ਆਪਸ਼ਨ ਡੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 46। ਇੱਕ ਅਧਿਆਪਕ ਦੇ ਰੂਪ ਵਿੱਚ ਤੁਸੀਂ ਵਿਦਿਆਰਥੀ ਨੂੰ ਕਲਾਸ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਲਈ ਪ੍ਰੇਰਿਤ ਕਰਨਾ ਹੈ। ਤੁਸੀਂ ਚਾਹੁੰਦੇ ਹੋ ਵੀ ਉਹ ਪਹਿਲੇ ਨੰਬਰ 'ਤੇ ਆਵੇ, ਉਹਨੂੰ ਮੋਟੀਵੇਟ ਕਰਨਾ ਹੈ, ਠੀਕ ਹੈ। ਤਾਂ ਦੇਖੋ ਉਹਦੇ 'ਚ ਮੋਟੀਵੇਸ਼ਨ ਭਰਨੀ ਹੈ ਤੁਸੀਂ, ਤਾਂ ਤੁਸੀਂ ਕੀ ਕਦਮ ਉਠਾਵੋਗੇ ਇਹ ਦੱਸੋ, ਠੀਕ ਹੈ। ਦਿਨ ਰਾਤ ਕੁੱਟ ਮਾਰ ਕੇ ਪੜ੍ਹਾਓਗੇ ਵੀ ਪੜ੍ਹ, ਕਿਉਂ ਨਹੀਂ ਪੜ੍ਹਦਾ, ਪੜ੍ਹ, ਇਹ ਕਹੋਗੇ। ਜਾਂ ਫਿਰ ਨੌਕਰੀ ਮਿਲਣ ਦਾ ਲਾਲਚ ਦਊਂਗੀ, ਪੜ੍ਹ ਲੈ, ਵਧੀਆ ਨੰਬਰ ਆ ਗਏ, ਨੌਕਰੀ ਮਿਲ ਜੂਗੀ। ਜਾਂ ਫਿਰ ਤੁਸੀਂ ਅੰਦਰੂਨੀ ਪ੍ਰੇਰਨਾ ਪੈਦਾ ਕਰੋਗੇ ਉਸ ਦੇ ਅੰਦਰ, ਜਾਂ ਫਿਰ ਉਪਰੋਕਤ ਸਾਰੇ। ਹੁਣ ਦੇਖੋ ਗੱਲ ਸੁਣੋ, ਮੈਂ ਇਸ ਤਰ੍ਹਾਂ ਦੇ ਕੁਐਸਚਨਾਂ ਦੀ ਇੱਕ ਚੀਜ਼ ਯਾਦ ਰੱਖੋ, ਕੁੱਟਮਾਰ ਤਾਂ ਕਰ ਹੀ ਨਹੀਂ ਸਕਦੇ। RTE 2009 ਅੰਦਰ ਕਰਾ ਦੂਗਾ, ਕੀ ਮੰਗਦੇ ਹੋ। ਤਾਂ ਕੁੱਟਮਾਰ ਤਾਂ ਕਰ ਹੀ ਨਹੀਂ ਸਕਦੇ, ਠੀਕ ਹੈ। ਤਾਂ ਕਰ ਨਹੀਂ ਸਕਦੇ, ਇਹ ਆਪਸ਼ਨ ਕੱਟ ਗਈ, ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਵੀ ਕੱਟ ਗਈ। ਹੁਣ
ਗੱਲ ਆ ਗਈ ਨੌਕਰੀ ਮਿਲਣ ਦਾ ਲਾਲਚ ਬੈਸਟ ਹੈ ਕਿ ਅੰਦਰੂਨੀ ਪ੍ਰੇਰਨਾ। ਨੌਕਰੀ ਮਿਲਣ ਦਾ ਲਾਲਚ ਕਿੰਨੀ ਕੁ ਚਿਰ ਦੇਈ ਚੱਲੋਗੇ, ਹੋ ਸਕਦਾ ਇਸ ਵਾਰ ਟੌਪ ਕਰਾ ਦਿਓ ਤੁਸੀਂ ਉਹ ਲਾਲਚ ਨਾਲ, ਤਾਂ ਅਗਲੀ ਵਾਰ, ਫਿਰ ਅਗਲੀ ਵਾਰ, ਅਗਲੀ ਵਾਰ, ਠੀਕ ਹੈ। ਤਾਂ ਇੱਥੇ ਰੌਲਾ ਪੈ ਜਾਊਗਾ। ਇਹ ਮਤਲਬ ਨੌਕਰੀ ਦੇਣ ਦਾ ਲਾਲਚ ਦੇਣਾ ਕੋਈ ਮਾੜਾ ਨਹੀਂ, ਪਰ ਇਹ ਕੀ ਹੈ, ਬਾਹਰੀ ਪ੍ਰੇਰਨਾ ਹੈ। ਬਾਹਰੀ ਪ੍ਰੇਰਨਾ ਦੇ ਮੁਕਾਬਲੇ ਆਪਣੇ ਕੋਲ ਅੰਦਰੂਨੀ ਪ੍ਰੇਰਨਾ ਵਾਲੀ ਆਪਸ਼ਨ ਸਭ ਤੋਂ ਬੈਸਟ ਹੁੰਦੀ ਹੈ। ਤਾਂ ਅੰਦਰੂਨੀ ਪ੍ਰੇਰਨਾ ਉਸ ਦੇ 'ਚ ਆਪਾਂ ਪੈਦਾ ਕਰਾਂਗੇ, ਠੀਕ ਹੈ। ਤਾਂ ਸੀ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਦੇਖੋ ਦੋਸਤੋ, ਇੱਕ ਤਾਂ ਹੁੰਦੀ ਹੈ ਇੰਟ੍ਰਿੰਸਿਕ ਮੋਟੀਵੇਸ਼ਨ ਯਾਨੀ ਕਿ ਅੰਦਰੂਨੀ, ਠੀਕ ਹੈ, ਅਤੇ ਇੱਕ ਹੁੰਦੀ ਹੈ ਐਕਸਟ੍ਰਿੰਸਿਕ। ਤਾਂ ਜੇਕਰ ਇਹਨਾਂ ਦੇ 'ਚ ਤੁਸੀਂ ਕਨਫਿਊਜ਼ ਹੋ ਜਾਓ ਨਾ, ਤਾਂ ਇਹ ਤਾਂ ਬਾਹਰੀ ਹੈ, ਇਹ ਅੰਦਰੂਨੀ। ਤਾਂ ਇਹਨਾਂ ਦੇ 'ਚੋਂ ਬੈਸਟ ਕਿਹੜੀ ਮੰਨੀ ਜਾਂਦੀ ਹੈ? ਅੰਦਰੂਨੀ। ਬਾਹਰੀ ਨੂੰ ਇੰਨਾ ਪੋਜ਼ੀਟਿਵ ਨਹੀਂ ਮੰਨਿਆ ਜਾਂਦਾ, ਪਰ ਹੈਗੀ ਤਾਂ ਵਧੀਆ ਚੀਜ਼ ਹੈ, ਪਰ ਇੰਨਾ ਪੋਜ਼ੀਟਿਵ ਨਹੀਂ ਹੈਗਾ ਉਹ, ਠੀਕ ਹੈ। ਮਤਲਬ ਹਮੇਸ਼ਾ ਉਸ ਦੀ ਵਰਤੋਂ ਕਰੀ ਜਾਣਾ ਬਾਹਰੀ ਦੀ, ਇਹ ਇੰਨੀ ਪੋਜ਼ੀਟਿਵ ਨਹੀਂ ਮੰਨੀ ਜਾਂਦੀ, ਠੀਕ ਹੈ। ਵੈਸੇ ਦੋਨੇ ਚੀਜ਼ਾਂ ਵਧੀਆ ਤਾਂ ਹੈਗੀਆਂ ਨੇ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕੁਐਸਚਨ ਨੰਬਰ 47 ਆਪਣੇ ਕੋਲ। ਹਰਮਨ ਨੇ ਆਪਣੇ ਘਰ ਵਿੱਚ ਜ਼ਰੂਰੀ ਸਮਾਨ ਲਈ ਆਪਣੇ ਪਿਤਾ ਨੂੰ ਕਿਸੇ ਤੋਂ ਪੈਸੇ ਉਧਾਰ ਲੈਂਦੇ ਹੋਏ ਵੇਖਿਆ। ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਕੋਲ ਜਾ ਕੇ ਘਰ ਵਿੱਚ ਪੈਸੇ ਦੀ ਤੰਗੀ ਦੀ ਘਾਟ ਦੱਸੀ ਅਤੇ ਪੈਸੇ ਕਮਾਉਣ ਦੇ ਤਰੀਕੇ ਪੁੱਛਣ ਲੱਗਾ। ਉਹਨੂੰ ਲੋੜ ਮਹਿਸੂਸ ਹੋਈ, ਉਹਨੂੰ ਯਾਰ ਲੱਗਿਆ ਵੀ ਅਸੀਂ ਬੇਸਿਕ ਚੀਜ਼ਾਂ ਲਈ ਵੀ ਯਾਰ ਪੈਸੇ ਉਧਾਰ ਲੈਂਦੇ ਫਿਰਦੇ ਹਾਂ, ਠੀਕ ਹੈ। ਤਾਂ ਉਸਨੇ ਘਾਟ ਦੱਸੀ ਵੀ ਸਾਡੇ ਘਰ ਪੈਸੇ ਦੀ ਘਾਟ ਹੈ। ਹਰਮਨ ਅੰਦਰ ਪ੍ਰੇਰਨਾ ਦੀ ਸ਼ੁਰੂਆਤ ਹੋ ਗਈ, ਪ੍ਰੇਰਨਾ ਦੀ ਸ਼ੁਰੂਆਤ ਹੋ ਗਈ, ਮੋਟੀਵੇਸ਼ਨ ਸ਼ੁਰੂ ਹੋ ਗਿਆ, ਠੀਕ ਹੈ। ਤਾਂ ਇਸ ਸਥਿਤੀ 'ਚ ਪੈਸਾ ਕੀ ਕੰਮ ਕਰਦਾ ਹੈ? ਪੈਸਾ ਕੀ ਹੈ? ਉਮੀਦ ਦਾ ਸਾਧਨ ਹੈ, ਪ੍ਰੇਰਕ ਹੈ, ਉਤੇਜਨਾ ਹੈ, ਜਾਂ ਫਿਰ ਲੋੜ ਹੈ? ਤਾਂ ਸਿੰਪਲ ਜੀ ਗੱਲ ਹੈ, ਜਿਹੜਾ ਇਹ ਹੈ, ਇਹ ਲੋੜ ਹੈ। ਪੈਸਾ ਕੀ ਸੀ? ਨੀਡ ਸੀ, ਠੀਕ ਹੈ। ਨੀਡ ਨੇ ਹੀ ਸ਼ੁਰੂਆਤ ਕੀਤੀ ਹੈ ਨਾ। ਜਿਹੜੀ ਮਤਲਬ ਮੋਟੀਵੇਸ਼ਨ ਸਰਕਲ ਆਪਾਂ ਪੜ੍ਹਦੇ ਹਾਂ, ਉਹਦੇ 'ਚ ਕੀ ਹੁੰਦਾ ਹੈ, ਜਿਹੜੀ ਸ਼ੁਰੂਆਤ ਹੈ ਉਹ ਨੀਡ ਤੋਂ ਹੁੰਦੀ ਹੈ। ਤਾਂ ਇੱਥੇ ਪੈਸੇ ਤੋਂ ਸ਼ੁਰੂਆਤ ਹੋਈ ਹੈ, ਤਾਂ ਮਤਲਬ ਪੈਸਾ ਕੀ? ਇੱਕ ਨੀਡ ਸੀ, ਲੋੜ ਸੀ ਉਹਦੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ। ਇਸ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਡੀ ਹੋ ਜਾਵੇਗਾ। 47 ਨੰਬਰ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਡੀ ਅਸੀਂ ਨੇ ਸਿਲੈਕਟ ਕਰ ਲਈ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। ਇੱਕ ਵਿਦਿਆਰਥੀ ਕੰਪਿਊਟਰ ਦੀ ਜਮਾਤ ਵਿੱਚ ਇਹ ਦੇਖਦਾ ਹੈ ਕਿ ਉਸ ਦਾ ਜਮਾਤੀ ਕਿਵੇਂ ਜ਼ਿਆਦਾ ਕੰਮ ਨੂੰ ਵੀ ਹੱਸ ਖੇਡ ਕੇ ਕਰ ਲੈਂਦਾ ਹੈ। ਇਹ ਵੇਖ ਕੇ ਉਹ ਵਿਦਿਆਰਥੀ ਵੀ ਜ਼ਿਆਦਾ ਕੰਮ ਵਿੱਚ ਖੁਸ਼ੀ ਦਾ ਅਨੁਭਵ ਕਰਨ ਲੱਗ ਪੈਂਦਾ ਹੈ। ਇਹ ਕਿਸ ਚੀਜ਼ ਦੀ ਉਦਾਹਰਨ ਹੈ? ਤਾਂ ਇਹ ਅਨੁਕਰਨ ਦੀ ਉਦਾਹਰਨ ਹੈ, ਜਾਂ ਫਿਰ ਪੁਨਰਵਲਣ ਦੀ, ਕਲਾਸੀਕਲ ਕੰਡੀਸ਼ਨਿੰਗ ਦੀ, ਜਾਂ ਘੜਨ ਦੀ। ਤਾਂ ਦੇਖੋ ਜੀ, ਇਸ ਦੇ ਵਿੱਚ ਰਾਈਟ ਆਪਸ਼ਨ ਆਪਣੇ ਕੋਲ ਇਹ ਹੈ, ਠੀਕ ਹੈ, ਅਨੁਕਰਨ। ਮਤਲਬ ਉਹਨੇ ਦੇਖਿਆ ਆਪਣੇ ਦੋਸਤ ਨੂੰ, ਤਾਂ ਹੁਣ ਉਸ ਦੀ ਉਹ ਨਕਲ ਕਰ ਰਿਹਾ ਹੈ, ਅਨੁਕਰਨ ਕਰ ਰਿਹਾ ਹੈ, ਉਸ ਨੂੰ ਇਮੀਟੇਟ ਕਰ ਰਿਹਾ ਹੈ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਆਪਣੇ ਕੋਲ ਆਪਸ਼ਨ ਏ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰੇਰਨਾ ਉਤਸ਼ਾਹਿਤ ਕਰਨ ਦੀ ਸ਼ਰਤ ਨਹੀਂ ਹੈ? ਇਹ ਕੁਐਸਚਨ ਪੀਐਸਟੈਟ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਤਾਂ ਉਤਸ਼ਾਹਿਤ ਕਰਨ ਦੀ ਸ਼ਰਤ ਨਹੀਂ ਪੁੱਛਿਆ ਇਹਨਾਂ ਨੇ, ਠੀਕ ਹੈ। ਤਾਂ ਦੇਖੋ, ਰੁਚੀ ਪੈਦਾ ਕਰਨ ਨਾਲ ਮੋਟੀਵੇਸ਼ਨ ਹੈ ਜਿਹੜੀ ਉਹ ਉਤਸ਼ਾਹਿਤ ਹੁੰਦੀ ਹੈ, ਸਹੀ ਗੱਲ ਹੈ। ਉਤਸੁਕਤਾ ਦਿਵਾਉਣਾ, ਇਹ ਨਹੀਂ ਕੋਈ ਐਡਾ ਪੋਜ਼ੀਟਿਵ। ਉਪਲਬਧੀ ਦੀ ਪ੍ਰੇਰਨਾ, ਪ੍ਰੇਰਕ ਪ੍ਰਦਾਨ ਕਰਨਾ। ਤਾਂ ਇਹਦੇ 'ਚੋਂ ਸ਼ਰਤ ਨਹੀਂ ਪੁੱਛਿਆ ਸੀ, ਤਾਂ ਉਤਸੁਕਤਾ ਦਿਵਾਉਣਾ ਜਿਹੜਾ ਇਹ ਮਤਲਬ ਮੋਟੀਵੇਸ਼ਨ ਨੂੰ ਉਤਸ਼ਾਹਿਤ ਨਹੀਂ ਕਰਦਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਬੀ ਆਪਸ਼ਨ ਇਸ ਦੇ ਵਿੱਚ ਰਾਈਟ ਆਨਸਰ ਜਿਹੜਾ ਇਹ ਸਿਲੈਕਟ ਕਰਨਾ ਸੀ। ਇਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 50 ਨੰਬਰ ਕੁਐਸਚਨ ਆਪਣੇ ਕੋਲ। ਤਾਂ ਜੋ ਪ੍ਰੇਰਨਾ ਚੱਕਰ ਯਾਨੀ ਕਿ ਮੋਟੀਵੇਸ਼ਨ ਸਰਕਲ ਹੈ, ਇਸ ਦਾ ਸਹੀ ਕਰਮ ਕੀ ਹੋਏਗਾ? ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਨੀਡ ਦੀ। ਤਾਂ ਨੀਡ ਪਹਿਲੇ ਨੰਬਰ 'ਤੇ ਆਊਗੀ, ਨੀਡ ਲਿਖਾਂਗੇ। ਉਸ ਤੋਂ ਬਾਅਦ ਆਪਾਂ ਨੇ ਲਿਖਣਾ ਹੈਗਾ, ਕਹਿ ਸਕਦੇ ਹਾਂ ਨੀਡ ਤੋਂ ਬਾਅਦ ਆਉਂਦੀ ਹੈ ਡਰਾਈਵ, ਠੀਕ ਹੈ। ਡਰਾਈਵ ਕਿੰਨੇ ਨੰਬਰ 'ਤੇ ਲਿਖੀ ਹੋਈ ਹੈ? 3 ਨੰਬਰ 'ਤੇ, 3 ਨੰਬਰ ਲਿਖਾਂਗੇ। ਇਸ ਤੋਂ ਬਾਅਦ ਡਰਾਈਵ ਤੋਂ ਬਾਅਦ ਆਉਂਦਾ ਆਪਣੇ ਕੋਲ ਅਰਾਊਜ਼ਲ, ਠੀਕ ਹੈ। ਅਰਾਊਜ਼ਲ ਯਾਨੀ ਕਿ 2 ਨੰਬਰ ਲਿਖਾਂਗੇ, ਠੀਕ ਹੈ। ਇਹਨਾਂ ਦੀ ਇਹ ਅਗਲੀ ਨੰਬਰਿੰਗ ਲਿਖ ਰਹੀ ਹਾਂ ਮੈਂ, ਇਸ ਬੇਸ 'ਤੇ ਆਪਣੇ ਕੋਲ ਇੱਕ ਸੀਰੀਜ਼ ਬਣ ਜੂਗਾ, ਠੀਕ ਹੈ। ਤਾਂ ਨੈਕਸਟ ਗੱਲ, ਇਸ ਤੋਂ ਬਾਅਦ ਗੋਲ ਡਾਇਰੈਕਟਡ ਬਿਹੇਵੀਅਰ ਕੀਤਾ ਜਾਂਦਾ ਹੈ, ਨੰਬਰ 6, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਕੀ ਹੁੰਦਾ ਜੀ, ਕਹਿ ਸਕਦੇ ਹਾਂ ਫਿਰ ਅਚੀਵਮੈਂਟ ਹੋ ਜਾਂਦੀ ਹੈ, ਠੀਕ ਹੈ। ਨੰਬਰ 4 ਅਚੀਵਮੈਂਟ ਹੋ ਜਾਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਆਪਣੇ ਕੋਲ, ਜਦੋਂ ਆਪਣੇ ਕੋਲ ਅਚੀਵਮੈਂਟ ਹੋ ਗਈ ਨੰਬਰ 4, ਇਸ ਤੋਂ ਬਾਅਦ ਜਿਹੜਾ ਇਹ ਹੈ ਨਾ ਅਰਾਊਜ਼ਲ, ਇਸ ਦੀ ਰਿਡਕਸ਼ਨ ਹੋਣ ਲੱਗ ਜਾਂਦੀ ਹੈ, ਅਰਾਊਜ਼ਲ ਘਟਣਾ ਸ਼ੁਰੂ ਹੋ ਜਾਂਦਾ ਨੰਬਰ 5। ਤਾਂ ਇਸ ਤਰੀਕੇ ਨਾਲ ਸਰਕਲ ਚੱਲਦਾ। ਫਿਰ ਨਵੀਂ ਇਹਦੇ ਅਰਾਊਜ਼ਲ ਘਟ ਗਿਆ, ਉਸ ਤੋਂ ਬਾਅਦ ਨਵੀਂ ਨੀਡ ਪੈਦਾ ਹੋਊਗੀ, ਨੀਡ ਤੋਂ ਬਾਅਦ ਫਿਰ ਕਹਿ ਸਕਦੇ ਹਾਂ ਡਰਾਈਵ ਆਊਗੀ। ਤਾਂ ਇੱਦਾਂ ਇਹ ਪੂਰਾ ਇੱਕ ਸਰਕਲ ਬਣ ਗਿਆ, 1 3 2 1 3 2 ਬੀ ਆਪਸ਼ਨ ਦੇ ਵਿੱਚ ਪਿਆ ਆਪਣੇ ਕੋਲ। ਵੈਸੇ ਤੁਸੀਂ ਇਹਦੇ 2 ਕੁ ਸਟੈਪ ਕੱਢ ਕੇ ਹੀ ਆਪਸ਼ਨ 'ਤੇ ਪਹੁੰਚ ਸਕਦੇ ਸੀ, ਪਰ ਮੈਂ ਤੁਹਾਨੂੰ ਸਮਝਾਉਣਾ, ਐਕਸਪਲੇਨ ਕਰਨੇ, ਇਸ ਕਰਕੇ ਮੈਂ ਤੁਹਾਨੂੰ ਸਾਰੇ ਸਟੈਪ ਨੇ ਜਿਹੜੇ ਇੱਕ ਸੀਰੀਜ਼ ਦੇ ਵਿੱਚ ਲਗਾ ਕੇ ਦੱਸੇ ਨੇ, ਠੀਕ ਹੈ। ਤਾਂ ਤੁਸੀਂ ਇਹਨੂੰ ਮੋਟੀਵੇਸ਼ਨ ਸਰਕਲ ਨੂੰ ਧਿਆਨ ਦੇ ਵਿੱਚ ਇੱਦਾਂ ਜ਼ਰੂਰ ਰੱਖਿਓ, ਠੀਕ ਹੈ ਜੀ। ਤਾਂ ਆਪਾਂ ਨੇ ਕੋਲ ਵੀ ਆਪਸ਼ਨ ਜਿਹੜਾ ਇਹ ਇਸ ਦਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਆਪਾਂ ਨੇ ਪ੍ਰੇਰਨਾ ਚੱਕਰ ਯਾਨੀ ਕਿ ਮੋਟੀਵੇਸ਼ਨ ਸਰਕਲ ਨੂੰ ਸਮਝ ਲਿਆ ਦੋਸਤੋ। ਤਾਂ ਆਪਣੇ 50 ਕੁਐਸਚਨ ਨੇ ਜਿਹੜੇ ਇਹ ਕੰਪਲੀਟ ਹੋ ਚੁੱਕੇ ਨੇ, ਠੀਕ ਹੈ। 50 ਦੇ ਵਿੱਚੋਂ ਕਿੰਨੇ ਨੰਬਰ ਤੁਹਾਡੇ ਬਣ ਗਏ ਇਹ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ। ਲਾਸਟ ਵਿੱਚ ਆਪਾਂ ਟੋਟਲ ਦੇ ਵੀ ਪੁੱਛਾਂਗੇ, ਠੀਕ ਹੈ।
50 ਦੇ ਵਿੱਚੋਂ ਕਿੰਨੇ ਬਣ ਗਏ ਕਮੈਂਟ ਬਾਕਸ ਦੇ ਵਿੱਚ ਇੱਕ ਵਾਰ ਜ਼ਰੂਰ ਲਿਖੋ। ਤਾਂ ਉਮੀਦ ਹੈ ਕਿ 50 ਦੇ ਵਿੱਚੋਂ ਤੁਹਾਡੇ 45 ਪਲੱਸ ਕੁਐਸਚਨ ਨੇ ਜਿਹੜੇ ਇਹ ਸਹੀ ਗਏ ਹੋਣਗੇ। ਤਾਂ ਇਸ ਤੋਂ ਬਾਅਦ ਆਪਾਂ 51 ਨੰਬਰ ਕੁਐਸਚਨ ਜਿਹੜਾ ਇਹ ਸਟਾਰਟ ਕਰਨ ਜਾ ਰਹੇ ਹਾਂ। ਤਾਂ ਦੇਖੋ ਜੀ, ਗੇਟਸ ਦੇ ਅਨੁਸਾਰ ਇੱਕ ਮਨੋਵਿਗਿਆਨੀ ਸੀ ਇਹ। ਤਾਂ ਇਹਦੇ ਅਨੁਸਾਰ ਸਿੱਖਣ ਦਾ ਸਭ ਤੋਂ ਢੁਕਵਾਂ ਅਰਥ ਕੀ ਹੈ, ਮਤਲਬ ਇਹਨੇ ਇੱਕ ਡੈਫੀਨੇਸ਼ਨ ਜੀ ਦਿੱਤੀ ਸੀ, ਗੱਲ ਜੀ ਕੀਤੀ ਸੀ। ਤਾਂ ਉਹ ਕਿਸ ਚੀਜ਼ ਦੀ ਗੱਲ ਇਹਨੇ ਕੀਤੀ ਸੀ, ਸਿੱਖਣ ਦੇ ਬਾਰੇ, ਠੀਕ ਹੈ, ਲਰਨਿੰਗ ਦੇ ਬਾਰੇ, ਅਧਿਐਨ ਦੇ ਬਾਰੇ। ਤਾਂ ਦੇਖੋ ਜੀ, ਇਹ ਕੀ ਆਖਦਾ ਸੀ ਕਿ ਇਹ ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦੇ ਵਿੱਚ ਸੁਧਾਰ ਹੈ। ਇਹ ਕੀ ਆਖਦਾ ਸੀ, ਕਹਿੰਦਾ ਵੀ ਅਨੁਭਵ ਦੇ ਦੁਆਰਾ ਸਿਖਲਾਈ ਕਰਕੇ ਤਾਂ ਆਪਣੇ ਜਿਹੜਾ ਬਿਹੇਵੀਅਰ ਇਸ ਦੇ ਵਿੱਚ ਕੁਝ ਇੰਪਰੂਵਮੈਂਟਸ ਆ ਗਏ, ਜਿਹਨੂੰ ਇਹ ਲਰਨਿੰਗ ਆਖਦਾ ਸੀ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਬੀ ਆਪਸ਼ਨ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਸਿੱਖਿਆ ਜਿਹੜੀ ਬੱਚਾ ਪਰਿਵਾਰ ਵਿੱਚੋਂ ਪ੍ਰਾਪਤ ਕਰਦਾ ਹੈ, ਮਤਲਬ ਕਿ ਅਜਿਹੀ ਸਿੱਖਿਆ ਜੋ ਬੱਚੇ ਨੇ ਪਰਿਵਾਰ 'ਚੋਂ ਸਿੱਖੀ, ਤਾਂ ਉਹਨੂੰ ਆਪਾਂ ਕੀ ਕਹਾਂਗੇ, ਇਨਫੋਰਮਲ ਆਖ ਦਾਂਗੇ। ਠੀਕ ਹੈ, ਆਪਣੇ ਕੋਲ ਸੀ ਆਪਸ਼ਨ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਫਾਰਮਲ ਉਹ ਹੁੰਦੀ ਜਿਹੜੀ ਪੂਰੇ ਰਸਮਾਂ ਰਿਵਾਜ਼ਾਂ ਨਾਲ ਸਿੱਖੀ ਜਾਵੇ, ਜਿਵੇਂ ਸਕੂਲੀ ਸਿੱਖਿਆ, ਕਾਲਜੀ ਸਿੱਖਿਆ ਕਹਿ ਸਕਦੇ ਹਾਂ। ਨੋਨ ਫਾਰਮਲ ਵਿੱਚ ਵਿਚਾਲੇ ਜੀ ਵਾਲੀ ਆ ਜਾਂਦੀ, ਜਿਵੇਂ ਕਿ ਡਿਸਟੈਂਸ ਐਜੂਕੇਸ਼ਨ ਆ ਗਈ, ਕੋਈ ਤੁਸੀਂ ਓਪਨ 'ਚ ਕੋਰਸ ਕਰ ਰਹੇ ਹੋ ਉਹ ਆ ਗਿਆ, ਕੋਈ ਤੁਸੀਂ ਇੰਸਟੀਟਿਊਟ ਤੋਂ ਸਟੱਡੀ ਕਰ ਰਹੇ ਹੋ ਉਹਦਾ ਸਰਟੀਫਿਕੇਟ ਮਿਲੇ ਨਾ ਮਿਲੇ, ਠੀਕ ਹੈ, ਵਿੱਚ ਵਿਚਾਲੇ ਜੀ ਆ ਗਿਆ। ਇਹ ਉਹ ਹੈ ਜਿਹੜੀ ਤੁਸੀਂ ਆਮ ਦੁਨੀਆ ਦੇ ਵਿੱਚ ਵਿਚਰ ਕੇ ਪ੍ਰਾਪਤ ਕਰਦੇ ਹੋ, ਜਿਵੇਂ ਕਿ ਕਿਸੇ ਦੋਸਤ ਤੋਂ ਸਿੱਖ ਲਿਆ, ਕਿਸੇ ਵੱਡੇ ਤੋਂ ਸਿੱਖ ਲਿਆ, ਹੈ ਨਾ, ਘਰ 'ਚੋਂ ਸਿੱਖ ਲਿਆ, ਪਰਿਵਾਰ 'ਚੋਂ। ਤਾਂ ਇਹ ਸਭ ਜਿਹੜਾ ਇਹ ਇਨਫੋਰਮਲ ਦੇ ਵਿੱਚ ਆ ਜਾਂਦਾ, ਜਿਹਦੇ ਲਈ ਤੁਸੀਂ ਕੋਈ ਤਿਆਰੀ ਨਹੀਂ ਕਰਕੇ ਗਏ, ਕੋਈ ਟਾਈ ਬੈਲਟ ਲਾ ਕੇ ਨਹੀਂ ਗਏ, ਕੋਈ ਹੋਮਵਰਕ ਨਹੀਂ ਕੀਤਾ, ਬਸ ਵੈਸੇ ਹੀ ਸਿੱਖ ਗਏ। ਠੀਕ ਹੈ, ਤਾਂ ਇਹ ਕੀ ਹੈ, ਇਨਫੋਰਮਲ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਿ ਸਮਾਜਿਕ ਉਸਾਰੂ ਸਿਧਾਂਤ ਯਾਨੀ ਕਿ ਸੋਸ਼ਲ ਕੰਸਟਰਕਟਿਵਿਸਟ ਥਿਊਰੀ ਦੇ ਅਨੁਸਾਰ ਸਕੈਫੋਲਡਿੰਗ ਤੋਂ ਕੀ ਭਾਵ ਹੈ, ਵਾਈਗੋਟਸਕੀ ਵਾਲੀ ਥਿਊਰੀ ਇਹ। ਠੀਕ ਹੈ, ਤਾਂ ਇਸ ਦਾ ਕੀ ਮਤਲਬ ਹੈ, ਮਤਲਬ ਕਿ ਇਸ ਦੇ ਵਿੱਚ ਜੋ ਸਕੈਫੋਲਡਿੰਗ ਟਰਮ ਹੈ, ਦੇਖੋ ਸਕੈਫੋਲਡਿੰਗ ਟਰਮ ਦੇ ਵਿੱਚੋਂ ਪਹਿਲਾਂ ਵੀ ਕੁਐਸਚਨ ਬਣਾਏ ਸੀ ਆਪਾਂ ਨੇ, ਇਹ ਵੀ ਬਣੇ ਹੈ। ਠੀਕ ਹੈ, ਤਾਂ ਦੇਖੋ ਬਾਲਕਾਂ ਦੁਆਰਾ ਸਿਖਲਾਈ ਵਿੱਚ ਸਾਥ ਦੇਣਾ ਇੱਕ ਹੈਲਪ ਹੈ, ਇੱਕ ਕਹਿ ਸਕਦੇ ਹਾਂ ਸਹਿਯੋਗ ਹੈ, ਕੋਆਰਡੀਨੇਸ਼ਨ ਹੈ। ਠੀਕ ਹੈ, ਮਤਲਬ ਕਿ ਜੋ ਆਪਾਂ ਨੇ ਕੁਝ ਸਮੇਂ ਲਈ ਟੈਂਪਰੇਰੀ ਹੈਲਪ ਹੈ ਇਹ। ਠੀਕ ਹੈ, ਤਾਂ ਸੀ ਆਪਸ਼ਨ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 54। ਪਿਆਜੇ ਅਨੁਸਾਰ ਸੰਵੇਦਕ ਮੋਟਰ ਪੜਾਅ ਯਾਨੀ ਕਿ ਸੈਂਸਰੀ ਮੋਟਰ ਦਾ ਕਾਲ ਕੀ ਹੈ। ਜਿਹੜਾ ਆਪਾਂ ਸੈਂਸਰੀ ਮੋਟਰ ਸਟੇਜ ਸਮਝਦੇ ਹਾਂ, ਉਸ ਦੇ ਵਿੱਚ ਇੱਕ ਮਤਲਬ ਕਹਿ ਸਕਦੇ ਹਾਂ ਜਨਰਲ ਆਈਡੀਆ ਕੀ ਹੈ ਵੀ ਕਿੰਨੀ ਉਮਰ ਉਸ ਦੇ ਵਿੱਚ ਆਪਾਂ ਕੰਸੀਡਰ ਕਰਦੇ ਹਾਂ। ਦੇਖੋ ਹੁਣ ਇੱਥੇ ਸਮਝਣ ਦੀ ਕੋਸ਼ਿਸ਼ ਹੁੰਦੀ ਹੈ, 4 ਅਤੇ 6 ਦੀ ਤਾਂ ਕੋਈ ਗੱਲ ਹੀ ਨਹੀਂ, 3 ਤੋਂ ਵੀ ਨਹੀਂ ਸ਼ੁਰੂ ਹੁੰਦੀ, 1 ਤੋਂ ਵੀ ਨਹੀਂ ਸ਼ੁਰੂ ਹੁੰਦੀ, ਫਿਰ ਜਦੋਂ ਉਹ ਮਹੀਨਿਆਂ ਦਾ ਸੀ ਉਹਨੂੰ ਕਿੱਧਰ ਕੱਢੋਗੇ, ਹੈ ਤਾਂ ਪਹਿਲੀ ਸਟੇਜ ਇਹ ਨਹੀਂ ਮੰਨੀ ਹੈ। ਤਾਂ 0 ਤੋਂ ਆਪਾਂ ਮੰਨਦੇ ਹਾਂ ਕਿ 2 ਸਾਲ ਤੱਕ। 0 ਦਾ ਮਤਲਬ ਹੋ ਜਾਂਦਾ ਜਨਮ ਤੋਂ, ਵੀ ਜਿਹੜੇ ਦਿਨ ਜਨਮ ਹੋ ਗਿਆ ਉਸ ਦਿਨ ਤੋਂ ਏਜ ਕੰਸੀਡਰ ਹੋਣੀ ਸ਼ੁਰੂ ਹੋ ਗਈ, ਜਦ ਕਿ ਉਹ 1 ਸਾਲ ਦਾ ਵੀ ਨਹੀਂ ਹੌਲੇ ਹੋਇਆ। ਠੀਕ ਹੈ, ਤਾਂ ਮਹੀਨਿਆਂ ਦਾ ਹੈ, ਉਹਨੂੰ ਆਪਾਂ 0 ਸਾਲ 'ਚ ਕਹਿੰਦੇ ਹਾਂ। ਤਾਂ ਆਪਣੇ ਕੋਲ ਵੀ ਆਪਸ਼ਨ ਸੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਹੇਠ ਦਿੱਤਿਆਂ ਵਿੱਚੋਂ ਕਿਹੜੇ ਸਮਾਜੀਕਰਨ ਦੇ ਗੌਣ ਏਜੰਟ ਨੇ, ਯਾਨੀ ਕਿ ਆਪਾਂ ਨੇ ਕੀ ਦੱਸਣਾ ਹੈ, ਸੈਕੰਡਰੀ ਏਜੰਟਸ, ਸੈਕੰਡਰੀ ਏਜੰਸੀਆਂ ਇਸ ਦੀਆਂ ਦੱਸਣੀਆਂ ਨੇ, ਤਾਂ ਕਿਹੜੀਆਂ ਨੇ। ਠੀਕ ਹੈ, ਤਾਂ ਦੇਖੋ ਤੁਹਾਨੂੰ ਕੀ ਦੱਸਿਆ ਸੀ, ਪਰਿਵਾਰ ਹੈ ਜਿਹੜਾ ਇਹ ਪ੍ਰਾਇਮਰੀ 'ਚ ਆ ਗਿਆ, ਤਾਂ ਇਹ ਆਪਸ਼ਨ ਹੀ ਕੱਟ ਦਿਓ। ਠੀਕ ਹੈ, ਸਕੂਲ ਅਤੇ ਗੁਆਂਢ ਚਲੋ ਦੇਖ ਲਾਂਗੇ, ਸਕੂਲ ਅਤੇ ਤਤਕਾਲੀ ਪਰਿਵਾਰਿਕ ਸਮੂਹ, ਇਹ ਵੀ ਪਰਿਵਾਰਿਕ ਸਮੂਹ ਆ ਗਿਆ, ਤਾਂ ਇਹ ਪ੍ਰਾਇਮਰੀ ਚਲਾ ਗਿਆ। ਜਦੋਂ ਪਰਿਵਾਰ ਆ ਗਿਆ ਜਿਹੜੇ ਆਪਸ਼ਨ 'ਚ ਉਹ ਪ੍ਰਾਇਮਰੀ ਚਲੀ ਗਈ, ਇੱਦਾਂ ਸਮਝ ਲਿਓ। ਠੀਕ ਹੈ, ਅਤੇ ਪਰਿਵਾਰ ਆ ਗਿਆ ਇਹ ਪ੍ਰਾਇਮਰੀ ਚਲੀ ਗਈ, ਇੱਕ ਆਪਸ਼ਨ ਬਚਦੀ ਆਪਣੇ ਕੋਲ ਸਕੂਲ ਅਤੇ ਗੁਆਂਢ। ਗੁਆਂਢ ਦੋਨਾਂ 'ਚ ਕੰਸੀਡਰ ਹੋ ਸਕਦਾ। ਠੀਕ ਹੈ, ਹੋ ਸਕਦਾ ਇਹ ਪ੍ਰਾਇਮਰੀ ਦੇ ਨਾਲ ਕੰਸੀਡਰ ਕਰਨਾ ਪੈ ਜਾਂਦਾ ਆਪਾਂ ਨੂੰ, ਤਾਂ ਉੱਥੇ ਵੀ ਆਪਾਂ ਇਹਨੂੰ ਕਰ ਲੈਂਦੇ। ਠੀਕ ਹੈ, ਤਾਂ ਨੈਕਸਟ ਕੁਐਸਚਨ ਹੈ ਜੀ ਵਾਈਗੋਟਸਕੀ ਅਨੁਸਾਰ ਬੌਧਿਕ ਵਿਕਾਸ ਦਾ ਮੁੱਢਲਾ ਕਾਰਨ ਕੀ ਹੈ, ਯਾਨੀ ਕਿ ਇਸ ਨੇ ਜਿਹੜੀ ਮਤਲਬ ਥਿਊਰੀ ਦਿੱਤੀ ਸੀ ਕੰਸਟਰਕਟਿਵਿਜ਼ਮ ਦੀ। ਠੀਕ ਹੈ, ਉਹਦੇ ਵਿੱਚ ਇਹ ਕਿਸ ਚੀਜ਼ ਦੀ ਗੱਲ ਕਰਦਾ ਸੀ। ਠੀਕ ਹੈ, ਤਾਂ ਸੋਸ਼ਲ ਸਮਾਜਿਕ ਵਿਕਾਸ ਦੀ ਗੱਲ ਕਰਦਾ ਸੀ ਨਾ ਇਹ, ਤਾਂ ਸਮਾਜਿਕ ਸੱਭਿਆਚਾਰਕ ਵਿਕਾਸ ਦੀ ਗੱਲ ਕਰਦਾ ਸੀ। ਉਹਦੇ ਵਿੱਚ ਦੱਸਣਾ ਆਪਾਂ ਨੇ ਵੀ ਇਹ ਕਿਸ ਚੀਜ਼ ਦੀ ਗੱਲ ਕਰਦਾ ਹੈ, ਇਹ ਸਮਾਜਿਕ ਪਰਸਪਰ ਪ੍ਰਭਾਵ ਦੀ ਗੱਲ ਕਰਦਾ, ਯਾਨੀ ਕਿ ਸੋਸ਼ਲ ਇੰਟਰੈਕਸ਼ਨ ਦੀ ਗੱਲ ਕਰਦਾ ਸੀ ਨਾ, ਤਾਂ ਉਹੀ ਚੀਜ਼ ਇੱਥੇ ਪੁੱਛੀ ਗਈ ਹੈ। ਨੈਕਸਟ ਕੁਐਸਚਨ ਹੈ ਜੀ, ਕੁਐਸਚਨ ਨੰਬਰ ਆਪਣੇ ਕੋਲ 57 ਹੈ ਕਿ ਇੱਕ ਵਿਕਾਸਸ਼ੀਲ ਕਲਾਸਰੂਮ ਸੈਟਅਪ ਵਿੱਚ ਅਧਿਆਪਕ ਸਿਖਲਾਈ ਨੂੰ ਇੱਕ ਅਜਿਹਾ ਵਾਤਾਵਰਨ ਪ੍ਰਦਾਨ ਕਰਕੇ ਵਧਾਉਂਦਾ ਹੈ। ਠੀਕ ਹੈ, ਤਾਂ ਕਿਸ ਤਰ੍ਹਾਂ ਦਾ ਵਾਤਾਵਰਨ ਹੈ ਜਿਹੜਾ ਉਹ ਟੀਚਰ ਦੇਵੇਗਾ ਇੱਕ ਵਿਕਾਸਸ਼ੀਲ ਕਲਾਸਰੂਮ ਬਣਾਉਣ ਦੇ ਲਈ, ਮਤਲਬ ਪ੍ਰੋਗਰੈਸਿਵ ਆਪਾਂ ਕਲਾਸਰੂਮ ਕਹਿ ਸਕਦੇ ਹਾਂ। ਤਾਂ ਉਸ ਦੇ ਵਿੱਚ ਅਧਿਆਪਕ ਕਿਸ ਤਰ੍ਹਾਂ ਦਾ ਵਾਤਾਵਰਨ ਪ੍ਰਦਾਨ ਕਰੇਗਾ। ਤਾਂ ਦੇਖੋ ਜੀ, ਖੋਜ ਨੂੰ ਪ੍ਰੋਤਸਾਹਨ ਦਿੰਦਾ ਹੈ, ਤਾਂ ਇਹ ਆਪਸ਼ਨ ਹੀ ਆਪਣੇ ਕੋਲ ਸਹੀ ਹੈ। ਇਸ ਤੋਂ ਬਿਨਾਂ ਬੰਦਿਸ਼ ਵਾਲਾ ਤਾਂ ਪ੍ਰੋਗਰੈਸਿਵ 'ਚ ਆਪਾਂ ਨਹੀਂ ਗਿਣਾਂਗੇ। ਠੀਕ ਹੈ, ਉਤਸ਼ਾਹਿਤ ਵੀ ਨਹੀਂ ਕਰ ਸਕਦਾ ਸਮੇਲਿਤ ਸਿੱਖਿਆ ਨੂੰ, ਇਹ ਵੀ ਗੱਲ ਗਲਤ ਹੈ। ਠੀਕ ਹੈ, ਅਤੇ ਇਸ ਤੋਂ ਬਿਨਾਂ
ਦੁਹਰਾਈ ਨੂੰ ਉਤਸ਼ਾਹਿਤ ਕਰਨਾ। ਤਾਂ ਦੁਹਰਾਈ ਨੂੰ ਉਤਸ਼ਾਹਿਤ ਕਰਨਾ ਕਿਤੇ ਨਾ ਕਿਤੇ ਰੱਟਾ ਲਗਾਉਣਾ ਹੋ ਜਾਂਦਾ ਹੈ, ਠੀਕ ਹੈ। ਇਹ ਐਡੀ ਪੋਜ਼ੀਟਿਵ ਨਹੀਂ ਲਈ ਜਾਂਦੀ ਗੱਲ। ਤਾਂ ਮਤਲਬ ਕਿ ਖੋਜ ਨੂੰ ਪ੍ਰੋਤਸਾਹਨ ਕਰੇਗਾ, ਬੱਚੇ ਨੂੰ ਮੋਟੀਵੇਟ ਕਰੇਗਾ, ਪ੍ਰੇਰਨਾ ਦੇਵੇਗਾ ਖੋਜ ਕਰਨ ਦੇ ਲਈ। ਤਾਂ ਇਸ ਤਰ੍ਹਾਂ ਦਾ ਵਾਤਾਵਰਨ ਜਿਹੜਾ ਇਹ ਸਭ ਤੋਂ ਬੈਸਟ ਰਹੇਗਾ ਵਿਕਾਸਸ਼ੀਲ ਕਲਾਸਰੂਮ ਸੈਟਅਪ ਦੇ ਲਈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕੁਐਸਚਨ ਨੰਬਰ ਆਪਣੇ ਕੋਲ ਹੈ 58। ਤਾਂ ਇਸ ਕੁਐਸਚਨ ਨੂੰ ਆਪਾਂ ਦੇਖਦੇ ਹਾਂ, ਥੋੜ੍ਹੀ ਸਟੇਟਮੈਂਟ ਵਾਹਲੀ ਲੰਮੀ ਹੈ ਨਾ। ਤਾਂ ਦੇਖੋ, ਇੱਕ 5 ਸਾਲਾ ਬੱਚਾ ਸ਼ਰਤ ਤੈਅ ਕਰਨ ਦੀ ਕੋਸ਼ਿਸ਼ ਦੌਰਾਨ ਆਪਣੇ ਆਪ ਨਾਲ ਗੱਲ ਕਰਦਾ ਹੈ, ਮਤਲਬ ਕਿ ਆਪਣੇ ਨਾਲ ਆਪਣੇ ਗੱਲਾਂ ਜਿਹੀਆਂ ਕਰੀ ਜਾਂਦਾ ਹੈ, ਠੀਕ ਹੈ। ਤਾਂ ਲੜਕੇ ਦੁਆਰਾ ਦਿਖਾਏ ਗਏ ਵਿਵਹਾਰ ਦੇ ਸੰਦਰਭ ਵਿੱਚ ਹੇਠ ਦਿੱਤਿਆਂ 'ਚੋਂ ਕਿਹੜਾ ਕਥਨ ਸਹੀ ਦੱਸਣਾ, ਆਪਾਂ ਨੇ ਕਥਨ ਕਿਹੜਾ ਹੈਗਾ। ਤਾਂ ਦੇਖੋ, ਜੀਨ ਪਿਆਜੇ ਅਤੇ ਵਾਈਗੋਟਸਕੀ ਇਸ ਨੂੰ ਬੱਚੇ ਦੇ ਵਿਚਾਰਾਂ ਦੇ ਈਗੋਸੈਂਟਰਿਕ ਆਖਦੇ ਨੇ ਨਾ, ਦੋਨੋਂ ਤਾਂ ਨਹੀਂ ਈਗੋਸੈਂਟਰਿਕ ਆਖਦੇ, ਪਹਿਲੀ ਆਪਸ਼ਨ ਕੱਟ ਗਈ, ਠੀਕ ਹੈ। ਤਾਂ ਨੈਕਸਟ ਗੱਲ ਆਪਾਂ ਕਰਦੇ ਹਾਂ, ਜੀਨ ਪਿਆਜੇ ਇਸ ਦਾ ਸਵੈ ਕੇਂਦਰਿਤ ਗੱਲ ਯਾਨੀ ਕਿ ਈਗੋਸੈਂਟਰਿਕ ਸਪੀਚ ਆਖਦਾ ਹੈ ਦੇ ਤੌਰ 'ਤੇ ਵਰਣਨ ਕਰੇਗਾ, ਜਦ ਕਿ ਵਾਈਗੋਟਸਕੀ ਇਸ ਨੂੰ ਨਿੱਜੀ ਸਪੀਚ ਯਾਨੀ ਕਿ ਪ੍ਰਾਈਵੇਟ ਸਪੀਚ ਕਹਿ ਕੇ ਵਰਣਨ ਕਰੇਗਾ। ਬਿਲਕੁਲ ਇਹ ਆਪਸ਼ਨ ਆਪਣੇ ਕੋਲ ਕੀ ਹੋਗੀ, ਸਹੀ ਹੋਗੀ। ਤਾਂ ਆਪਣੇ ਕੋਲ ਬੀ ਆਪਸ਼ਨ ਜਿਹੜਾ ਇਹ ਸਾਡੇ ਕੋਲ ਕੀ ਹੋ ਗਿਆ, ਰਾਈਟ ਆਨਸਰ ਹੋ ਗਿਆ। ਜੋ ਪਿਆਜੇ ਹੈ, ਜੀਨ ਪਿਆਜੇ ਇਸ ਨੂੰ ਈਗੋਸੈਂਟਰਿਕ ਸਪੀਚ ਅਤੇ ਵਾਈਗੋਟਸਕੀ ਇਸ ਨੂੰ ਕੀ ਕਹੇਗਾ, ਪ੍ਰਾਈਵੇਟ ਸਪੀਚ ਕਹੇਗਾ। ਆਪਣੇ ਕੋਲ ਬੀ ਆਪਸ਼ਨ ਇਸ 'ਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤੋਂ ਬਾਅਦ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈ। ਤਾਂ ਇਸ ਦੇ ਵਿੱਚ ਕੀ ਹੈ, ਹੇਠਲੀਆਂ ਜਮਾਤਾਂ ਵਿੱਚ ਅਧਿਆਪਨ ਦਾ ਪਲੇਵੇ ਢੰਗ ਆਧਾਰਿਤ ਹੈ, ਮਤਲਬ ਕਿਸ ਚੀਜ਼ ਦੇ ਉੱਤੇ ਆਧਾਰਿਤ ਹੈ ਇਹ ਆਪਾਂ ਨੇ ਦੱਸਣਾ। ਤਾਂ ਇਹ ਕੁਐਸਚਨ ਥੋੜ੍ਹਾ ਜਿਹਾ ਡੀਪ 'ਚ ਜਾ ਕੇ ਸਮਝਿਓ, ਠੀਕ ਹੈ। ਗੱਲ ਕਰ ਰਹੇ ਨੇ ਪਲੇਵੇ ਢੰਗ, ਉਹਦੇ ਵਿੱਚ ਬੱਚੇ ਦਾ ਵਿਕਾਸ ਅਤੇ ਵਾਧਾ ਦੋਨੇ ਹੋ ਰਹੇ ਨੇ। ਤਾਂ ਆਪਾਂ ਵਿਕਾਸ ਅਤੇ ਤਰੱਕੀ ਅਤੇ ਮਨੋਵਿਗਿਆਨਿਕ ਸਿਧਾਂਤ ਨਾਲ ਇਹਨੂੰ ਜੋੜ ਕੇ ਦੇਖਾਂਗੇ, ਇਹ ਸਭ ਤੋਂ ਬੈਸਟ ਰਹੇਗਾ। ਇਹ ਬਾਕੀ ਚੀਜ਼ਾਂ ਨੂੰ ਵੀ ਕਵਰ ਕਰ ਲਏਗਾ, ਕਿਉਂਕਿ ਵਿਕਾਸ ਦੇ ਵਿੱਚ ਸਭ ਚੀਜ਼ਾਂ ਕਵਰ ਹੋ ਜਾਣਗੀਆਂ, ਠੀਕ ਹੈ। ਤਾਂ ਆਪਣੇ ਕੋਲ ਸੀ ਆਪਸ਼ਨ ਸਭ ਤੋਂ ਬੈਸਟ ਰਹੇਗੀ। ਨੈਕਸਟ ਗੱਲ ਕਰਦੇ ਹਾਂ, ਦ੍ਰਿਸ਼ਟੀ ਘਾਟ ਵਿੱਚ ਵਾਲੇ ਇੱਕ ਮਤਲਬ ਕਿ ਦ੍ਰਿਸ਼ਟੀ ਦੀ ਪ੍ਰੋਬਲਮ ਹੈ ਕਿਸੇ ਬੱਚੇ ਨੂੰ, ਠੀਕ ਹੈ। ਤਾਂ 6ਵੀਂ ਜਮਾਤ ਦੇ ਲੜਕੇ ਨੂੰ ਮਤਲਬ ਸਮੱਸਿਆ ਹੈ ਦੇਖਣ ਦੀ, ਤਾਂ ਉਸ ਦੇ ਲਈ ਤੁਸੀਂ ਕੀ ਕਰੋਗੇ, ਕੰਮ ਦਾ ਹੇਠਲਾ ਪੱਧਰ ਕਰਨ ਲਈ ਕੱਢ ਦੇਣਾ ਚਾਹੀਦਾ ਹੈ, ਉਸ ਦੇ ਨਿਯਮਿਤ ਕੰਮਾਂ ਵਿੱਚ ਮਾਤਾ ਪਿਤਾ ਦੋਸਤਾਂ ਨਾਲ ਮਦਦ ਦੇਣੀ ਚਾਹੀਦੀ ਹੈ, ਜਾਂ ਫਿਰ ਜਮਾਤ ਵਿੱਚ ਸਧਾਰਨ ਢੰਗ ਨਾਲ ਵਤੀਰਾ ਕੀਤਾ ਜਾਣਾ ਚਾਹੀਦਾ ਹੈ, ਅਤੇ ਆਡੀਓ ਰੇਡੀਓ CD ਆਦਿ ਰਾਹੀਂ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ, ਜਮਾਤ ਵਿੱਚ ਵਿਸ਼ੇਸ਼ ਵਿਵਹਾਰ ਹੋਣਾ ਚਾਹੀਦਾ ਹੈ। ਤਾਂ ਦੇਖੋ ਜੀ, ਇਹ ਸਭ ਚੀਜ਼ਾਂ ਨੈਗੇਟਿਵ ਨੇ, ਕੱਢ ਤਾਂ ਤੁਸੀਂ ਸਕਦੇ ਹੀ ਨਹੀਂ। ਦੋਸਤਾਂ ਤੋਂ ਮਦਦ ਲਈ ਗਏ, ਮਾਤਾ ਪਿਤਾ ਤੋਂ ਮਦਦ ਲਈ ਗਏ, ਤਾਂ ਫਿਰ ਜ਼ਿੰਦਗੀ 'ਚ ਨਿਰਭਰ ਤਾਂ ਹੋ ਹੀ ਨਹੀਂ ਸਕਣਾ, ਆਤਮ ਨਿਰਭਰ ਤਾਂ ਹੋ ਹੀ ਨਹੀਂ ਸਕਣਾ, ਠੀਕ ਹੈ। ਤਾਂ ਉਹ ਦੂਜੇ 'ਤੇ ਨਿਰਭਰ ਹੋ ਜਾਊਗਾ, ਅਤੇ ਇਸ ਤਰ੍ਹਾਂ ਉਹਦੇ ਨਾਲ ਆਪਾਂ ਵਿਸ਼ੇਸ਼ ਵਿਵਹਾਰ ਵੀ ਨਹੀਂ ਕਰ ਸਕਦੇ ਵੀ ਉਹਨੂੰ ਆਪਾਂ ਜਲੀਲ ਕਰੀਏ। ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਉਹਦੀ ਸਹਾਇਤਾ ਕਰਾਂਗੇ। ਕਿਵੇਂ, ਮਤਲਬ ਕਿ ਉਹਨੂੰ ਕੋਈ ਆਡੀਓ ਸੁਣਾ ਕੇ, ਰੇਡੀਓ ਦੀ ਵਰਤੋਂ ਕਰਕੇ, CD ਦੀ, ਇਹ ਚੀਜ਼ਾਂ ਦੀ ਵਰਤੋਂ ਕਰਕੇ ਉਸ ਦੇ ਅਕੋਰਡਿੰਗ ਜੋ ਟੀਚਿੰਗ ਲਰਨਿੰਗ ਮਟੀਰੀਅਲ ਹੈ ਉਹ ਮੁਹੱਈਆ ਕਰਵਾ ਕੇ ਉਸ ਦੀ ਆਪਾਂ ਸਹਾਇਤਾ ਕਰਾਂਗੇ, ਅਤੇ ਉਸ ਨਾਲ ਸਧਾਰਨ ਢੰਗ ਦੇ ਨਾਲ ਵਤੀਰਾ ਕਰਾਂਗੇ ਜਿਸ ਤਰ੍ਹਾਂ ਦਾ ਬਾਕੀ ਬੱਚੇ ਨਾਲ ਕੀਤਾ ਜਾ ਰਿਹਾ ਹੈ। ਤਾਂ ਇਹੀ ਤਾਂ ਗੱਲ ਆਖਦੀ ਹੈ ਇਨਕਲੂਸਿਵ ਐਜੂਕੇਸ਼ਨ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਭਾਸ਼ਾ ਇੱਕ ਨੇਮ ਪ੍ਰਬੰਧ ਹੈ, ਮਤਲਬ ਕਿ ਇੱਕ ਪੂਰਾ ਸਟਰਕਚਰ ਬਣਿਆ ਹੋਇਆ, ਸਿਸਟਮ ਬਣਿਆ ਹੋਇਆ ਇਹ। ਤਾਂ ਇਸ ਕਥਨ ਇਹ ਕਥਨ ਕੀ ਹੈ, ਬਿਲਕੁਲ ਸੱਚ ਹੈ, ਅੱਧਾ ਸੱਚ ਹੈ, ਝੂਠ ਹੈ, ਜਾਂ ਫਿਰ ਥੋੜ੍ਹਾ ਜਿਹਾ ਸੱਚ ਹੈ। ਸਿੰਪਲ ਜੀ ਗੱਲ, ਇਹ ਪੂਰਾ ਸੱਚ ਹੈ, ਬਿਲਕੁਲ ਸੱਚ ਹੈ ਜੀ। ਇੱਕ ਪੂਰਾ ਸਟਰਕਚਰ ਤਾਂ ਬਣਿਆ ਹੋਇਆ ਰੂਲਸ ਦਾ, ਠੀਕ ਹੈ। ਤਾਂ ਬਿਲਕੁਲ ਸੱਚ ਗੱਲ ਹੈ ਇਹ। ਨੈਕਸਟ ਆਪਾਂ ਗੱਲ ਕਰਦੇ ਹਾਂ, ਬੱਚਿਆਂ ਨੂੰ ਵਿਆਕਰਨ ਦਾ ਗਿਆਨ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਹ ਕੁਐਸਚਨ ਦੇ ਵਿੱਚ ਹੋ ਸਕਦਾ ਤੁਸੀਂ ਕਨਫਿਊਜ਼ ਹੋ ਜਾਓ, ਪਰ ਕੁਐਸਚਨ ਘੈਂਟ ਹੈ ਇਹ, ਠੀਕ ਹੈ। ਤਾਂ ਦੇਖੋ ਜੀ, ਗੱਲ ਕੀ ਹੈ, ਵਿਆਕਰਨ ਦਾ ਗਿਆਨ ਕਰਵਾਉਣਾ ਹੈ, ਕਿਉਂ ਵੀ ਵਿਅਕਤੀਗਤ ਨਿਖਰ ਜੂਗਾ ਉਹਦਾ, ਨਹੀਂ, ਇਹ ਤਾਂ ਇਸ ਤਰ੍ਹਾਂ ਦੇ ਵਿਅਕਤੀ ਆਪਾਂ ਦੇਖਦੇ ਹਾਂ ਵੀ ਉਹਨਾਂ ਨੂੰ ਵਿਆਕਰਨ ਬਹੁਤ ਘੈਂਟ ਤਰੀਕੇ ਨਾਲ ਆਉਂਦੀ ਹੈ, ਪਰ ਉਹਨਾਂ ਦੇ ਵਿਅਕਤੀਤਵ ਵਧੀਆ ਨਹੀਂ ਹੈਗੇ ਆ, ਠੀਕ ਹੈ। ਤਾਂ ਇਹ ਗੱਲ ਤਾਂ ਐਡੀ ਗੱਲ ਆਪਾਂ ਸਹੀ ਨਹੀਂ ਮੰਨਾਂਗੇ। ਨੈਕਸਟ ਹੈ ਕਿ ਇਸ ਨਾਲ ਸ਼ੁੱਧ ਬੋਲਣਾ ਅਤੇ ਲਿਖਣਾ ਆਉਂਦਾ ਹੈ, ਇਹ ਗੱਲ ਆਪਾਂ ਮੰਨ ਸਕਦੇ ਹਾਂ, ਹੈ ਨਾ, ਵੀ ਵਿਆਕਰਨ ਦਾ ਜਦੋਂ ਗਿਆਨ ਹੋ ਜਾਊਗਾ ਤਾਂ ਉਸ ਨਾਲ ਉਹ ਸ਼ੁੱਧ ਲਿਖਣਾ, ਠੀਕ ਹੈ, ਬੋਲਣਾ ਸਿੱਖ ਜਾਊਗਾ, ਠੀਕ ਗੱਲ ਸਹੀ ਹੈ। ਨੈਕਸਟ ਗੱਲ ਆ ਗਈ ਆਤਮ ਵਿਸ਼ਵਾਸ ਆਉਂਦਾ। ਇਕੱਲਾ ਆਤਮ ਵਿਸ਼ਵਾਸ ਵੀ ਕੀ ਕਰੇਗਾ, ਸ਼ੁੱਧ ਪੜ੍ਹਨਾ ਆਉਂਦਾ, ਸਿਰਫ ਪੜ੍ਹਨਾ ਨਹੀਂ ਆਉਂਦਾ, ਲਿਖਣ ਵਾਲੀ ਆਪਸ਼ਨ ਵੀ ਆਪਣੇ ਕੋਲ ਪਈ ਹੈ, ਠੀਕ ਹੈ। ਲਿਖਣ ਅਤੇ ਬੋਲਣ ਵਾਲੀ, ਇਹ ਦੋਨੇ ਆਪਸ਼ਨਾਂ ਇਹਨੂੰ ਕਵਰ ਕਰਾਂਗੇ, ਕਿਉਂਕਿ ਇਹ ਵੱਧ ਚੀਜ਼ ਨੂੰ ਕਵਰ ਕਰਦੀ ਹੈ, ਵੱਧ ਘੇਰੇ ਨੂੰ ਕਵਰ ਕਰਦੀ ਹੈ, ਠੀਕ ਹੈ। ਤਾਂ ਹੁਣ ਸਿੰਪਲ ਜੀ ਗੱਲ ਹੈ, ਉਹ ਲਿਖਣਾ ਸਿੱਖ ਰਿਹਾ ਤਾਂ ਪੜ੍ਹਨਾ ਤਾਂ ਸਿੱਖ ਹੀ ਰਿਹਾ ਹੋਏਗਾ। ਤਾਂ ਇੱਦਾਂ ਇਹਨੂੰ ਸਮਝਣਾ ਹੁੰਦਾ ਹੈ। ਕੁਐਸਚਨ ਥੋੜ੍ਹਾ ਜਿਹਾ ਇੱਕ ਡੀਪ ਸੈਂਸ ਵਾਲਾ ਸੀ ਇਹ, ਠੀਕ ਹੈ। ਤਾਂ ਬੀ ਆਪਸ਼ਨ ਇਸ ਦੇ ਵਿੱਚ ਸਭ ਤੋਂ ਬੈਸਟ ਆਪਣੇ ਕੋਲ ਰਹੇਗੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 63, ਇੱਕ ਚੰਗੇ ਵਕਤਾ ਵਿੱਚ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਇਹਦੇ ਵਿੱਚ, ਡੀਲ ਡੋਲ ਸਰੀਰ ਵਾਲਾ ਹੋਣਾ ਚਾਹੀਦਾ ਨਾ, ਸਰੀਰ ਤੋਂ ਕੀ ਕਰਵਾਉਣਾ ਜੀ, ਉਹਨੂੰ ਬੋਲਣ ਦੀ ਨਹੀਂ ਅਕਲ, ਉਹਨੂੰ ਗੱਲ ਕਹਿਣ ਦੀ ਅਕਲ ਨਹੀਂ, ਸਹੀ ਬੋਲ ਹੀ ਨਹੀਂ ਰਿਹਾ, ਤਾਂ ਸਰੀਰ ਵੀ ਕੀ ਕਰੂਗਾ। ਆਕਰਸ਼ਕ ਵਿਅਕਤੀਤਵ, ਇਕੱਲਾ ਵਿਅਕਤੀਤਵ ਵੀ ਕੁਛ ਨਹੀਂ ਕਰਦਾ, ਠੀਕ ਹੈ। ਸਪਸ਼ਟ ਅਤੇ ਸ਼ੁੱਧ ਉਚਾਰਨ ਵਾਲਾ ਹੋਣਾ ਚਾਹੀਦਾ, ਇਹ ਗੱਲ ਬਿਲਕੁਲ ਸਹੀ ਹੈ, ਮਤਲਬ ਕਿ ਉਹਦਾ ਉਚਾਰਨ ਸਪਸ਼ਟ ਹੋਵੇ, ਗੱਲ ਸੁਣੇ,
ਸਮਝ ਆਵੇ, ਸ਼ੁੱਧ ਹੋਵੇ। ਠੀਕ ਹੈ, ਤੇਜ਼ੀ ਨਾਲ ਬੋਲਣ ਵਾਲਾ ਤਾਂ ਉਹ ਹੋਣਾ ਹੀ ਨਹੀਂ ਚਾਹੀਦਾ। ਠੀਕ ਹੈ, ਐਵੇਂ ਉਸ ਤੋਂ ਫਾਹਾ ਥੋੜ੍ਹੀ ਵਢਾਉਣਾ ਆਪਾਂ ਨੇ, ਗੱਲ ਸੁਣਨ ਵਾਸਤੇ ਬੁਲਾਇਆ, ਚੰਗਾ ਵਕਤ ਹੈ ਜੋ, ਹੈ ਨਾ। ਤਾਂ ਇਸ ਕਰਕੇ ਸੀ ਆਪਸ਼ਨ ਇਸ 'ਤੇ ਸਾਡਾ ਕੀ ਹੋ ਜਾਊਗਾ, ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਭਾਸ਼ਾ ਦਾਤ ਹੈ। ਮਤਲਬ ਕਿ ਜਿਹੜੀ ਭਾਸ਼ਾ ਉਹ ਆਪਾਂ ਨੂੰ ਦਾਤ ਦੇ ਰੂਪ ਵਿੱਚ ਮਿਲੀ ਹੈ, ਕਿੱਥੇ ਤੋਂ, ਕਿਸ ਦੀ ਦਾਤ ਹੈ ਇਹ, ਕੁਦਰਤੀ ਜਾਂ ਫਿਰ ਬੇਅਰਥ, ਮਾਂ ਦੀ, ਇਤਿਹਾਸ ਦੀ। ਤਾਂ ਸਿੰਪਲ ਜੀ ਗੱਲ ਇਹ ਕੁਦਰਤੀ ਦਾਤ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇਹ ਆਪਸ਼ਨ ਹੈ ਜਿਹੜਾ ਇਹ ਸਾਡੇ ਕੋਲ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 65, ਗੁਰਮੁਖੀ ਲਿਪੀ ਲਿਖੀ ਜਾਂਦੀ ਹੈ। ਤਾਂ ਗੁਰਮੁਖੀ ਲਿਖੀ ਜਾਂਦੀ ਹੈ, ਦੇਖੋ ਹੁਣ ਆਪਾਂ ਇੱਧਰੋਂ ਸਟਾਰਟ ਕੀਤਾ, ਇਹ ਖੱਬਾ ਪਾਸਾ ਇੱਧਰੋਂ ਲਿਖਣਾ ਸਟਾਰਟ ਕੀਤਾ, ਇੱਧਰ ਥਾਂ ਖਾਲੀ ਪਈ ਹੈ ਕਿਉਂਕਿ ਇੱਧਰੋਂ ਸਰ ਗਿਆ ਲਿਖਦੇ ਲਿਖਦੇ, ਹੈ ਨਾ। ਤਾਂ ਆਪਾਂ ਖੱਬੇ ਤੋਂ ਸਟਾਰਟ ਕਰਦੇ ਹਾਂ, ਸੱਜੇ ਵੱਲ ਜਾਂਦੇ ਹਾਂ, ਖੱਬੇ ਤੋਂ ਸੱਜੇ ਇਹ ਸਾਡੇ ਕੋਲ ਕੀ ਹੋ ਜਾਊਗਾ, ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਠੀਕ ਹੈ, ਕੁਝ ਭਾਸ਼ਾਵਾਂ ਜਿਹੜੀਆਂ ਇੱਧਰੋਂ ਵੀ ਐਂ ਸ਼ੁਰੂ ਹੁੰਦੀਆਂ ਨੇ ਵੀ ਇੱਥੇ ਲਿਖਣਾ ਸ਼ੁਰੂ ਕਰਦੇ ਨੇ, ਇੱਧਰ ਥਾਂ ਜੀ ਬਚੀ ਪਈ ਹੁੰਦੀ ਹੈ, ਜਿਵੇਂ ਆਪਣੇ ਕੋਲ ਸੱਜੇ ਪਾਸੇ ਬਚੀ ਪਈ ਹੈ। ਠੀਕ ਹੈ ਜੀ, ਤਾਂ ਇੱਦਾਂ ਵੀ ਹੁੰਦਾ ਹੈ। ਅਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕੁਐਸਚਨ ਨੰਬਰ 66 ਤੁਹਾਡੇ ਸਾਹਮਣੇ ਹੈ, ਵਿਚ ਆਫ ਫੋਲੋਇੰਗ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਇਕੁਆਇਰਿੰਗ ਸੈਕਿੰਡ ਲੈਂਗੁਏਜ। ਤੁਸੀਂ ਕੀ ਕਰਨਾ, ਸੈਕਿੰਡ ਲੈਂਗੁਏਜ ਨੂੰ ਇਕੁਆਇਰ ਕਰਨਾ ਹੈ, ਤਾਂ ਉਹਦੇ ਲਈ ਕਿਹੜੀ ਗੱਲ ਹੈ ਜਿਹੜੀ ਉਹ ਇੱਕ ਵਧੀਆ ਰੋਲ ਨਿਭਾਊਗੀ, ਇੰਪੋਰਟੈਂਟ ਰੋਲ ਪਲੇਅ ਕਰੂਗੀ, ਕਿਹੜੀ ਗੱਲ ਇਹਨਾਂ 'ਚੋਂ ਦੇਖਦੇ ਹਾਂ। ਪਨਿਸ਼ਮੈਂਟ ਐਂਡ ਰੋਟ ਲਰਨਿੰਗ, ਨਾ ਕਿਉਂ ਪਾਪ ਕਰਦੇ ਹੋ ਪਨਿਸ਼ਮੈਂਟ ਵਾਲੀ ਤਾਂ ਆਪਸ਼ਨ ਚੁਣਨੀ ਹੀ ਨਹੀਂ। ਤਾਂ ਹੁਣ ਪਨਿਸ਼ਮੈਂਟ ਵਾਲੀ ਆਪਸ਼ਨ ਨਹੀਂ ਆਈ ਤਾਂ ਏ ਅਤੇ ਬੀ ਵਾਲੀ ਵੀ ਨਹੀਂ ਆ ਸਕਦੀ। ਸਮਝ ਨਹੀਂ ਵੀ ਜਦੋਂ ਏ ਆਪਸ਼ਨ ਹੀ ਨਹੀਂ ਵਿੱਚ ਇਨਵੋਲਵ ਤਾਂ ਬੋਥ ਏ ਐਂਡ ਬੀ ਵਾਲੀ ਤਾਂ ਹੋ ਹੀ ਨਹੀਂ ਸਕਦੀ। ਠੀਕ ਹੈ, ਤਾਂ ਹੁਣ ਦੇਖੋ ਆਪਾਂ ਅੱਗੇ ਪੜ੍ਹਦੇ ਹਾਂ। ਨੈਚੁਰਲ ਐਂਡ ਕਮਿਊਨੀਕੇਸ਼ਨ ਫਰੈਂਡਲੀ ਇਨਵਾਇਰਮੈਂਟ, ਇਹ ਬੈਸਟ ਚੀਜ਼ ਹੈ। ਮਤਲਬ ਕਿ ਸੈਕਿੰਡ ਲੈਂਗੁਏਜ ਇਕੁਆਇਰ ਕਰਨੀ ਹੈ ਤਾਂ ਉਹਨੂੰ ਕਮਿਊਨੀਕੇਟ ਕਰਨਾ ਪਏਗਾ, ਉਹਨੂੰ ਗੱਲਾਂ ਬਾਤਾਂ ਕਰਨੀਆਂ ਪੈਣੀਆਂ, ਉਹਦੇ 'ਚ ਸੰਚਾਰ ਕਰਨਾ ਪਏਗਾ ਉਹਦਾ। ਨੈਚੁਰਲ ਵੇ ਵੀ ਹੋ ਸਕਦਾ ਹੈ ਨਾ, ਤਾਂ ਇਸ ਤਰ੍ਹਾਂ ਦਾ ਵਾਤਾਵਰਨ ਪ੍ਰੋਵਾਈਡ ਉਹਨੂੰ ਕਰਵਾਇਆ ਜਾ ਸਕਦਾ ਹੈ। ਤਾਂ ਉਹ ਕੀ ਕਰ ਲੂਗਾ, ਇਕੁਆਇਰ ਕਰ ਲੂਗਾ ਸੈਕਿੰਡ ਲੈਂਗੁਏਜ ਵੀ। ਵੈਸੇ ਆਪਾਂ ਕੀ ਕਹਿੰਦੇ, ਫਸਟ ਲੈਂਗੁਏਜ ਇਕੁਆਇਰ ਕੀਤੀ ਜਾਂਦੀ ਹੈ, ਸੈਕਿੰਡ ਲੈਂਗੁਏਜ ਲਰਨ ਕੀਤੀ ਜਾਂਦੀ ਹੈ, ਥਰਡ ਲੈਂਗੁਏਜ ਲਰਨ ਕੀਤੀ ਜਾਂਦੀ ਹੈ। ਪਰ ਗੱਲ ਇਕੁਆਇਰ ਦੀ ਸੀ, ਇਕੁਆਇਰ ਫਿਰ ਹੀ ਕਰ ਸਕੋ ਜੇਕਰ ਉਹਨੂੰ ਘੈਂਟ ਵਾਤਾਵਰਨ ਦਿੱਤਾ। ਇਹ ਨਹੀਂ ਹੈਗਾ ਵੀ ਸੈਕਿੰਡ ਲੈਂਗੁਏਜ ਇਕੁਆਇਰ ਕੀਤੀ ਨਹੀਂ ਜਾ ਸਕਦੀ, ਇਕੁਆਇਰ ਕੀਤੀ ਜਾ ਸਕਦੀ ਹੈ ਪਰ ਉਸ ਤਰ੍ਹਾਂ ਦਾ ਵਾਤਾਵਰਨ ਮਿਲੇ। ਜਿਵੇਂ ਕਿ ਮਾਤ ਭਾਸ਼ਾ ਆਪਾਂ ਇਕੁਆਇਰ ਕਿਉਂ ਕਹਿੰਦੇ ਵੀ ਕੀਤੀ ਜਾਂਦੀ ਹੈ, ਕਿਉਂਕਿ ਆਪਾਂ ਨੂੰ ਵਾਤਾਵਰਨ ਮਿਲ ਗਿਆ, ਆਪਣਾ ਪਰਿਵਾਰ ਘਰ 'ਚ ਸਾਰੇ ਬੋਲਦੇ ਸੀ, ਦੋਸਤ ਮਿੱਤਰ ਸਾਰੇ ਉਹ ਭਾਸ਼ਾ ਬੋਲਦੇ ਸੀ, ਵਰਤਦੇ ਸੀ, ਆਪਾਂ ਨੂੰ ਵਾਤਾਵਰਨ ਮਿਲਿਆ ਸੀ, ਤਾਂ ਉਹ ਭਾਸ਼ਾ ਆਪਾਂ ਨੇ ਕੀ ਕਰ ਲਈ, ਗ੍ਰਹਿਣ ਕਰ ਲਈ, ਇਕੁਆਇਰ ਕਰ ਲਈ। ਠੀਕ ਹੈ, ਉਸ ਤੋਂ ਬਾਅਦ ਹੋਰ ਭਾਸ਼ਾ ਦੇ ਲਈ ਆਪਾਂ ਨੂੰ ਵਾਤਾਵਰਨ ਨਹੀਂ ਮਿਲਿਆ ਤਾਂ ਆਪਾਂ ਨੂੰ ਲਰਨ ਕਰਨੀ ਪੈ ਰਹੀ ਹੈ। ਜਿਵੇਂ ਫੋਰ ਐਗਜ਼ਾਮਪਲ ਕੋਈ ਇੰਸਟੀਟਿਊਟ ਦੇ ਵਿੱਚ ਜਾ ਕੇ ਇੰਗਲਿਸ਼ ਸਿੱਖ ਰਿਹਾ ਹੈ, ਕਿਉਂਕਿ ਉਹਨੂੰ ਵਾਤਾਵਰਨ ਨਹੀਂ ਮਿਲਿਆ, ਘਰੇ ਉਹਨੂੰ ਸਿੱਖਣ ਨੂੰ ਨਹੀਂ ਮਿਲੀ, ਤਾਂ ਉਹ ਸਿੱਖ ਰਿਹਾ, ਲਰਨ ਕਰ ਰਿਹਾ। ਜਦ ਕਿ ਪੰਜਾਬੀ ਜੋ ਵੀ ਉਹਦੀ ਮਾਤ ਭਾਸ਼ਾ ਉਹਨੇ ਘਰ 'ਚ ਸਿੱਖ ਲਈ, ਉਹਨੇ ਕੋਈ ਇੰਸਟੀਟਿਊਟ ਨਹੀਂ ਜੁਆਇਨ ਕੀਤਾ, ਉਹਨੇ ਉਹ ਇਕੁਆਇਰ ਕੀਤੀ ਹੈ। ਠੀਕ ਹੈ, ਤਾਂ ਇਹ ਇੱਕ ਗੱਲ ਹੋ ਗਈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕੁਐਸਚਨ ਨੰਬਰ 67 ਤੁਹਾਡੇ ਸਾਹਮਣੇ ਹੈ ਜੀ, ਰੀਡਿੰਗ ਐਜ ਹੋਲਿਸਟਿਕ ਪ੍ਰੋਸੈਸ ਇਨਕਲੂਡ। ਮਤਲਬ ਕਿ ਹੋਲਿਸਟਿਕ ਪ੍ਰੋਸੈਸ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਹੋਣਗੀਆਂ। ਸ਼ੇਪਸ ਆਫ ਲੈਟਰ ਐਂਡ ਸਾਊਂਡ ਲਿੰਕਡ ਵਿਦ ਦੈਮ, ਗੱਲ ਤਾਂ ਸਹੀ ਹੈ, ਇਹ ਚੀਜ਼ ਸ਼ਾਮਲ ਹੋਣੀ ਚਾਹੀਦੀ ਹੈ ਜਦੋਂ ਆਪਾਂ ਹੋਲਿਸਟਿਕ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ। ਮੀਨਿੰਗ ਆਫ ਵਰਡ, ਸੈਂਟੈਂਸ ਐਂਡ ਸੈਂਟੈਂਸ ਸਟਰਕਚਰ ਹੋਣਾ ਚਾਹੀਦਾ ਹੈ। ਅਬਿਲਿਟੀ ਟੂ ਐਂਟੀਸਪੇਟ ਐਂਡ ਪ੍ਰੈਡਿਕਟ, ਇਹ ਸਭ ਚੀਜ਼ਾਂ ਹੀ ਹੋਣੀ ਚਾਹੀਦੀਆਂ ਨੇ। ਤਾਂ ਆਪਣੇ ਕੋਲ ਆਪਸ਼ਨ ਡੀ ਸਾਡੇ ਕੋਲ ਰਾਈਟ ਹੋ ਜਾਊਗਾ ਜੀ, ਆਲ ਆਫ ਦੀ ਅਬਵ। ਤਾਂ 67 ਦਾ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਡੀ ਹੋ ਜਾਵੇਗਾ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਪ੍ਰਸ਼ਨ ਨੰਬਰ 68, ਅਲੋਂਗ ਵਿਦ ਬੇਸਿਕ ਲੈਂਗੁਏਜ ਸਕਿੱਲ, ਮਤਲਬ ਕਿ LSRW ਲਿਸਨਿੰਗ, ਸਪੀਕਿੰਗ, ਰਾਈਟਿੰਗ, ਰੀਡਿੰਗ, ਰਾਈਟਿੰਗ। ਠੀਕ ਹੈ, ਇਹ ਜਿਹੜੀਆਂ ਸਕਿੱਲਸ ਨੇ। ਲਿਟਰੇਚਰ ਮੇਕਸ ਐਨ ਇੰਪੋਰਟੈਂਟ ਕੰਟਰੀਬਿਊਸ਼ਨ ਇਨ ਅਦਰ ਏਰੀਆਜ਼ ਆਫ ਲੈਂਗੁਏਜ ਇਨਕਲੂਡਿੰਗ, ਮਤਲਬ ਕਿ ਜਿਹੜਾ ਲਿਟਰੇਚਰ ਹੈ ਉਹ ਕਿਸ ਤਰੀਕੇ ਨਾਲ ਯੋਗਦਾਨ ਪਾਉਂਦਾ ਹੈ। ਠੀਕ ਹੈ, ਵੀ ਹੋਰ ਤਰੀਕਿਆਂ ਦੇ ਵਿੱਚ, ਹੋਰ ਖੇਤਰਾਂ ਦੇ ਵਿੱਚ ਕਿਸ ਤਰੀਕੇ ਨਾਲ ਯੋਗਦਾਨ ਪਾਉਂਦਾ ਹੈ। ਠੀਕ ਹੈ, ਤਾਂ ਬੇਸਿਕ ਸਕਿੱਲ ਨੂੰ ਇਨਕਲੂਡ ਕਰਦੇ ਹੋਏ ਤਾਂ ਦੇਖੋ ਜੀ, ਵਰਡ ਮੀਨਿੰਗ ਅਤੇ ਗ੍ਰਾਮਰ ਵੀ ਉਹਦੇ ਨਾਲ ਵਧੀਆ ਮਤਲਬ ਡਿਵੈਲਪ ਹੁੰਦੀ ਹੈ, ਤਾਂ ਇਹਦੇ 'ਚ ਕੰਟਰੀਬਿਊਸ਼ਨ ਹੁੰਦਾ ਹੈ ਲਿਟਰੇਚਰ ਦਾ। ਠੀਕ ਹੈ, ਨਵੇਂ ਨਵੇਂ ਆਪਾਂ ਸ਼ਬਦ ਸਿੱਖਾਂਗੇ, ਆਪਾਂ ਨੂੰ ਗ੍ਰਾਮਰ ਬੈਸਟ ਹੋਏਗੀ, ਕਿ ਇੰਪਰੂਵਮੈਂਟ ਹੋਈ ਗ੍ਰਾਮਰ 'ਚ। ਐਕਸਪ੍ਰੈਸ਼ਨ ਐਂਡ ਕ੍ਰੀਏਟਿਵ ਰਾਈਟਿੰਗ, ਬਿਲਕੁਲ ਸਹੀ ਹੈ ਗੱਲ। ਤਾਂ ਇਹ ਦੋਨੇ ਚੀਜ਼ਾਂ ਹੀ ਕਹਿ ਸਕਦੇ ਆਪਣੇ 'ਚ ਆਉਂਦੀਆਂ ਨੇ ਲਿਟਰੇਚਰ ਦੇ ਨਾਲ, ਤਾਂ ਇਹ ਇਸ ਯੋਗਦਾਨ ਹੈਗੇ, ਕੰਟਰੀਬਿਊਸ਼ਨ ਹੈਗੇ ਲਿਟਰੇਚਰ ਦਾ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਆਪਸ਼ਨ ਏ ਅਤੇ ਬੀ ਦੋਨੇ ਆਪਸ਼ਨਾਂ ਹੀ ਸਾਡੇ ਕੋਲ ਕੀ ਹੋ ਜਾਣਗੀਆਂ, ਰਾਈਟ ਹੋ ਜਾਣਗੀਆਂ। ਤਾਂ 68 ਨੰਬਰ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਸੀ ਹੋਏਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 69, ਵਿਚ ਆਫ ਫੋਲੋਇੰਗ ਇਜ਼ ਇਨਕਲੂਡਡ ਇਨ ਦਾ ਕੈਟਾਗਰੀ ਆਫ ਇਸੈਂਸ਼ੀਅਲ ਬੇਸਿਕ ਮਟੀਰੀਅਲ, ਯਾਨੀ ਕਿ ਜ਼ਰੂਰੀ ਚੀਜ਼ਾਂ ਲੱਭਣੀਆਂ ਨੇ। ਇਹ ਕੁਐਸਚਨ ਮਤਲਬ ਦਿਮਾਗ ਘੁਮਾ ਦੂਗਾ, ਕਿਉਂਕਿ ਜ਼ਰੂਰੀ, ਸਭ ਤੋਂ ਜ਼ਰੂਰੀ ਚੀਜ਼ ਕੀ ਹੈ,
ਜੇ ਕਲਾਸ ਦੇ ਵਿੱਚ ਕੋਈ ਵੱਡਾ ਮਤਲਬ ਪ੍ਰੋਜੈਕਟਰ ਨਹੀਂ ਹੋਊਗਾ ਤਾਂ ਕੰਮ ਸਰ ਜੂਗਾ। ਸਕੂਲ ਦੇ ਵਿੱਚ ਪ੍ਰੋਜੈਕਟਰ ਨਹੀਂ ਹੋਊਗਾ, ਕੰਮ ਚੱਲ ਜੂਗਾ। ਠੀਕ ਹੈ, ਸਕੂਲ ਦੇ ਵਿੱਚ ਕਹਿ ਸਕਦੇ ਨੇ ਲੈਂਗੁਏਜ ਕਾਰਡ ਨਹੀਂ ਹੋਣਗੇ, ਲੈਂਗੁਏਜ ਲੈਬ ਨਹੀਂ ਹੋਊਗੀ, ਕੰਮ ਚੱਲ ਜੂਗਾ। ਪਰ ਜੇ ਸਕੂਲ ਦੇ ਵਿੱਚ ਟੋਇਲਟ ਨਾ ਹੋਈ, ਉੱਥੇ ਕਲੀਨ ਵਾਟਰ ਨਾ ਹੋਇਆ ਪੀਣ ਵਾਸਤੇ, ਡਰਿੰਕਿੰਗ ਵਾਟਰ ਨਾ ਹੋਇਆ, ਤਾਂ ਔਖਾ ਹੋ ਜਾਊਗਾ। ਬੱਚੇ ਪਿਆਸੇ ਹੀ ਮਰ ਜਾਣਗੇ, ਬੇਸਿਕ ਨੀਡ ਨੇ ਤਾਂ। ਠੀਕ ਹੈ, ਤਾਂ ਟੋਇਲਟ ਅਤੇ ਡਰਿੰਕਿੰਗ ਵਾਟਰ ਵਾਲੇ ਤਾਂ ਆਪਸ਼ਨ ਆਪਾਂ ਸਿਲੈਕਟ ਕਰਾਂਗੇ, ਯਾਨੀ ਕਿ 3 ਨੰਬਰ ਤਾਂ ਆਪਾਂ ਸਿਲੈਕਟ ਕਰਾਂਗੇ। ਠੀਕ ਹੈ, ਤਾਂ 3 ਨੰਬਰ ਇਹਦੇ 'ਚ ਤਾਂ ਹੈ ਨਹੀਂ ਗਾ, ਇਹਦੇ 'ਚ ਵੀ ਹੈ ਨਹੀਂ ਗਾ, ਤਾਂ ਇਹ ਆਪਸ਼ਨ ਦਾ ਕੱਟ ਦਿਓ। ਹੁਣ 3 ਨੰਬਰ ਦੇ ਨਾਲ ਪਹਿਲੀ ਸਹੀ ਰਹੂਗੀ ਕਿ ਦੂਸਰੀ? ਹੁਣ ਇਹਦੇ 'ਚੋਂ ਬੇਸਿਕ ਦੇਖੋ ਵੀ ਬੇਸਿਕ ਨੀਡ ਕੀ ਹੈ। ਤਾਂ ਦੇਖੋ ਮੈਂ ਕਹਿੰਦਾ ਚਾਰਟ ਮਾਡਲ ਪਿਕਚਰ ਬਿਨਾਂ ਵੀ ਕੰਮ ਚੱਲ ਜੂਗਾ, ਪਰ ਇਸ ਤੋਂ ਵੀ ਬੇਸਿਕ ਨੀਡ ਕੀ ਹੈ? ਮੈਟ ਹੋਣੇ ਚਾਹੀਦੇ ਨੇ, ਬੈਂਚ ਹੋਣੇ ਚਾਹੀਦੇ ਨੇ, ਚੇਅਰਸ ਹੋਣੀ ਚਾਹੀਦੀਆਂ ਨੇ। ਠੀਕ ਹੈ, ਤਾਂ ਆਪਣੇ ਕੋਲ ਇਹ ਪਹਿਲੀ ਅਤੇ ਤੀਸਰੀ ਜੋ ਕਥਨ ਲਿਖੇ ਹੋਏ ਨੇ ਇਹ ਬੇਸਿਕ ਨੀਡ ਨੇ ਆਪਣੀਆਂ, ਯਾਨੀ ਕਿ ਇਹ ਇਸੈਂਸ਼ੀਅਲ ਬੇਸਿਕ ਮਟੀਰੀਅਲ ਹੈ, ਤਾਂ ਇਹ ਹੋਣਾ ਚਾਹੀਦਾ। ਤਾਂ ਪਹਿਲੀ ਅਤੇ ਤੀਸਰੀ ਵਾਲੀ ਆਪਸ਼ਨ ਆਪਣੇ ਕੋਲ ਬੀ ਹੈ, ਤਾਂ ਆਪਾਂ ਬੀ ਆਪਸ਼ਨ ਸਿਲੈਕਟ ਕਰਾਂਗੇ। ਇੱਦਾਂ ਰਿਮੂਵ ਕਰਨੇ ਹੁੰਦੇ। ਵੈਸੇ ਸਾਰੀਆਂ ਚੀਜ਼ਾਂ ਦੀ ਲੋੜ ਹੈ, ਆਪਾਂ ਉਹਨਾਂ ਨੂੰ ਇਨਕਾਰ ਨਹੀਂ ਰਹੇ, ਪਰ ਆਪਾਂ ਨੇ ਆਪਸ਼ਨ ਦੇਖਣੀ ਸੀ। ਜੇ ਆਪਣੇ ਕੋਲ ਆਲ ਆਫ ਅਬਵ ਵਾਲੀ ਚੀਜ਼ ਹੁੰਦੀ ਤਾਂ ਆਪਾਂ ਸਿਲੈਕਟ ਕਰ ਲੈਂਦੇ। ਠੀਕ ਹੈ, ਤਾਂ ਆਪਾਂ ਨੇ ਸਭ ਤੋਂ ਬੇਸਿਕ ਨੀਡ ਹੈ ਜਿਹੜੀ ਬੇਸਿਕ ਮਟੀਰੀਅਲ ਉਹ ਫਾਈਂਡ ਆਊਟ ਕਰਨਾ ਸੀ। ਤਾਂ ਟੋਇਲਟ ਬੇਸਿਕ 'ਚ ਆ ਗਿਆ, ਮੈਟਸ, ਬੈਂਚ, ਚੇਅਰਸ ਇਹ ਬੇਸਿਕ 'ਚ ਆ ਗਈ, ਵਾਟਰ ਬੇਸਿਕ 'ਚ ਆ ਗਿਆ। ਠੀਕ ਹੈ, ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਕੇ ਰੱਖਿਓ। ਕੁਐਸਚਨ ਘੈਂਟ ਸੀ, ਵਧੀਆ ਸਿਲੈਕਟ ਕਰਨ ਵਾਲਾ ਸੀ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ, ਵਿਚ ਟਾਈਪ ਆਫ ਮੈਥਡ ਆਰ ਸੂਟੇਬਲ ਇਨ ਡਿਵਰਸ ਕਲਾਸਰੂਮ। ਮਤਲਬ ਕਿ ਵਿਭਿੰਨ ਕਲਾਸਰੂਮ ਹੈ, ਉਹਦੇ ਵਿੱਚ ਕਿਹੜਾ ਮੈਥਡ ਹੈ ਜਿਹੜਾ ਉਹ ਸੂਟੇਬਲ ਰਹੇਗਾ। ਤਾਂ ਦੇਖੋ ਸਟੂਡੈਂਟ ਓਰੀਐਂਟਡ ਬਿਲਕੁਲ ਹੋਣਾ ਚਾਹੀਦਾ ਹੈ, ਚਾਈਲਡ ਸੈਂਟਰਡ ਵੀ ਹੋਣਾ ਚਾਹੀਦਾ ਹੈ। ਤਾਂ ਏ ਅਤੇ ਬੀ ਵਾਲੀ ਆਪਸ਼ਨ ਆਪਾਂ ਸਿਲੈਕਟ ਕਰ ਲਾਂਗੇ। ਏ ਅਤੇ ਬੀ ਦੋਨੇ ਤਰ੍ਹਾਂ ਦਾ ਜਿਹੜਾ ਮੈਥਡ ਨੇ ਉਹ ਹੋਣੇ ਚਾਹੀਦੇ ਨੇ, ਚਾਈਲਡ ਸੈਂਟਰਡ ਮੈਥਡ ਵੀ ਹੋਣੇ ਚਾਹੀਦੇ ਨੇ। ਠੀਕ ਹੈ, ਸੂਟੇਬਲ ਰਹਿਣਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਸਟੂਡੈਂਟ ਓਰੀਐਂਟਡ ਵੀ ਹੋਣੇ ਚਾਹੀਦੇ ਨੇ। ਤਾਂ ਦੋਨੇ ਟਾਈਪ ਦੇ ਜਿਹੜੇ ਮੈਥਡ ਨੇ ਉਹ ਸੂਟੇਬਲ ਹੋਣਗੇ ਡਿਵਰਸ ਕਲਾਸਰੂਮ ਦੇ ਵਿੱਚ। ਏ ਅਤੇ ਬੀ ਆਪਾਂ ਨੇ ਆਪਸ਼ਨ ਤਾਂ ਹੀ ਸਿਲੈਕਟ ਕਰ ਲਈ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਕੁਐਸਚਨ ਨੰਬਰ 71। ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਪੜਾਅ ਵਿੱਚ ਜਿਹੜਾ ਬੌਧਿਕ ਵਿਕਾਸ ਹੈ ਉਸ ਦੇ ਕਿਸ ਪੜਾਅ ਵਿੱਚ ਪਰਿਕਲਪਨਾ ਯਾਨੀ ਕਿ ਹਾਈਪੋਥੈਸਿਸ ਆ ਜਾਂਦੀ ਹੈ। ਤਾਂ ਇਹ ਡਿਟੈਕਟਿਵ ਦੇ ਨਾਲ ਹੀ ਆਉਂਦੀ ਹੈ, ਡਿਟੈਕਟਿਵ ਰੀਜਨਿੰਗ ਨਾਲ ਆਪਾਂ ਪੜ੍ਹਿਆ ਸੀ। ਤਾਂ ਇਹਦੇ 'ਚ ਰਾਈਟ ਆਨਸਰ ਹੋ ਜਾਵੇਗਾ ਆਪਣੇ ਕੋਲ ਆਪਸ਼ਨ ਬੀ, ਫਾਰਮਲ ਆਪਰੇਸ਼ਨਲ ਸਟੇਜ। ਠੀਕ ਹੈ, ਤਾਂ ਇਸ ਦਾ ਜਿਹੜਾ 4 ਸਟੇਜਾਂ ਦਾ ਸਿਧਾਂਤ ਸੀ ਉਹਦੇ 'ਚ ਲਾਸਟ ਸਟੇਜ ਆਪਾਂ ਇਹਨੂੰ ਮੰਨਦੇ ਹਾਂ। ਠੀਕ ਹੈ, ਫਾਰਮਲ ਆਪਰੇਸ਼ਨਲ ਸਟੇਜ ਨੂੰ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇਹ ਕੀ ਹੋ ਗਿਆ, ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 72। ਹੇਠ ਦਿੱਤਿਆਂ ਵਿੱਚੋਂ ਕਿਹੜਾ ਸਿਖਿਆਰਥੀ ਵਿੱਚ ਰਚਨਾਤਮਕਤਾ ਨੂੰ ਵਧਾਵੇਗਾ, ਮਤਲਬ ਕਿ ਕ੍ਰੀਏਟੀਵਿਟੀ ਨੂੰ ਇਨਕਰੀਜ਼ ਕਰਨਾ ਹੈ। ਠੀਕ ਹੈ, ਤਾਂ ਕਿਵੇਂ ਹੋਏਗੀ? ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਾ ਯੋਗ ਮੁੱਲ ਪੜ੍ਹਾਉਣਾ, ਜਾਂ ਫਿਰ ਹਰੇਕ ਸਿਖਿਆਰਥੀ ਨੂੰ ਪ੍ਰਸ਼ਨ ਪੁੱਛਣ ਅਤੇ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ, ਸਕੂਲ ਜੀਵਨ ਦੇ ਆਰੰਭ ਤੋਂ ਹੀ ਪ੍ਰਾਪਤੀ ਦੇ ਉਦੇਸ਼ਾਂ 'ਤੇ ਜ਼ੋਰ ਦੇਣਾ, ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਚੰਗੇ ਨੰਬਰ ਲਈ ਕੋਚਿੰਗ। ਦੇਖੋ ਚੰਗੇ ਨੰਬਰ ਵਾਲੀ ਵੀ ਕੋਈ ਐਡੀ ਗੱਲ ਹੁੰਦੀ ਨਹੀਂ। ਠੀਕ ਹੈ, ਕ੍ਰੀਏਟੀਵਿਟੀ ਨਾਲ ਇਹਦਾ ਕੋਈ ਮਕਸਦ ਨਹੀਂ। ਮੁੱਲ ਦੱਸਣਾ ਇਹ ਵੀ ਕੋਈ ਐਡੀ ਖਾਸ ਗੱਲ ਨਹੀਂ, ਅਤੇ ਉਸ ਨੂੰ ਤੁਸੀਂ ਸ਼ੁਰੂ ਤੋਂ ਹੀ ਪ੍ਰਾਪਤੀਆਂ ਬਾਰੇ ਦੱਸਣ ਲੱਗ ਜਾਓਗੇ, ਉਹ 'ਤੇ ਜ਼ੋਰ ਦੇਣ ਲੱਗ ਜਾਓਗੇ, ਇਹ ਵੀ ਕੋਈ ਐਡੀ ਪੋਜ਼ੀਟਿਵ ਗੱਲ ਨਹੀਂ। ਤਾਂ ਆਪਣੇ ਕੋਲ ਇੱਕੋ ਆਪਸ਼ਨ ਬਚੀ ਹੈ ਕਿ ਸਿਖਿਆਰਥੀਆਂ ਨੂੰ ਪ੍ਰਸ਼ਨ ਪੁੱਛਣ ਲਈ ਉਤੇਜਿਤ ਕਰੋ, ਉਹਨਾਂ ਨੂੰ ਕਹੋ, ਅਵਸਰ ਦਿਓ, ਮੌਕੇ ਦਿਓ ਵੀ ਤੂੰ ਪ੍ਰਸ਼ਨ ਪੁੱਛ, ਜਿਹੜੀ ਚੀਜ਼ ਨਹੀਂ ਸਮਝ ਆਈ ਪੁੱਛ। ਤਾਂ ਅੰਦਰੂਨੀ ਪ੍ਰਤਿਭਾ ਵਿੱਚ ਨਿਖਾਰ ਦੇ ਅਵਸਰ ਪ੍ਰਦਾਨ ਕਰਨਾ, ਇਹ ਸਭ ਚੀਜ਼ਾਂ ਆਪਾਂ ਕਰਾਂਗੇ ਜੇਕਰ ਬੱਚੇ ਦੇ ਵਿੱਚ ਆਪਾਂ ਨੇ ਕ੍ਰੀਏਟੀਵਿਟੀ ਯਾਨੀ ਕਿ ਰਚਨਾਤਮਕਤਾ ਨੂੰ ਵਧਾਉਣਾ ਹੈ। ਤਾਂ ਇਹ ਸਭ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਣਗੀਆਂ। ਤਾਂ ਆਪਣੇ ਕੋਲ ਬੀ ਆਪਸ਼ਨ ਹੈ ਇਹ ਸਾਡੇ ਕੋਲ ਕੀ ਹੋ ਜਾਊਗਾ, ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਕੁਐਸਚਨ ਦਾ ਰਾਈਟ ਆਨਸਰ ਜਿਹੜਾ ਇਹ ਡਿਸਕਸ ਕਰ ਲਿਆ। ਤਾਂ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਜੀ, ਅਤੇ ਇਹ ਕੁਐਸਚਨ ਇੰਪੋਰਟੈਂਟ ਹੈ। ਰੀਟ ਦੇ ਵਿੱਚ ਕੀ, ਪੀਐਸਟੈਟ ਦੇ ਵਿੱਚ ਕੀ ਪੁੱਛਿਆ ਜਾ ਚੁੱਕਿਆ ਹੈ। ਠੀਕ ਹੈ, ਤਾਂ ਹੇਠ ਦਿੱਤਿਆਂ ਵਿੱਚੋਂ ਕਿਹੜੀ ਗੁਣਵਾਨ ਸਿਖਿਆਰਥੀ ਯਾਨੀ ਕਿ ਗਿਫਟਡ ਚਾਈਲਡ ਕਹਿ ਸਕਦੇ ਹਾਂ ਦੀ ਵਿਸ਼ੇਸ਼ਤਾ ਹੈ। ਠੀਕ ਹੈ, ਉਹ ਆਕਰਮਣਸ਼ੀਲ ਅਤੇ ਖਿਝਿਆ ਮਹਿਸੂਸ ਕਰਦਾ ਹੈ। ਜੇਕਰ ਜਮਾਤ ਕਿਰਿਆਬੰਦ ਚੁਣੌਤੀਪੂਰਨ ਨਹੀਂ ਹਨ ਤਾਂ ਉਹ ਘੱਟ ਉਤਸ਼ਾਹਿਤ ਅਤੇ ਬੋਰ ਮਹਿਸੂਸ ਕਰਦਾ ਹੈ। ਉਹ ਅਧਿਕ ਮਿਜ਼ਾਜੀ ਹੈ। ਉਹ ਹੱਥ ਲਹਿਰਾਉਣ, ਝੂਲਣ ਆਦਿ ਵਿਵਹਾਰ ਵਿੱਚ ਲੱਗਿਆ ਹੋਇਆ ਹੈ। ਤਾਂ ਦੇਖੋ ਜੀ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਕੀ ਹੈ ਕਿ ਜੇਕਰ ਕਿਰਿਆਵਾਂ ਜੋ ਕੰਮ ਟੀਚਰ ਕਰਾ ਰਿਹਾ ਹੈ ਉਹ ਉਸ ਦੇ ਲਈ ਚੁਣੌਤੀਪੂਰਨ ਨਹੀਂ, ਇੱਕਦਮ ਕਰ ਰਿਹਾ ਉਹਨੂੰ, ਮਤਲਬ ਜਿਵੇਂ ਪਹਿਲਾਂ ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈ, ਤੁਹਾਨੂੰ ਇੰਨਾ ਈਜ਼ੀ ਲੱਗਦਾ ਵੀ ਉਹ ਤਾਂ ਕਹਿੰਦਾ ਮੇਰੇ ਖੱਬੇ ਹੱਥ ਦਾ ਕੰਮ ਹੈ। ਤਾਂ ਜੇਕਰ ਇੱਦਾਂ ਦਾ ਕੰਮ ਹੈ ਵੀ ਉਹਨੂੰ ਚੁਣੌਤੀ ਨਹੀਂ ਦੇ ਰਿਹਾ ਬੱਚੇ ਨੂੰ, ਤਾਂ ਉਹ ਘੱਟ ਉਤਸ਼ਾਹਿਤ, ਮਤਲਬ ਕਿ ਕਹਿ ਸਕਦੇ ਹਾਂ ਉਹਦੇ 'ਚ ਜੋਸ਼ ਘੱਟ ਹੋਊਗਾ, ਉਤਸ਼ਾਹ ਘੱਟ ਹੋਊਗਾ। ਠੀਕ ਹੈ,
ਤੇ ਬੋਰ ਮਹਿਸੂਸ ਕਰ ਸਕਦਾ ਹੈ। ਮਤਲਬ ਉਹਨੂੰ ਲੱਗੂਗਾ ਯਾਰ ਤਾਂ ਬੋਰਿੰਗ ਜੀ ਕਲਾਸ ਹੈ, ਟੀਚਰ ਉਹ ਕੁਛ ਕਰਾਈ ਜਾਂਦਾ ਜਿਹੜਾ ਮੈਨੂੰ ਆਉਂਦਾ ਹੈ, ਤਾਂ ਉਹ ਕੀ ਹੋ ਜਾਊਗਾ, ਬੋਰ ਹੋ ਜਾਊਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਡਿਸਲੈਕਸੀਆ ਸੰਬੰਧਿਤ ਹੈ ਕਾਹਦੇ ਨਾਲ, ਮਾਨਸਿਕ ਗੜਬੜ ਨਾਲ, ਜਾਂ ਫਿਰ ਗਣਿਤਕ ਗੜਬੜ ਨਾਲ, ਜਾਂ ਫਿਰ ਪੜ੍ਹਨ ਗੜਬੜ ਨਾਲ, ਜਾਂ ਫਿਰ ਵਿਵਹਾਰਿਕ ਗੜਬੜ ਨਾਲ। ਤਾਂ ਦੇਖੋ ਸਿੰਪਲ ਜੀ ਗੱਲ ਹੈ, ਜੋ ਡਿਸਲੈਕਸੀ ਹੈਗਾ ਇਹ ਸੰਬੰਧਿਤ ਆਪਾਂ ਕਹਿ ਸਕਦੇ ਹਾਂ ਪੜ੍ਹਨ ਨਾਲ। ਆਪਾਂ ਨੇ ਇੱਦਾਂ ਇੱਕ ਲਾਈਨ ਯਾਦ ਕਰੀ ਸੀ, ਲਾਈਨ ਕੀ ਯਾਦ ਕਰੀ ਸੀ ਆਪਾਂ ਨੇ, ਲੈਕਸ ਪੜ੍ਹਦਾ ਰੁਕ ਗਿਆ, ਮਤਲਬ ਕਿ ਪੜ੍ਹਦਾ ਰੁਕ ਗਿਆ ਕਿਉਂਕਿ ਪੜ੍ਹਨ 'ਚ ਉਹਨੂੰ ਸਮੱਸਿਆ ਸੀ, ਪੜ੍ਹਦਾ ਰੁਕ ਗਿਆ। ਇੱਦਾਂ ਆਪਾਂ ਟ੍ਰਿਕ ਯਾਦ ਕੀਤੀ ਹੋਈ, ਉਹ ਟ੍ਰਿਕ ਵਾਲੀ ਕਲਾਸ ਜ਼ਰੂਰ ਦੇਖਿਓ, ਠੀਕ ਹੈ, ਪਲੇਲਿਸਟ ਦੇ ਵਿੱਚ ਜਾ ਕੇ ਮਿਲ ਜੂਗੀ ਤੁਹਾਨੂੰ, ਨਹੀਂ ਫਿਰ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦਾਂਗੇ। ਤਾਂ ਦੇਖੋ ਲੈਕਸ ਹੈ ਜਿਹੜਾ, ਲੈਕਸ ਮਤਲਬ ਡਿਸਲੈਕਸੀਆ, ਇੱਦਾਂ ਇਹਦੇ ਨਾਲ ਜੋੜਿਆ ਸੀ ਆਪਾਂ ਡਿਸਲੈਕਸੀਆ। ਤਾਂ ਲੈਕਸ ਪੜ੍ਹਦਾ ਰੁਕ ਗਿਆ, ਇਹਦਾ ਮਤਲਬ ਪੜ੍ਹਨ ਦੇ ਵਿੱਚ ਉਹਨੂੰ ਸਮੱਸਿਆ ਹੈ, ਪੜ੍ਹਨ ਦੇ ਵਿੱਚ ਗੜਬੜ ਹੈ, ਠੀਕ ਹੈ। ਤਾਂ ਗੜਬੜ ਹੈ ਜਿਹੜੀ ਉਹ ਪੜ੍ਹਨ ਦੇ ਵਿੱਚ ਹੈ, ਤਾਂ ਇਹ ਕੀ ਹੋ ਗਿਆ, ਕਹਿ ਸਕਦੇ ਆਪਾਂ ਡਿਸਲੈਕਸੀਆ ਹੋ ਗਿਆ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਚੀਜ਼ ਨੂੰ ਡਿਸਕਸ ਕਰ ਲਿਆ ਹੈ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ, ਇਹ ਤਾਂ ਇੱਕ ਸਿੰਪਲ ਜਿਹਾ ਕੁਐਸਚਨ ਸੀ। ਤਾਂ ਨੈਕਸਟ ਕੁਐਸਚਨ ਹੈ ਜੀ, ਰੇਖਾ ਕੋਈ ਲੜਕੀ ਹੈ, ਠੀਕ ਹੈ, ਰੇਖਾ ਜਿਹੜੀ ਘਰ ਜ਼ਿਆਦਾ ਨਹੀਂ ਬੋਲਦੀ, ਉਲਟਾ ਹੈ, ਘਰ 'ਚ ਨਹੀਂ ਉਹ ਬੋਲਦੀ, ਸਕੂਲ 'ਚ ਬਹੁਤ ਬੋਲਦੀ ਹੈ। ਇਹ ਕੀ ਚੀਜ਼ ਨੂੰ ਦਿਖਾਉਂਦਾ ਹੈ, ਸਕੂਲ ਬੱਚਿਆਂ ਨੂੰ ਕਾਫੀ ਜ਼ਿਆਦਾ ਬੋਲਣ ਦੇ ਅਵਸਰ ਪ੍ਰਦਾਨ ਕਰਦਾ ਹੈ, ਜਾਂ ਫਿਰ ਅਧਿਆਪਕ ਮੰਗ ਕਰਦੇ ਹਨ ਕਿ ਬੱਚਿਆਂ ਨੂੰ ਜ਼ਿਆਦਾ ਬੋਲਣਾ ਚਾਹੀਦਾ, ਉਹ ਕਿੱਥੇ ਜਾਂਦੇ ਨੇ, ਉਦੋਂ ਚੁੱਪ ਕਰਾਉਂਦੇ ਹੀ ਉਹਨਾਂ ਦਾ ਗਲਾ ਬਹਿ ਜਾਂਦਾ, ਚੁੱਪ ਕਰਾਉਂਦੇ ਕਰਾਉਂਦੇ ਉਹ ਕਿੱਥੇ ਜਾਂਦੇ ਨੇ ਵੀ ਜ਼ਿਆਦਾ ਬੋਲਣ, ਸ਼ੋਰ ਪਾਉਣ, ਹੈ ਨਾ। ਤਾਂ ਉਹ ਆਪਣੇ ਘਰ ਨੂੰ ਬਿਲਕੁਲ ਪਸੰਦ ਨਹੀਂ ਕਰਦੀ, ਉਸ ਦੇ ਵਿਚਾਰਾਂ ਨੂੰ ਸਕੂਲ ਵਿੱਚ ਪ੍ਰਵਾਨਗੀ ਪ੍ਰਾਪਤ ਹੈ। ਤਾਂ ਡੀ ਆਪਸ਼ਨ ਸਭ ਤੋਂ ਬੈਸਟ ਹੈ ਜੀ, ਮਤਲਬ ਕਿ ਉਸ 'ਤੇ ਜਿਹੜੀ ਵਿਚਾਰ ਹੈ ਉਸ ਦੀ ਗੱਲ ਸਕੂਲ ਵਿੱਚ ਸੁਣੀ ਜਾਂਦੀ ਹੈ। ਜਦੋਂ ਸਕੂਲ 'ਚ ਕੋਈ ਗੱਲ ਕਹਿੰਦੀ ਉਹਦੇ ਦੋਸਤ ਸੁਣਦੇ ਨੇ, ਰਿਸਪੌਂਸ ਦਿੰਦੇ ਨੇ, ਜਦੋਂ ਕੋਈ ਗੱਲ ਕਹਿੰਦੀ ਟੀਚਰ ਸੁਣਦਾ, ਰਿਸਪੌਂਸ ਦਿੰਦਾ, ਇਸ ਕਰਕੇ ਉਹ ਸਕੂਲ 'ਚ ਬੋਲਦੀ ਹੈ। ਕੀ ਤਾਂ ਘਰ ਦੇ ਵਿੱਚ ਜਦੋਂ ਕੋਈ ਗੱਲ ਕਹਿੰਦੀ ਹੋਵੇ ਉਹਦੇ ਪੇਰੈਂਟਸ ਉਹਨੂੰ ਡਰਾ ਕੇ ਚੁੱਪ ਕਰ ਕੁੜੀਏ, ਤਾਂ ਇੱਦਾਂ ਕਹਿ ਕੇ ਮਤਲਬ ਚੁੱਪ ਕਰਾ ਦਿੰਦੇ ਹੋਣ, ਠੀਕ ਹੈ। ਉਹਦਾ ਕੋਈ ਦੋਸਤ ਮਤਲਬ ਗੁਆਂਢੀ, ਆਂਢੀ ਗੁਆਂਢੀ ਚੁੱਪ ਕਰਾ ਦਿੰਦੇ ਹੋਣ, ਉਹਦੇ ਰਿਲੇਟਿਵ ਨੇ ਜਿਹੜੇ ਉਹ ਚੁੱਪ ਕਰਾ ਦਿੰਦੇ ਹੋਣ, ਤਾਂ ਇਸ ਕਰਕੇ ਉਹਦੇ ਘਰ ਵਿੱਚ ਵਿਚਾਰਾਂ ਨੂੰ ਸੁਣਿਆ ਨਹੀਂ ਜਾਂਦਾ, ਪ੍ਰਵਾਨਗੀ ਨਹੀਂ ਸਕੂਲ ਦੇ ਵਿੱਚ ਸੁਣਿਆ ਜਾਂਦਾ। ਇਹ ਸਭ ਤੋਂ ਬੈਸਟ ਚੀਜ਼ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵਸਤੂਆਂ ਸਮੂਹ ਨੂੰ ਇੱਕ ਸਮੂਹ ਦੇ ਵਿੱਚ ਮਤਲਬ ਇਕੱਠੇ ਕਰਨਾ। ਇਸ ਕਾਬਲੀਅਤ ਨੂੰ ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਕੀ ਕਹਾਂਗੇ ਆਪਾਂ, ਇਹਨੂੰ ਮਤਲਬ ਆਪਾਂ ਕੀ ਕਹਾਂਗੇ, ਇੱਕਮਿਕ ਕਰਨਾ ਕਹਾਂਗੇ, ਸਮਾਯੋਜਨ ਕਹਾਂਗੇ, ਵਰਗੀਕਰਨ ਕਹਾਂਗੇ, ਜਾਂ ਫਿਰ ਵਰਗ ਵਿੱਚ ਸ਼ਾਮਲ ਕਰਨਾ। ਤਾਂ ਇਹ ਵਰਗੀਕਰਨ ਕਲਾਸੀਫਿਕੇਸ਼ਨ ਹੋ ਜਾਏਗਾ। ਮਤਲਬ ਕਿ ਫੋਰ ਐਗਜ਼ਾਮਪਲ ਬੱਚੇ ਨੂੰ ਪੈਨਸਲਾਂ, ਪੈਨ, ਮਤਲਬ ਦੇਖੋ ਇੱਕ ਪੈਨਸਲ, ਉਹਨੂੰ 5 ਪੈਨਸਲਾਂ ਦੇ ਦਿੱਤੀਆਂ, ਹੈ ਨਾ, 5 ਨੀਲੇ ਪੈਨ ਦੇ ਦਿੱਤੇ, 5 ਰੈੱਡ ਪੈਨ ਦੇ ਦਿੱਤੇ, ਤਾਂ ਇਹ 5 5 5 ਨੂੰ ਮਿਕਸ ਕਰਤਾ, 15 ਬਣ ਗਏ, ਹੈ ਨਾ, ਮਿਕਸ ਕਰ ਲਿਆ ਇੱਦਾਂ। ਤਾਂ ਉਹ ਬੱਚਾ ਕੀ ਕਰੂਗਾ, ਹੋ ਸਕਦਾ ਉਹਨਾਂ ਨੂੰ ਮਤਲਬ ਅਲੱਗ-ਅਲੱਗ ਕਰ ਦੇ ਵੀ ਇਹ ਨੀਲਾ ਹੈ, ਹੈ ਨਾ, ਇਹ ਰੈੱਡ ਹੈ, ਉਹਦੇ ਬੇਸ 'ਤੇ। ਤਾਂ ਉਹ ਉਹਨਾਂ ਨੂੰ ਇੱਕ ਵਰਗ ਦੇ ਵਿੱਚ ਇਕੱਠੇ ਕਰ ਰਿਹਾ, ਕਾਹਦੇ ਆਧਾਰ 'ਤੇ, ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ। ਤਾਂ ਇਹ ਉਹਦੀ ਕਲਾਸੀਫਿਕੇਸ਼ਨ ਹੋ ਗਈ, ਨੀਲਿਆਂ ਨੂੰ ਅਲੱਗ ਕਰਤਾ, ਲਾਲ ਨੂੰ ਅਲੱਗ ਕਰਤਾ। ਤਾਂ ਇਹ ਉਸ ਦੇ ਵਿੱਚ ਕੀ ਆਇਆ, ਕਲਾਸੀਕਲ ਦੀ ਕਹਿ ਸਕਦੇ ਹਾਂ ਆਪਾਂ ਯੋਗਤਾ ਜਿਹੜੀ ਉਹ ਆ ਚੁੱਕੀ ਹੈ, ਵਰਗੀਕਰਨ ਕਹਿ ਸਕਦੇ ਹਾਂ, ਠੀਕ ਹੈ। ਤਾਂ ਸਪੀਅਰਮੈਨ ਦੇ 2 ਫੈਕਟਰ ਸਿਧਾਂਤ ਹੈ ਜਿਹੜਾ, 2 ਫੈਕਟਰ ਥਿਊਰੀ ਦੀ ਆਪਾਂ ਗੱਲ ਕਰ ਚੁੱਕੇ ਸੀ, ਹੈ ਨਾ। ਹੇਠ ਦਿੱਤਿਆਂ ਵਿੱਚੋਂ ਕਿਹੜਾ ਫੈਕਟਰ ਹੈ ਜਿਹੜਾ ਉਹ ਐਸ ਫੈਕਟਰ ਨੂੰ ਪ੍ਰਭਾਸ਼ਿਤ ਕਰਦਾ ਹੈ, ਠੀਕ ਹੈ। ਹੇਠ ਦਿੱਤਿਆਂ ਵਿੱਚੋਂ ਕਿਹੜਾ ਜਿਹੜਾ ਐਸ ਫੈਕਟਰ ਨੂੰ ਪ੍ਰਭਾਸ਼ਿਤ ਕਰਦਾ ਹੈ, ਤਾਂ ਸਿੰਪਲ ਜੀ ਗੱਲ ਇਹ ਇੱਕ ਸਪੈਸੀਫਿਕ ਫੈਕਟਰ ਹੈ, ਠੀਕ ਹੈ। ਤਾਂ 2 ਤਰ੍ਹਾਂ ਦੇ ਫੈਕਟਰ ਇਸ ਨੇ ਦੱਸੇ ਨੇ, ਠੀਕ ਹੈ। ਸਪੀਅਰਮੈਨ ਇੰਪੋਰਟੈਂਟ ਜੇ 2 ਫੈਕਟਰ ਥਿਊਰੀ ਜੀ ਦਿੱਤੀ ਹੈ ਨੇ, ਠੀਕ ਹੈ। ਇੱਕ ਤਾਂ ਜੀ ਫੈਕਟਰ ਯਾਨੀ ਕਿ ਜਨਰਲ ਫੈਕਟਰ, ਜਿਹਦੇ ਵਿੱਚ ਸਾਰੀਆਂ ਕਿਰਿਆਵਾਂ, ਆਮ ਕਿਰਿਆਵਾਂ ਸ਼ਾਮਲ ਨੇ। ਇੱਕ ਹੈ ਸਪੈਸੀਫਿਕ ਫੈਕਟਰ, ਜਿਹਦੇ ਵਿੱਚ ਕੁਝ ਵਿਸ਼ੇਸ਼ ਚੀਜ਼ਾਂ ਜਿਹੜੀਆਂ ਉਹ ਸ਼ਾਮਲ ਨੇ। ਤਾਂ ਇੰਟੈਲੀਜੈਂਸੀ ਦੇ ਇਸ ਤਰੀਕੇ ਨਾਲ ਇਹਨੇ ਥਿਊਰੀ ਨੂੰ 2 ਭਾਗਾਂ ਦੇ ਵਿੱਚ ਵੰਡਿਆ ਹੈ, ਠੀਕ ਹੈ। ਜੀ ਫੈਕਟਰ ਅਤੇ ਐਸ ਫੈਕਟਰ ਇਹਨੇ ਦਿੱਤਾ, ਤਾਂ ਹੀ 2 ਫੈਕਟਰ ਇਹਨੂੰ ਕਿਹਾ ਗਿਆ ਹੈ। ਸਿੱਖਣ ਦੇ ਗਿਆਨਾਤਮਕ ਖੇਤਰੀ ਸਿਧਾਂਤ ਯਾਨੀ ਕਿ ਕੋਗਨੀਟਿਵ ਫੀਲਡ ਥਿਊਰੀ ਆਫ ਲਰਨਿੰਗ ਹੇਠ ਦਿੱਤਿਆਂ ਵਿੱਚੋਂ ਸ਼ਾਮਲ ਨਹੀਂ ਹੈ। ਕਿਹੜੇ ਚੀਜ਼ ਜਿਹੜੀ ਇਹਨਾਂ 'ਚੋਂ ਸ਼ਾਮਲ ਨਹੀਂ ਹੈਗੀ, ਤਾਂ ਦੇਖੋ ਜਿਹੜੀ ਕੋਗਨੀਟਿਵ ਫੀਲਡ ਥਿਊਰੀ ਹੈ ਇਹਦੇ 'ਚ ਇਨਸਾਈਟ ਲਰਨਿੰਗ ਇਨਵੋਲਵ ਹੈਗੀ ਹੈ। ਕੁਰਟਲੈਵਿਨ ਦਾ ਖੇਤਰੀ ਸਿਧਾਂਤ ਵੀ ਆਪਾਂ ਨੇ ਪੜ੍ਹਿਆ ਸੀ। ਇਸ ਤੋਂ ਬਿਨਾਂ ਆਪਾਂ ਕਹਿ ਸਕਦੇ ਹਾਂ ਟੋਲਮੈਨ ਦਾ ਚਿੰਨ੍ਹ ਗੈਸਟਾਲਟ ਸਿਧਾਂਤ ਵੀ ਇਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ। ਤਾਂ ਭੁੱਲ ਜਾਂ ਚੁੱਕ ਵਿਧੀ ਯਾਨੀ ਕਿ ਟਰਾਇਲ ਐਂਡ ਐਰਰ, ਯਾਨੀ ਕਿ ਇਹ ਥੋਰਨਡਾਈਕ ਵਾਲੀ ਹੋ ਗਈ, ਠੀਕ ਹੈ, ਯਤਨ ਅਤੇ ਭੁੱਲ ਵਿਧੀ। ਇਹਨੂੰ ਆਪਾਂ ਮਤਲਬ ਕਿ ਗਿਆਨਾਤਮਕ ਖੇਤਰੀ ਸਿਧਾਂਤ ਦੇ ਵਿੱਚ ਨਹੀਂ ਡਿਸਕਸ ਕਰਦੇ, ਇਹਦੇ 'ਚ ਸ਼ਾਮਲ ਨਹੀਂ ਕਰਦੇ। ਤਾਂ ਆਪਣੇ ਕੋਲ ਸੀ ਆਪਸ਼ਨ ਇਸ ਦੇ 'ਚ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਆਪਸ਼ਨ ਜਿਹੜੀ ਇਹ ਸਿਲੈਕਟ ਕਰਨੀ ਸੀ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਨੈਕਸਟ ਕੁਐਸਚਨ, ਹੇਠ ਦਿੱਤਿਆਂ ਵਿੱਚੋਂ ਕਿਹੜੇ ਸਿਧਾਂਤ ਦਾ ਵਿਚਾਰ ਵਿਵਹਾਰ ਨੂੰ ਜਵਾਬਾਂ ਦੇ ਪੁਸ਼ਟੀਕਰਨ ਅਤੇ ਪੁਨਰਵਲਨ, ਸਮਝ ਗਏ, ਰੀਇਨਫੋਰਸਮੈਂਟ, ਨਿਰੰਤਰ ਅਨੁਮਾਨਾਂ ਨਾਲ ਆਕਾਰ ਦਿੱਤਾ ਜਾ ਸਕਣਾ ਇੱਛਤ ਵਿਵਹਾਰ ਦੇ ਜ਼ਿਆਦਾ ਨਜ਼ਦੀਕ ਪਹੁੰਚਣ ਵਾਲਾ ਹੈ। ਤਾਂ ਇਹਦੇ ਵਿੱਚੋਂ ਓਪਰੈਂਟ ਅਨੁਕੂਲਨ ਯਾਨੀ ਕਿ ਜੋ ਸਕਿਨਰ ਗੱਲ ਕਰਦੇ ਨਾ ਓਪਰੈਂਟ ਕੰਡੀਸ਼ਨਿੰਗ ਦੀ,
ਉਹ ਚੀਜ਼ ਹੈ ਜਿਹੜੀ ਉਸ ਦੇ ਉੱਤੇ ਬੇਸਡ ਹੈ ਇਹ, ਠੀਕ ਹੈ। ਤਾਂ ਇਸ ਸਿਧਾਂਤ ਦੇ ਨਾਲ ਰਿਲੇਟ ਇਹ ਗੱਲ ਹੈਗੀ ਹੈ, ਠੀਕ ਹੈ, ਰਿਲੇਟਡ ਇਹਦੇ ਨਾਲ। ਤਾਂ ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਟ੍ਰੇਂਟ ਸਿਧਾਂਤ, ਯਾਨੀ ਕਿ ਟ੍ਰੇਂਟ ਜਿਹੜਾ ਮਤਲਬ ਪ੍ਰਿੰਸੀਪਲ ਹੈ, ਸਿਧਾਂਤ ਹੈ, ਥਿਊਰੀ ਹੈ, ਤਾਂ ਇਹ ਕਿਸ ਪੱਖ ਦੇ ਨਾਲ ਸੰਬੰਧ ਹੈ? ਬੁੱਧੀ, ਤਰੱਕੀ, ਰਚਨਾਤਮਕਤਾ, ਸ਼ਖਸੀਅਤ। ਤਾਂ ਇਹਦੇ 'ਚ ਡੀ ਆਪਸ਼ਨ ਜਿਹੜਾ ਇਹ ਸਾਡਾ ਰਾਈਟ ਆਨਸਰ ਹੋ ਜਾਵੇਗਾ, ਪਰਸਨੈਲਿਟੀ। ਦੇਖੋ ਜੀ, ਪਰਸਨੈਲਿਟੀ ਵਾਲੇ ਟੌਪਿਕ ਦੇ ਉੱਤੇ ਬਹੁਤ ਦੋਸਤਾਂ ਦੇ ਕੁਐਸਚਨ ਆ ਰਹੇ ਨੇ, ਸਰ ਵੀ ਪਰਸਨੈਲਿਟੀ ਵਾਲਾ ਟੌਪਿਕ ਕਰਵਾ ਦਿਓ। ਤਾਂ ਉਹਦੇ ਵਿੱਚੋਂ ਮਤਲਬ ਇੱਦਾਂ ਹੈ, ਵੈਸੇ ਆਪਾਂ ਨੇ ਕਰਵਾਇਆ ਨਹੀਂ ਪਰਸਨੈਲਿਟੀ ਵਾਲਾ ਟੌਪਿਕ, ਤਾਂ ਉਹਦੇ ਵਿੱਚੋਂ ਗੱਲ ਇੱਦਾਂ ਵੀ ਇਹਦੇ 'ਚ ਇੱਕ ਸਿਗਮੰਡ ਫਰੋਇਡ ਆਉਂਦਾ, ਜੋ ਆਪਾਂ ਡਿਸਕਸ ਕਰ ਚੁੱਕੇ ਹਾਂ, ਮੋਟੀਵੇਸ਼ਨ ਦੇ ਵਿੱਚ ਡਿਸਕਸ ਕਰ ਲਿਆ ਸੀ ਆਪਾਂ ਉਹਦੀ ਸਾਰੀਆਂ ਥਿਊਰੀਆਂ। ਤਾਂ ਇਹਨੂੰ ਸਿੱਧੇ ਤਰੀਕੇ ਨਾਲ ਮਤਲਬ ਕਰਵਾ ਰੱਖਿਆ ਹੈਗਾ, ਇਹਦੀਆਂ ਟਾਈਪਸ ਵਗੈਰਾ ਨਹੀਂ ਆਪਾਂ ਡਿਟੇਲ 'ਚ ਗਈ, ਠੀਕ ਹੈ। ਤਾਂ ਉਹ ਚੀਜ਼ਾਂ ਨੂੰ ਛੱਡੋ, ਤਾਂ ਇੱਕ ਵਾਰ ਜੋ ਚੀਜ਼ਾਂ ਕਰਵਾਈਆਂ ਨੇ ਬਸ ਉਹਨਾਂ ਨੂੰ ਤੁਸੀਂ ਕਰ ਲਓ, ਠੀਕ ਹੈ। ਸਿਗਮੰਡ ਫਰੋਇਡ ਇਹਦੇ ਵਿੱਚ ਆ ਜਾਂਦਾ, ਠੀਕ ਹੈ। ਤਾਂ ਉਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਸਿੱਧੇ ਤਰੀਕੇ ਨਾਲ, ਤਾਂ ਹੀ ਤੇ ਆਪਾਂ ਸਪੈਸ਼ਲ ਕਲਾਸ ਨਹੀਂ ਬਣਾਈ ਸੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਨੈਕਸਟ ਕੁਐਸਚਨ 'ਤੇ ਪਹੁੰਚਦੇ ਹਾਂ ਆਪਾਂ। ਹੂ ਰੋਟ ਦਾ ਬੁੱਕ ਇਮੋਸ਼ਨਲ ਇੰਟੈਲੀਜੈਂਸ, ਤਾਂ ਇੱਕ ਘੈਂਟ ਟੌਪਿਕ ਆ ਗਿਆ, ਠੀਕ ਹੈ, ਇਮੋਸ਼ਨਲ ਇੰਟੈਲੀਜੈਂਸ। ਤਾਂ ਇਹ ਜਿਹੜੀ ਬੁੱਕ ਹੈ ਇਹ ਲਿਖੀ ਹੈ ਗੋਲਮੈਨ ਨੇ, ਠੀਕ ਹੈ ਜੀ। ਤਾਂ ਸਲੋਵਲੀ ਐਂਡ ਮੇਅਰ ਇਹਨਾਂ ਨੇ ਮਤਲਬ ਗੱਲ ਕਰਤੀ ਸੀ ਇਮੋਸ਼ਨਲ ਇੰਟੈਲੀਜੈਂਸ ਦੀ, ਪਰ ਜਿਹੜੀ ਬੁੱਕ ਹੈ ਇਮੋਸ਼ਨਲ ਇੰਟੈਲੀਜੈਂਸ ਦੇ ਉੱਤੇ ਉਹ ਗੋਲਮੈਨ ਲਿਖਦਾ, ਕਿਉਂਕਿ ਸਭ ਤੋਂ ਜ਼ਿਆਦਾ ਇਹਨੇ ਬੂਸਟ ਇਮੋਸ਼ਨਲ ਇੰਟੈਲੀਜੈਂਸ ਨੂੰ ਗੋਲਮੈਨ ਨੇ ਹੀ ਕੀਤਾ ਹੈ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਵਿਚ ਆਫ ਫੋਲੋਇੰਗ ਇਜ਼ ਲੀਸਟ ਅਫੈਕਟਡ ਬਾਈ ਇਮੋਸ਼ਨ। ਜਿਹੜੇ ਸਾਡੇ ਭਾਵਨਾਵਾਂ ਨੇ ਉਹਨਾਂ ਦੁਆਰਾ ਕਿਹੜੀ ਚੀਜ਼ ਹੈ ਉਹ ਘੱਟ ਪ੍ਰਭਾਵਿਤ ਹੁੰਦੀ ਹੈ, ਲੀਸਟ ਇਫੈਕਟ ਹੁੰਦੀ ਹੈ, ਠੀਕ ਹੈ। ਤਾਂ ਇਹਦੇ 'ਚ ਰਾਈਟ ਆਨਸਰ ਆਪਣੇ ਕੋਲ ਹੋ ਜਾਵੇਗਾ ਵੈਲਥ। ਤਾਂ ਦੇਖੋ, ਲਰਨਿੰਗ, ਮੋਟੀਵੇਸ਼ਨ, ਕੋਗਨੀਸ਼ਨ, ਇਹ ਸਭ ਚੀਜ਼ਾਂ ਆਪਣੀ ਇਮੋਸ਼ਨ ਦੇ ਨਾਲ ਅਫੈਕਟ ਹੁੰਦੀਆਂ ਨੇ, ਠੀਕ ਹੈ। ਤਾਂ ਹੁੰਦੀਆਂ ਨੇ, ਸਿਰਫ ਵੈਲਥ ਹੈ ਜਿਹੜੀ ਉਹ ਇੰਨੀ ਹੱਦ ਤੱਕ ਆਪਾਂ ਕਹਿ ਸਕਦੇ ਵੀ ਅਫੈਕਟ ਨਹੀਂ ਹੁੰਦੀ ਇਮੋਸ਼ਨ ਦੇ ਨਾਲ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਸੀ ਆਪਸ਼ਨ ਜਿਹੜਾ ਰਾਈਟ ਆਨਸਰ ਹੋ ਜਾਵੇਗਾ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਫੋਲੋਇੰਗ ਸਾਈਕੋਲੋਜਿਸਟ ਗਿਵ ਇਕੁਅਲ ਔਰ ਮੋਰ ਇੰਪੋਰਟੈਂਸ, ਬਰਾਬਰ ਦੀ ਜਾਂ ਜ਼ਿਆਦਾ ਮਹੱਤਤਾ ਦਿੱਤੀ ਹੈ ਕਿ ਇਹਨੂੰ ਇਮੋਸ਼ਨਲ ਇੰਟੈਲੀਜੈਂਸ ਨੂੰ ਦੈਨ IQ, ਯਾਨੀ ਕਿ IQ ਦੇ ਬਰਾਬਰ ਦੀ, ਠੀਕ ਹੈ, IQ ਦੇ ਬਰਾਬਰ ਦੀ ਕਹਿ ਲਓ, ਜਾਂ ਫਿਰ IQ ਤੋਂ ਜ਼ਿਆਦਾ, ਮਤਲਬ ਮੈਥ ਵਾਲਾ ਚਿੰਨ੍ਹ ਵਰਤਦੇ ਆਪਾਂ ਇੱਥੇ, ਹੈ ਨਾ। ਇਮੋਸ਼ਨਲ ਇੰਟੈਲੀਜੈਂਸ ਸੀ, ਤਾਂ ਇੱਦਾਂ ਲਿਖ ਲੈਂਦੇ ਇਹਨੂੰ, ਇੱਕ ਇਕੁਏਸ਼ਨ ਬਣ ਗਈ ਹੈ ਨਾ, ਕਮਾਲ ਦੀ ਇਕੁਏਸ਼ਨ ਬਣ ਗਈ ਮੈਥ ਦੀ। ਤਾਂ ਦੇਖੋ, IQ ਨੂੰ ਬਰਾਬਰ ਦੀ ਜਾਂ ਜ਼ਿਆਦਾ ਮਹੱਤਤਾ ਕਿਹਨੇ ਦਿੱਤੀ ਹੈ, ਠੀਕ ਹੈ, ਕਿਸ ਸਾਈਕੋਲੋਜਿਸਟ ਨੇ ਦਿੱਤੀ ਹੈ? ਤਾਂ ਇਹ ਸਿੰਪਲ ਜੀ ਗੱਲ ਹੈ, ਗੋਲਮੈਨ ਨੇ। ਅਤੇ ਗੋਲਮੈਨ ਨੇ ਇਹਦੇ ਉੱਤੇ ਕਿਤਾਬ ਲਿਖੀ, ਉਹ ਕਹਿੰਦਾ IQ ਇੰਪੋਰਟੈਂਟ ਹੈ ਜੀ, ਕਹਿੰਦਾ I ਕਿਉਂ ਨਹੀਂ ਇੰਪੋਰਟੈਂਟ, ਇਮੋਸ਼ਨਲ ਇੰਟੈਲੀਜੈਂਸ ਕਿਉਂ ਨਹੀਂ ਇੰਪੋਰਟੈਂਟ, ਸਪੈਸ਼ਲ ਬੁੱਕ ਹੈ ਇਹਦੇ ਉੱਤੇ, ਠੀਕ ਹੈ, ਬੁੱਕ ਵੀ ਕੱਢ ਕੇ ਪੜ੍ਹ ਲਿਓ ਫਰੀ ਟਾਈਮ ਦੇ ਵਿੱਚ ਕਦੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਇਮੋਸ਼ਨ ਆਫ ਲਸਟ, ਇਹ ਜਿਹੜਾ ਮਤਲਬ ਐਸੋਸੀਏਟਡ ਕਿਹਦੇ ਨਾਲ ਹੈ, ਠੀਕ ਹੈ। ਤਾਂ ਇਮੋਸ਼ਨ ਹੈ ਜਿਹੜਾ ਲਸਟ ਦਾ, ਇਮੋਸ਼ਨ ਹੈ ਲਸਟ, ਤਾਂ ਇਹ ਕਿਸ ਚੀਜ਼ ਦੇ ਨਾਲ ਐਸੋਸੀਏਟਡ ਹੈ? ਤਾਂ ਇਹ ਸੈਕਸ ਦੇ ਨਾਲ ਐਸੋਸੀਏਟਡ ਹੈ। ਤਾਂ ਜਿਹੜੇ ਮਤਲਬ ਮੈਕਡੂਗਲ ਸੀ ਉਹਨੇ 14 ਇਮੋਸ਼ਨ ਦੀ ਗੱਲ ਕੀਤੀ ਸੀ, ਉਹਦੇ ਵਿੱਚੋਂ ਚੱਕਿਆ ਇਹ। ਤਾਂ ਉਹ ਕੀ ਗੱਲ ਕਰਦਾ, ਕਹਿੰਦਾ ਜਿਹੜੇ ਇਮੋਸ਼ਨ ਨੇ ਹੈ ਨਾ ਵੀ ਉਹਨਾਂ ਨੂੰ ਐਸੋਸੀਏਟ ਕਰਦਾ ਵੀ ਇਹ ਫਲਾਣੇ ਨਾਲ ਹੈ, ਇਸਕੇਪ, ਫੀਅਰ ਦੇ ਨਾਲ ਹੈ, ਇੱਦਾਂ ਉਹ ਇਮੋਸ਼ਨ ਆਫ ਲਸਟ ਨੂੰ ਸੈਕਸ ਦੇ ਨਾਲ ਐਸੋਸੀਏਟ ਕਰਦਾ ਹੈ, ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਨੈਕਸਟ ਗੱਲ ਕਰਦੇ ਹਾਂ ਆਪਾਂ ਅਪਰੋਪਰੀਏਟ ਮੀਨਿੰਗ ਆਫ ਲੈਟਿਨ ਵਰਡ ਇਮੂਵੀਅਰ। ਤਾਂ ਇਮੂਵੀਅਰ ਜਿਹੜਾ ਇੱਕ ਲੈਟਿਨ ਭਾਸ਼ਾ ਦਾ ਸ਼ਬਦ ਹੈ, ਦੇਖੋ ਇਹਨੂੰ ਧਿਆਨ 'ਚ ਰੱਖਿਓ। ਤਾਂ ਇਹਦਾ ਮੀਨਿੰਗ ਕੀ ਹੈ? ਫੀਲਿੰਗ, ਕੀਪ ਡਾਊਨ, ਜਾਂ ਫਿਰ ਟੂ ਸਟਾਈ ਡਾਊਨ, ਜਾਂ ਫਿਰ ਸਟਾਈਡ ਅਪ। ਤਾਂ ਸਟਾਈਡ ਅਪ ਇਹ ਕੀ ਹੋਏਗਾ ਇਸਦਾ ਸਹੀ ਕਹਿ ਸਕਦੇ ਢੁਕਵਾਂ ਅਰਥ ਹੋਏਗਾ। ਡੀ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕੁਐਸਚਨ ਨੰਬਰ 86, ਟਰਮ ਅਥੈਂਟਿਕ ਅਸੈਸਮੈਂਟ, ਠੀਕ ਹੈ, ਪ੍ਰਮਾਣਿਕ ਮੁਲਾਂਕਣ ਕਹਿ ਸਕਦੇ ਹਾਂ, ਕਿਸ ਚੀਜ਼ ਨੂੰ ਰੈਫਰ ਕਰਦੀ ਹੈ ਇਹ ਟਰਮ? ਟੂ ਪ੍ਰੋਸੈਸ ਆਫ ਅਸੈਸਿੰਗ ਸਟੂਡੈਂਟ ਅਬਿਲਿਟੀ ਟੂ ਅਪਲਾਈ ਸਕਿੱਲਜ਼ ਇਨ ਰੀਅਲ ਲਾਈਫ ਕੰਟੈਕਸਟ, ਜਾਂ ਫਿਰ ਕਰੈਕਸ਼ਨ ਆਫ ਈਚ ਅਸਾਈਨਮੈਂਟ ਬਾਈ 3 ਟੀਚਰਸ ਸੋ ਦੈਟ ਐਕੂਰੇਟ ਮਾਰਕਸ ਆਰ ਗਿਵਨ ਟੂ ਦਾ ਸਟੂਡੈਂਟ, ਅਸੈਸਿੰਗ ਇਨ ਇਨਵਾਇਰਮੈਂਟ ਆਫ ਕੋਲੈਬੋਰੇਸ਼ਨ ਬਿਟਵੀਨ ਸਟੂਡੈਂਟ ਐਂਡ ਟੀਚਰ, ਲੁਕਿੰਗ ਐਟ ਦਾ ਪਰਫੋਰਮੈਂਸ ਆਫ ਸਟੂਡੈਂਟ ਇਨ ਰੀਅਲ ਲਾਈਫ ਕੰਟੈਕਸਟ ਆਫਟਰ ਫਿਨਿਸ਼ਿੰਗ ਸਕੂਲ ਫਿਨਿਸ਼ ਕਰਨ ਤੋਂ ਬਾਅਦ ਇਵੈਲੂਏਟ ਕੀਤਾ ਜਾਵੇ। ਇਹ ਵੀ ਕੋਈ ਐਡੀ ਪੋਜ਼ੀਟਿਵ ਗੱਲ ਨਹੀਂ ਰਹਿੰਦੀ, ਠੀਕ ਹੈ, ਇਹ ਵੀ ਕੱਟ ਦਿਓ। ਅਤੇ ਇਹ ਵੀ ਨਹੀਂ ਹੈਗਾ ਅਸੈਸਿੰਗ ਵਾਲਾ। ਤਾਂ ਸਭ ਤੋਂ ਬੈਸਟ ਚੀਜ਼ ਆਪਣੇ ਕੋਲ ਇੱਕੋ ਆਪਸ਼ਨ ਹੈ ਕਿ ਆਪਾਂ ਕੀ ਕਰੀਏ, ਉਸ ਦੀਆਂ ਜਿਹੜਾ ਮਤਲਬ ਸਟੂਡੈਂਟ ਨੂੰ ਅਸੈਸ ਕਰਨੇ, ਉਸ ਦੀਆਂ ਅਬਿਲਿਟੀਜ਼ ਨੂੰ ਅਸੈਸ ਕਰਨੇ, ਉਹਨਾਂ ਦਾ ਮੁਲਾਂਕਣ ਕਰਨਾ, ਕਿਵੇਂ ਉਹਦੀਆਂ ਸਕਿੱਲਸ ਨੂੰ ਰੀਅਲ ਲਾਈਫ ਦੇ ਵਿੱਚ ਅਪਲਾਈ ਕਰਕੇ ਫਿਰ ਉਸ ਦਾ ਅਸੈਸ ਕਰਨਾ ਉਹਨੂੰ, ਠੀਕ ਹੈ, ਫਿਰ ਉਸ ਦਾ ਮੁਲਾਂਕਣ ਕਰਨਾ। ਇਹ ਇੱਕ ਅਥੈਂਟਿਕ ਅਸੈਸਮੈਂਟ ਦੀ ਐਗਜ਼ਾਮਪਲ ਕਹਿ ਸਕਦੇ ਹਾਂ, ਤਰੀਕਾ ਕਹਿ ਸਕਦੇ ਹਾਂ। ਤਾਂ ਆਪਣੇ ਕੋਲ ਏ ਆਪਸ਼ਨ ਇਸ ਦੇ ਵਿੱਚ ਕੀ ਹੋ ਜਾਊਗਾ ਜੀ, ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ। ਨੈਕਸਟ ਕੁਐਸਚਨ ਹੈ ਜਿਹੜਾ ਇਹ ਪੁੱਛ ਲਿਆ ਇਹਨਾਂ ਨੇ ਡਿਕਸ਼ਨ 'ਚੋਂ, ਇਨ ਦਿਸ ਸਟੇਜ ਚਿਲਡਰਨ ਆਰ ਆਸਕਡ ਟੂ ਅਸਿਊਮ ਰਿਸਪੋਂਸਿਬਿਲਿਟੀ ਫਾਰ ਦੇਅਰ ਬਿਹੇਵੀਅਰਸ ਐਂਡ ਪੋਸੈਸ਼ਨਸ
ਫਾਰ ਫਸਟ ਟਾਈਮ ਦੇ ਐਨਕਾਊਂਟਰ ਵਾਈਡਨਿੰਗ ਆਫ ਦੇਅਰ ਸੋਸ਼ਲ ਵਰਲਡ, ਮਤਲਬ ਕਿ ਉਸ ਨੇ ਜਿਹੜੀ ਮਤਲਬ ਸਮਾਜਿਕ ਦੁਨੀਆ ਹੈ ਉਸ ਨੂੰ ਪਹਿਲੀ ਵਾਰ ਇਨਕਾਊਂਟਰ ਕੀਤਾ ਹੈ, ਠੀਕ ਹੈ, ਉਸ ਦੇ ਵਿੱਚ ਪਹਿਲੀ ਵਾਰ ਵਿਚ ਰਿਹਾ ਹੈ। ਤਾਂ ਦਿਸ ਸਟੇਜ ਇਨ ਰਿਕਸਨਜ ਸਾਈਕੋ ਸੋਸ਼ਲ ਥਿਊਰੀ, ਮਤਲਬ ਕਿਹੜੀ ਸਟੇਜ ਹੈ ਜਿਹੜੀ ਇਹ, ਠੀਕ ਹੈ। ਤਾਂ ਦੇਖੋ ਇਹਨਾਂ ਸਟੇਜਾਂ ਦੇ ਵਿੱਚ ਮੈਂ ਮੰਨਦਾ ਵੀ ਬੱਚਾ ਬਾਹਲਾ ਛੋਟਾ ਹੁੰਦਾ ਉਹਨੂੰ ਮਤਲਬ ਇਹ ਚੀਜ਼ਾਂ ਵੀ ਸੋਸ਼ਲ ਵਰਲਡ ਦੇ ਵਿੱਚ ਵਿਚਰਨਾ ਉਹ ਚੀਜ਼ ਨਹੀਂ ਹੁੰਦੀ। ਇੰਡਸਟਰੀ ਵਾਲੀ ਸਭ ਤੋਂ ਬੈਸਟ ਰਹੇਗੀ, ਇੰਡਸਟਰੀ ਵਰਸਜ ਇਨਫਿਓਰਿਟੀ ਵਾਲੀ ਆਪਸ਼ਨ ਸਭ ਤੋਂ ਬੈਸਟ ਰਹੇਗੀ, ਸੀ ਆਪਸ਼ਨ। ਬ੍ਰੇਨ ਹੈਡ ਡਿਵੈਲਪ ਹੋ ਗਏ ਕਿਸੇ ਦੇ, ਠੀਕ ਹੈ, ਉਸ ਦੇ ਵਿੱਚ ਕੋਆਰਡੀਨੇਸ਼ਨ ਜਿਹੜੀ ਉਹ ਛੇਤੀ ਆ ਗਈ। ਆਰਮਸ ਅਤੇ ਲੈਗ, ਮਤਲਬ ਕਿ ਲੱਤਾਂ ਅਤੇ ਬਾਹਾਂ ਦੇ ਮੁਕਾਬਲੇ ਹੈਡ ਦੇ ਵਿੱਚ ਬ੍ਰੇਨ ਦੇ ਵਿੱਚ ਕਹਿ ਸਕਦੇ ਹਾਂ ਡਿਵੈਲਪਮੈਂਟ ਪਹਿਲਾਂ ਹੋ ਗਈ, ਉਹਦੀ ਕੋਆਰਡੀਨੇਸ਼ਨ ਪਹਿਲਾਂ ਬਣ ਗਈ, ਠੀਕ ਹੈ। ਹੈਡ ਇਜ਼ ਲਾਰਜਰ ਰਿਲੇਟਿਵ ਟੂ ਰੈਸਟ ਆਫ ਬੋਡੀ ਔਰ ਐਗਜ਼ਾਮਪਲ ਆਫ ਵਿਚ ਟਰੈਂਡ ਆਫ ਗਰੋਥ। ਤਾਂ ਇਹ ਗਰੋਥ ਦਾ ਕਿਸ ਤਰ੍ਹਾਂ ਦਾ ਟਰੈਂਡ ਹੈ, ਤਾਂ ਇਹ ਸਫੈਲੋਕੈਡਲ ਟਰੈਂਡ ਆਪਾਂ ਕਹਿ ਸਕਦੇ ਹਾਂ, ਮਤਲਬ ਕਿ ਹੈਡ ਦੇ ਵਿੱਚ ਪਹਿਲਾਂ ਕੋਆਰਡੀਨੇਸ਼ਨ ਆਈ ਹੈ ਉਸ ਦੀਆਂ ਲੱਤਾਂ ਅਤੇ ਬਾਹਾਂ ਦੇ ਮੁਕਾਬਲੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸਫੈਲੋਕੈਡਲ ਟਰੈਂਡ ਕਹਿ ਸਕਦੇ ਹਾਂ, ਨੋ ਪ੍ਰੋਬਲਮ। ਆਪਣੇ ਕੋਲ ਆਪਸ਼ਨ ਏ ਇਸ ਦੇ ਵਿੱਚ ਕੀ ਹੋ ਜਾਊਗਾ ਜੀ, ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਸਮਝਦੇ ਹਾਂ ਜੀ ਆਪਾਂ। ਅਗਲਾ ਜੋ ਕੁਐਸਚਨ ਹੈ, ਦੀ ਟੈਂਡੈਂਸੀ ਟੂ ਫੋਕਸ ਔਨ ਵਨ ਐਸਪੈਕਟ ਆਫ ਸਿਚੁਏਸ਼ਨ ਐਂਡ ਨਿਗਲੈਕਟ ਅਦਰ ਇੰਪੋਰਟੈਂਟ ਫੀਚਰਸ ਇਜ਼ ਨੋਨ ਐਜ, ਮਤਲਬ ਕਿ ਸਿਰਫ ਇੱਕ ਚੀਜ਼ ਦੇ ਉੱਤੇ, ਠੀਕ ਹੈ, ਇੱਕ ਚੀਜ਼ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਪ੍ਰਵਿਰਤੀ ਹੈ, ਠੀਕ ਹੈ, ਸਿਚੁਏਸ਼ਨ ਦਾ ਕੋਈ ਇੱਕ ਪੱਖ ਚੱਕ ਲਿਆ ਉਹਦੇ ਉੱਤੇ ਫੋਕਸ ਕੀਤਾ, ਠੀਕ ਹੈ, ਅਤੇ ਬਾਕੀ ਚੀਜ਼ਾਂ ਨੂੰ ਇਗਨੋਰ ਕਰਤਾ, ਤਾਂ ਇਹ ਕੀ ਹੈ, ਸੈਂਟਰੇਸ਼ਨ ਹੋ ਸਕਦੀ ਹੈ। ਤਾਂ ਸੈਂਟਰੇਸ਼ਨ ਆਪਸ਼ਨ ਬੀ ਆਪਾਂ ਇਸ ਦੇ ਵਿੱਚ ਸਿਲੈਕਟ ਕਰਾਂਗੇ, ਤਾਂ ਇਹ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 90। ਤਾਂ 90 ਨੰਬਰ ਕੁਐਸਚਨ ਜਿਹੜਾ ਇਸ ਦਾ ਰਾਈਟ ਆਨਸਰ ਤੁਸੀਂ ਸਿਲੈਕਟ ਕਰੋ, ਠੀਕ ਹੈ। ਅ ਚਾਈਲਡ ਕੈਨ ਥਿੰਕ ਲੌਜੀਕਲੀ, ਮਤਲਬ ਕਿ ਇੱਕ ਬੱਚਾ ਜਿਹੜਾ ਉਹ ਹੁਣ ਲੌਜੀਕਲੀ ਸੋਚਣ ਲੱਗ ਗਿਆ ਅਬਾਊਟ ਅਬਜੈਕਟਸ ਐਂਡ ਇਵੈਂਟਸ, ਮਤਲਬ ਕਿ ਵੱਖ ਵੱਖ ਇਵੈਂਟ ਨੇ, ਵਸਤੂਆਂ ਨੇ, ਉਹਨਾਂ ਦੇ ਬਾਰੇ ਹੁਣ ਲੌਜੀਕਲੀ ਸੋਚਦਾ ਹੈ, ਤਰਕ ਆ ਗਿਆ ਉਹਦੇ 'ਚ, ਠੀਕ ਹੈ, ਲੌਜਿਕ ਆ ਗਿਆ। ਤਾਂ ਇਹ ਜਿਹੜੀ ਮਤਲਬ ਕਰੈਕਟਰਿਸਟਿਕ ਹੈ ਪਿਆਜੇ ਦੀ ਕਿਸ ਸਟੇਜ ਦੇ ਵਿੱਚੋਂ ਮਤਲਬ ਆ ਜਾਂਦੀ ਹੈ, ਤਾਂ 4 ਸਟੇਜਾਂ ਨਹੀਂ, ਤਾਂ ਉਹੀ ਗੱਲ ਹੋ ਗਈ, ਇਹ 4th ਸਟੇਜ ਦੇ ਵਿੱਚ ਆਪਾਂ ਕੰਸੀਡਰ ਕਰਾਂਗੇ ਕਿ ਆਵੇਗੀ, ਠੀਕ ਹੈ ਜੀ। ਤਾਂ ਆਪਣੇ ਕੋਲ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੋਏਗਾ। ਤਾਂ ਹੁਣ ਇਹ ਲੌਜਿਕ ਹੈ ਆ ਗਿਆ, ਠੀਕ ਹੈ। ਤਾਂ ਲੌਜਿਕ ਯਾਨੀ ਕਿ ਉਹੀ ਡਿਡਕਟਿਵ ਰੀਜਨਿੰਗ, ਹਾਈਪੋਥੈਸਿਸ, ਤਾਂ ਇਹ 4th ਸਟੇਜ ਦੇ ਵਿੱਚ ਹੀ ਆਉਂਦੀਆਂ ਨੇ ਜਾ ਕੇ। ਬੱਚਾ ਉੱਥੇ ਕਿਸ਼ੋਰ ਹੀ ਹੋ ਗਿਆ, ਕਿਸ਼ੋਰ ਜਾਂ ਕਿਸ਼ੋਰੀ ਹੋ ਗਿਆ ਨਾ, ਤਾਂ ਉਹ ਹੋ ਗਿਆ, ਤਾਂ ਇਹ ਸਭ ਚੀਜ਼ਾਂ ਉਹਦੇ 'ਚ ਆਉਣੀਆਂ ਸ਼ੁਰੂ ਹੋ ਜਾਣਗੀਆਂ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, 91 ਨੰਬਰ ਕੁਐਸਚਨ। The central idea in constructivism view of learning are learners are active in constructing their own knowledge, ਮਤਲਬ ਕਿ ਬੱਚੇ ਆਪਣੀ ਨੌਲੇਜ ਨੂੰ ਕੰਸਟਰਕਟ ਕਰ ਲੈਂਦੇ ਨੇ, ਗੱਲ ਤਾਂ ਸਹੀ ਹੈ। ਮਤਲਬ ਕਿ ਜਿਹੜੇ ਇਹ ਕੰਸਟਰਕਟਿਵਿਸਟ ਨੇ ਨਾ, ਜਿਵੇਂ ਪਿਆਜੇ ਹੋਇਆ, ਵਾਈਗੋਟਸਕੀ ਹੋਇਆ, ਠੀਕ ਹੈ, ਉਹ ਇਹ ਗੱਲ ਕਰਦੇ ਨੇ ਵੀ ਬੱਚਾ ਨੌਲੇਜ ਨੂੰ ਕੰਸਟਰਕਟ ਕਰਦਾ ਹੈ। ਸੋਸ਼ਲ ਇੰਟਰੈਕਸ਼ਨਸ ਆਰ ਇੰਪੋਰਟੈਂਟ ਇਨ ਨੌਲੇਜ ਕੰਸਟਰਕਸ਼ਨ ਪ੍ਰੋਸੈਸ, ਤਾਂ ਸੋਸ਼ਲ ਇੰਟਰੈਕਸ਼ਨ ਨੂੰ ਵੀ ਮੰਨੇ ਆ, ਜਿਵੇਂ ਵਾਈਗੋਟਸਕੀ ਨੇ ਮੰਨੇ ਆ। ਉਹ ਕਹਿੰਦਾ ਵੀ ਸੋਸ਼ਲ ਇੰਟਰੈਕਸ਼ਨ ਦੇ ਕਾਰਨ ਕੀ ਹੁੰਦੇ, ਲੈਂਗੁਏਜ ਨੂੰ ਬੱਚਾ ਕੀ ਕਰਦਾ, ਕੰਸਟਰਕਟ ਕਰਦਾ, ਨੌਲੇਜ ਨੂੰ ਕੰਸਟਰਕਟ ਕਰਦਾ, ਇਹਨੂੰ ਇੰਪੋਰਟੈਂਟ ਮੰਨੇ ਆ। ਤਾਂ ਵਾਈਗੋਟਸਕੀ ਨੇ ਲੈਂਗੁਏਜ ਨੂੰ ਟੂਲ ਕਿਹਾ, ਠੀਕ ਹੈ। ਤਾਂ ਇਹਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਤਾਂ ਆਪਣੇ ਕੋਲ ਆਪਸ਼ਨ ਏ ਅਤੇ ਬੀ ਸਭ ਤੋਂ ਬੈਸਟ ਰਹੇਗੀ ਜੀ, ਠੀਕ ਹੈ। ਤਾਂ ਇਹ ਕੀ ਕੀਤਾ ਜਾਂਦਾ ਕਿ ਦੋਨੇ ਚੀਜ਼ਾਂ ਨੂੰ ਮੰਨਿਆ ਗਿਆ, ਠੀਕ ਹੈ। ਦੋਨੇ ਚੀਜ਼ਾਂ ਕੀ ਹੋ ਸਕਦੀਆਂ ਨੇ, ਸੈਂਟਰਲ ਆਈਡੀਆ ਹੋ ਸਕਦੀਆਂ ਨੇ, ਠੀਕ ਹੈ, ਇਸ ਦੀ ਲਰਨਿੰਗ ਦੇ ਪੁਆਇੰਟ ਆਫ ਵਿਊ ਦਾ, ਠੀਕ ਹੈ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਬੱਚਿਆਂ ਦੀ ਮੌਖਿਕ ਪ੍ਰਗਟਾਅ ਨਾਪਣ ਦਾ ਸਭ ਤੋਂ ਚੰਗਾ ਤਰੀਕਾ ਕਿਹੜਾ ਹੈ, ਇਹ ਅਸੀਂ ਨੇ ਦੱਸਣਾ ਹੈ। ਤਾਂ ਤੁਸੀਂ ਨੇ ਮੌਖਿਕ ਪ੍ਰਗਟਾਅ ਹੈ ਜਿਹੜਾ ਉਸ ਨੂੰ ਨਾਪਣਾ ਹੈ। ਤਾਂ ਤੁਸੀਂ ਨੇ ਬੋਲਣ ਦੀ ਸ਼ਮਤਾ ਦੇਖਣੀ ਹੈ ਬੱਚੇ ਦੀ, ਵੀ ਉਹ ਮੌਖਿਕ ਪ੍ਰਗਟਾਅ ਕਿੰਨੇ ਵਧੀਆ ਤਰੀਕੇ ਨਾਲ ਕਰ ਸਕਦਾ ਹੈ, ਖੁਦ ਨੂੰ ਐਕਸਪ੍ਰੈਸ ਕਿੰਨੇ ਵਧੀਆ ਤਰੀਕੇ ਨਾਲ ਕਰ ਸਕਦਾ, ਕਿੱਦਾਂ ਉਹਦਾ ਬੋਲ ਚਾਲ ਦਾ ਢੰਗ ਹੈ, ਠੀਕ ਹੈ। ਤਾਂ ਕੀ ਕਰੋਗੇ ਤੁਸੀਂ, ਪਾਠ ਦੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਸੁਣੋਗੇ ਨਾ, ਇਹ ਤਾਂ ਨੈਗੇਟਿਵ ਗੱਲ ਹੋ ਗਈ। ਇਹ ਕਿਸੇ ਅੱਖੀਂ ਦੇਖੀ ਘਟਨਾ ਦਾ ਵਰਣਨ ਕਰਨਾ, ਇਹ ਬੈਸਟ ਹੈ ਚੀਜ਼, ਠੀਕ ਹੈ। ਮਤਲਬ ਉਹਨੂੰ ਤੁਸੀਂ ਕਹੋਗੇ ਤੂੰ ਮੇਲੇ 'ਚ ਗਿਆ ਸੀ, ਤਾਂ ਦੱਸ ਫਿਰ ਕੀ ਕੁਛ ਸੀ, ਤੂੰ ਕੋਈ ਤਿਉਹਾਰ ਦੇਖਿਆ ਸੀ, ਤਾਂ ਦੱਸ ਕੀ ਕੁਛ ਸੀ। ਤਾਂ ਜਦੋਂ ਉਹ ਸੁਣਾਊਗਾ ਵੀ ਇੱਦਾਂ ਸੀ ਇੱਦਾਂ ਸੀ, ਉਹ ਕਹਾਣੀ ਨੂੰ ਜੋੜੂਗਾ, ਸ਼ਬਦਾਂ ਨੂੰ ਸਹੀ ਵਰਤ ਰਿਹਾ, ਸਹੀ ਬੋਲ ਰਿਹਾ, ਸਭ ਚੀਜ਼ਾਂ ਦੀ ਪਰਖ ਹੋ ਜਾਊਗੀ। ਤਾਂ ਕਿਸੇ ਅੱਖੀਂ ਡਿੱਠੀ ਘਟਨਾ ਦਾ ਵਰਣਨ ਕਰਨ ਲਈ ਉਸਨੂੰ ਆਪਾਂ ਕਹਾਂਗੇ, ਠੀਕ ਹੈ ਜੀ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ, ਸੁਣਨ ਅਤੇ ਲਿਖਣ ਦੀ ਯੋਗਤਾ ਪਰਖਣ ਦਾ ਸਭ ਤੋਂ ਵਧੀਆ ਤਰੀਕਾ। ਇਹਦੇ ਵਿੱਚ ਧਿਆਨ ਦਿਓ, ਇਹਦੇ 'ਚ ਤੁਸੀਂ ਨੇ ਸੁਣਨ ਵੀ ਪਰਖਣਾ ਅਤੇ ਲਿਖਣ ਯੋਗਤਾ ਵੀ ਪਰਖਣੀ ਹੈ, ਠੀਕ ਹੈ। ਕਵਿਤਾ ਸੁਣਾਉਣਾ ਅਤੇ ਸ਼ਬਦ ਲਿਖਣਾ, ਜਾਂ ਫਿਰ ਕਵਿਤਾ ਸੁਣ ਕੇ ਪ੍ਰਸ਼ਨਾਂ ਦੇ ਉੱਤਰ ਲਿਖਣਾ, ਸੁਣੀ ਗਈ ਕਹਾਣੀ ਅਤੇ ਆਪਣੇ ਸ਼ਬਦਾਂ 'ਚ ਲਿਖਣਾ, ਇਹ ਸਭ ਤੋਂ ਬੈਸਟ ਹੋ ਸਕਦਾ। ਵੀ ਨਾਲ ਤਾਂ ਸੁਣਨ ਯੋਗਤਾ ਪਰਖੇ ਵੀ ਕਿੰਨੇ ਧਿਆਨ ਨਾਲ ਸੁਣੀ ਸੀ ਉਹਨੇ, ਕਿੰਨੀ ਕੁ ਇਕਾਗਰਚਿਤ ਹੋ ਕੇ ਸੁਣੀ ਸੀ, ਅਤੇ ਜਦੋਂ ਲਿਖੂਗਾ ਆਪਣੇ ਸ਼ਬਦਾਂ ਵਿੱਚ ਉਹਦੀ ਲਿਖਣ ਕਲਾ ਵੀ ਪਰਖੀ ਜਾਊਗੀ।
ਤਾਂ ਇਹ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਹੋਏਗੀ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਬਾਲ ਸਾਹਿਤ ਦਾ ਉਦੇਸ਼ ਕੀ ਹੈ। ਤਾਂ ਬਾਲ ਸਾਹਿਤ ਦਾ ਉਦੇਸ਼ ਬੱਚਿਆਂ ਨੂੰ ਕਿਤਾਬਾਂ ਵਿੱਚ ਉਲਝਾਏ ਰੱਖਣਾ, ਜਾਂ ਫਿਰ ਬੱਚਿਆਂ ਨੂੰ ਕਿਤਾਬਾਂ ਨੂੰ ਸੰਭਾਲਣਾ ਸਿਖਾਉਣਾ, ਬੱਚਿਆਂ ਨੂੰ ਭਾਸ਼ਾ ਦਾ ਬਹੁਤ ਸਾਰਾ ਅਨੁਭਵ ਦੇਣਾ, ਬੱਚਿਆਂ ਨੂੰ ਕਹਾਣੀਆਂ ਦੁਆਰਾ ਨੈਤਿਕ ਸਿੱਖਿਆ ਦੇਣੀ। ਤਾਂ ਦੇਖੋ, ਕਿਤਾਬਾਂ 'ਚ ਉਲਝਾ ਕੇ ਰੱਖਣਾ ਇਹ ਤਾਂ ਕੋਈ ਮਕਸਦ ਹੈ ਹੀ ਨਹੀਂ, ਨੈਗੇਟਿਵ ਚੀਜ਼ ਹੈ, ਠੀਕ ਹੈ। ਅਤੇ ਕਿਤਾਬਾਂ ਨੂੰ ਸੰਭਾਲ ਕੇ ਰੱਖਣਾ ਜਾਂ ਨੈਤਿਕ ਸਿੱਖਿਆ, ਇਹ ਤਾਂ ਮਤਲਬ ਜਦੋਂ ਬੱਚੇ ਨੂੰ ਅਨੁਭਵ ਹੋ ਗਿਆ ਤਾਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਸੀ ਹੈ ਜੀ। ਬੱਚਿਆਂ ਨੂੰ ਭਾਸ਼ਾ ਦਾ ਬਹੁਤ ਸਾਰਾ ਅਨੁਭਵ ਦੇਣਾ। ਜਦੋਂ ਉਹਨੂੰ ਹੁਣ ਭਾਸ਼ਾ ਦਾ ਅਨੁਭਵ ਹੋ ਗਿਆ ਤਾਂ ਉਹ ਕੀ ਕਰੂਗਾ, ਮਤਲਬ ਕਿ ਉਹਦੇ 'ਚ ਨੈਤਿਕ ਸਿੱਖਿਆ ਵੀ ਆ ਜਾਊਗੀ। ਮਤਲਬ ਕਿ ਇਹ ਸਮਝੋ ਵੀ ਨੈਤਿਕ ਸਿੱਖਿਆ ਵਾਲੀ ਆਪਸ਼ਨ ਆਪਾਂ ਨੇ ਕਿਉਂ ਨਹੀਂ ਸਿਲੈਕਟ ਕੀਤੀ, ਕਿਉਂਕਿ ਸਿਰਫ ਨੈਤਿਕ ਸਿੱਖਿਆ ਤਾਂ ਉਹਦਾ ਪਰਪਜ਼ ਨਹੀਂ ਨਾ ਹੈਗਾ। ਬਾਲ ਸਾਹਿਤ ਦਾ ਪਰਪਜ਼ ਤਾਂ ਹੋਰ ਬਹੁਤ ਕੁਛ ਹੈ, ਉਦੇਸ਼ ਉਹਦੇ ਵੱਡੇ ਨੇ, ਠੀਕ ਹੈ। ਤਾਂ ਉਹਦੇ 'ਚ ਭਾਸ਼ਾ ਦਾ ਅਨੁਭਵ ਆਊਗਾ ਤਾਂ ਉਹ ਬਾਕੀ ਚੀਜ਼ਾਂ ਦਾ ਆਪਣੇ ਆਪ ਸਿੱਖ ਜੂਗਾ। ਹੁਣ ਜਦੋਂ ਉਹ ਭਾਸ਼ਾ ਦਾ ਸਤਿਕਾਰ ਕਰਨਾ ਸਿੱਖ ਗਿਆ, ਉਹਦੇ 'ਚ ਅਨੁਭਵ ਆ ਗਿਆ, ਤਾਂ ਕਿਤਾਬਾਂ ਵੀ ਸੰਭਾਲੂਗਾ, ਠੀਕ ਹੈ। ਅਤੇ ਉਸ ਤੋਂ ਬਿਨਾਂ ਨੈਤਿਕ ਸਿੱਖਿਆ ਵੀ ਆ ਜਾਊਗੀ। ਇਕੱਲੀ ਨੈਤਿਕ ਨਹੀਂ ਲੈ ਕੇ ਆਉਣੀ, ਤਾਂ ਹੀ ਆਪਾਂ ਨੇ ਇਕੱਲੀ ਨੈਤਿਕ ਵਾਲੀ ਆਪਸ਼ਨ ਨਹੀਂ ਚੁਣੀ। ਤਾਂ ਆਪਣੇ ਕੋਲ 94 ਨੰਬਰ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਇਹ ਹੋ ਜਾਵੇਗਾ ਆਪਣੇ ਕੋਲ ਆਪਸ਼ਨ ਸੀ। ਚੋਮਸਕੀ ਦੇ ਅਨੁਸਾਰ, ਲਓ ਆਪਾਂ ਅੱਜ ਮੈਰਾਥਨ ਲਗਾ ਦਈਏ ਅਤੇ ਨੌਮ ਚੋਮਸਕੀ ਦੀ ਗੱਲ ਨਾ ਕਰੀਏ, ਇਹ ਤਾਂ ਹੋ ਨਹੀਂ ਸਕਦਾ, ਠੀਕ ਹੈ। ਨੌਮ ਚੋਮਸਕੀ ਦੇ ਅਨੁਸਾਰ ਆਪਾਂ ਨੇ ਦੱਸਣਾ ਹੈਗਾ, ਬੱਚੇ ਚੌਗਿਰਦੇ ਵਿੱਚੋਂ ਉਪਲਬਧ ਭਾਸ਼ਾ ਦੇ ਆਧਾਰ 'ਤੇ ਨਿਯਮ ਬਣਾਉਂਦੇ ਹਨ। ਗੱਲ ਤਾਂ ਸਹੀ ਹੈ, ਉਹ ਰੂਲ ਜਨਰੇਟ ਕਰਨ ਦੀ ਗੱਲ ਕਰਦਾ ਹੈ। ਬਾਕੀ ਆਪਸ਼ਨ ਆਪਾਂ ਪੜ੍ਹ ਲੈਂਦੇ ਹਾਂ। ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਅਪਣਾਉਂਦੇ ਹਨ, ਜਾਂ ਫਿਰ ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਦਾ ਉਲੰਘਣ ਕਰਦੇ ਹਨ। ਬੱਚੇ ਵਾਤਾਵਰਨ ਵਿੱਚ ਉਪਲਬਧ ਭਾਸ਼ਾ ਨੂੰ ਅਸਹਿਜਤਾ ਨਾਲ ਅਪਣਾਉਂਦੇ ਹਨ। ਗੱਲਾਂ ਸਾਰੀਆਂ ਹੀ ਆਪਣੇ ਕੋਲ ਸਹੀ ਨਹੀਂ ਹੈਗੀਆਂ। ਤਾਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਇੱਕੋ ਹੈ ਕਿ ਉਸ ਦੇ ਚੌਗਿਰਦੇ ਵਿੱਚ, ਆਲੇ ਦੁਆਲੇ ਵਿੱਚ ਜੋ ਵੀ ਚੀਜ਼ਾਂ ਸ਼ਾਮਿਲ ਸੀ ਉਹਨੇ ਰੂਲ ਘੜ ਲਏ। ਜੋ ਉਹਨੇ ਕੁਝ ਸ਼ਬਦ ਸਿੱਖੇ, ਉਹਨੂੰ ਲਾਈਨ ਬਣਾਉਣੀ ਸਿੱਖ ਗਿਆ, ਕਿਉਂਕਿ ਉਹਦੇ ਅੰਦਰ ਕੀ ਇੱਕ LED ਹੈ, ਯਾਨੀ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ ਉਹਦੇ ਅੰਦਰ ਛੁਪਿਆ ਹੋਇਆ ਹੈ, ਜਿਸ ਦੇ ਬੇਸ 'ਤੇ ਉਹਨੇ ਕੀ ਕੀਤਾ, ਰੂਲ ਜਨਰੇਟ ਕਰ ਲਏ। ਇੱਕ ਜਨਰੇਟਿਵ ਗੱਲ, ਗ੍ਰਾਮਰ ਦੀ ਗੱਲ ਕਰਦਾ ਉਹ, ਯੂਨੀਵਰਸਲ ਗ੍ਰਾਮਰ ਦੀ ਗੱਲ ਕਰਦਾ ਹੈ, ਠੀਕ ਹੈ। ਰੂਲ ਜਨਰੇਟ ਕਰਨ ਦੀ ਗੱਲ ਕਰਦਾ। ਇੱਕ ਮੈਂਟਲ ਔਰਗਨ ਹੈ ਜਿਹੜਾ ਕਹਿੰਦਾ ਕੀ ਆਟੂਗਾ ਆਪਣੇ ਆਪ ਰੂਲ ਕੀ ਕਰ ਲੂਗਾ, ਬਣਾ ਲੂਗਾ। ਇੱਕ ਸਟਰਕਚਰ ਹੈ, ਉਹ ਕਹਿੰਦਾ LED ਦਾ ਮਤਲਬ ਇੱਕ ਸਟਰਕਚਰ ਹੈ ਜਿਹਨੂੰ ਕੀ ਕਰਾਂਗੇ ਆਪਾਂ, ਜਿਹਦੇ ਬੇਸ 'ਤੇ ਜਿਹੜੀਆਂ ਚੀਜ਼ਾਂ ਆਪਾਂ ਆਲੇ ਦੁਆਲੇ 'ਚੋਂ ਸਿੱਖਦੇ ਹਾਂ, ਅੰਦਰ ਇਨੇਟੇਬਿਲਿਟੀ ਦੀ ਗੱਲ ਕਰਦਾ ਵੀ ਅੰਦਰ ਉਹ ਰੂਲ ਘੜ ਲਏ ਉਹਨੇ ਆਪਣੇ ਆਪ, ਤਾਂ ਨਿਯਮ ਬਣਾਉਣ ਦੀ ਉਹ ਗੱਲ ਕਰਦਾ। ਟਰਮਾਂ ਮੈਂ ਰਿਪੀਟ ਕਰ ਰਿਹਾ, ਨੌਮ ਚੋਮਸਕੀ ਨੇ ਜੋ ਦਿੱਤੀਆਂ, ਇਨੇਟੇਬਿਲਿਟੀ, ਠੀਕ ਹੈ, ਮੈਂਟਲ ਔਰਗਨ, LED ਯਾਨੀ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ, ਅਤੇ ਇੱਕ ਜਨਰੇਟਿਵ ਗ੍ਰਾਮਰ, ਯੂਨੀਵਰਸਲ ਗ੍ਰਾਮਰ। ਇਹ ਕੁਝ ਟਰਮਾਂ ਨਹੀਂ, ਜੇਕਰ ਇਹ ਆਉਣ ਤਾਂ ਉੱਥੇ ਨੌਮ ਚੋਮਸਕੀ ਦੀ ਗੱਲ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਚੀਜ਼ਾਂ ਨੂੰ ਡਿਸਕਸ ਕਰ ਲਿਆ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਤਾਂ ਇਸ ਤੋਂ ਬਾਅਦ ਨੈਕਸਟ ਕੁਐਸਚਨ ਆਪਣੇ ਕੋਲ ਆ ਚੁੱਕਿਆ ਜੀ, ਹਰਜੋਤ ਪੜ੍ਹਦੇ ਸਮੇਂ ਕਦੀ ਕਦੀ ਵਾਕਾਂ ਸ਼ਬਦਾਂ ਨੂੰ ਦੁਹਰਾਉਂਦਾ ਹੈ। ਜਿਵੇਂ ਉਹ ਪਤਾ ਕੀ ਕਰਦਾ ਹੈ, ਹਰਜੋਤ ਪੜ੍ਹਦੇ ਸਮੇਂ ਕਦੀ ਕਦੀ ਮਤਲਬ ਇੱਦਾਂ ਆਪਣੇ ਮਨ 'ਚ ਅਤੇ ਬਾਹਰ ਥੋੜ੍ਹਾ ਜਿਹਾ ਬੋਲ ਕੇ ਵਾਕਾਂ ਨੂੰ, ਸ਼ਬਦਾਂ ਨੂੰ ਦੁਹਰਾਉਂਦਾ ਹੈ। ਉਸ ਦਾ ਭਾਸ਼ਾ ਨਾਲ ਵਰਤਾਓ ਦੱਸਦਾ। ਕੀ ਦੱਸਦਾ ਉਹਦਾ ਵਰਤਾਅ, ਵੀ ਉਹ ਅਟਕ ਕੇ ਪੜ੍ਹਦਾ ਹੈ, ਜਾਂ ਫਿਰ ਉਹ ਪੜ੍ਹਨ ਵਿੱਚ ਵੱਧ ਸਮਾਂ ਲੈਂਦਾ ਹੈ, ਉਹ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ, ਜਾਂ ਫਿਰ ਉਹ ਵੱਡੇ ਸ਼ਬਦ ਪੜ੍ਹਨ ਵਿੱਚ ਕਠਿਨਾਈ ਉਸਨੂੰ ਹੁੰਦੀ ਹੈ। ਤਾਂ ਦੇਖੋ ਜੀ, ਉਹ ਪਤਾ ਕੀ ਕਰਦਾ ਹੈ, ਉਹ ਸਮਝਣ ਦੀ ਕੋਸ਼ਿਸ਼ ਕਰਦਾ, ਤਾਂ ਹੀ ਉਹਨੂੰ ਰਿਪੀਟ ਕਰ ਦਿੰਦਾ, ਤਾਂ ਹੀ ਉਸਨੂੰ ਦੁਹਰਾ ਦਿੰਦਾ ਹੈ। ਉਹ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ। ਇਹ ਆਪਣੇ ਕੋਲ ਕੀ ਹੋਏਗੀ, ਇੱਕ ਬੈਸਟ ਆਪਸ਼ਨ ਹੋਏਗੀ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ, ਪੋਇਮਸ ਆਰ ਬੈਸਟ ਸੂਟਡ ਐਜ਼ ਟੀਚਿੰਗ ਮਟੀਰੀਅਲ ਫਾਰ ਯੰਗ ਲਰਨਰ ਬਿਕਾਊਜ਼, ਮਤਲਬ ਕਿ ਜਿਹੜੀਆਂ ਪੋਇਮਸ ਨੇ ਉਹ ਵਧੀਆ ਤਰੀਕੇ ਨਾਲ ਵੱਡਿਆਂ ਦੇ ਲਈ ਨੂੰ ਸੂਟ ਕਰਦੀਆਂ ਨੇ, ਠੀਕ ਹੈ। ਤਾਂ ਇਹ ਮਤਲਬ ਕਿਉਂ, ਠੀਕ ਹੈ, ਬਿਕਾਊਜ਼। ਇਹਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ ਆਪਣੇ ਕੋਲ ਦੇ ਕੈਨ ਜਾਂ ਤਾਂ ਇੱਥੇ ਕੇਅਰਫੁਲੀ ਆਉਣਾ ਸੀ, ਹੈ ਨਾ। ਦੇ ਕੈਨ ਰਿਸਾਈਟ ਦੈਮ ਯੂਜ਼ਿੰਗ ਡਿਫਰੈਂਟ ਰਿਦਮਸ ਐਂਡ ਇਨੋਟੇਸ਼ਨਸ, ਮਤਲਬ ਕਿ ਵੱਖ-ਵੱਖ ਇਨੋਟੇਸ਼ਨ ਵਰਤ ਕੇ, ਰਿਦਮਸ ਵਰਤ ਕੇ ਉਹ ਕੀ ਕਰ ਸਕਦੇ ਨੇ, ਰਿਸਾਈਟ ਕਰ ਸਕਦੇ ਨੇ। ਇਸ ਕਰਕੇ ਇਹ ਕੀ ਨੇ, ਯੰਗ ਲਰਨਰ ਦੇ ਲਈ ਬੈਸਟ ਸੂਟਡ ਹੋਣਗੀਆਂ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ। ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ, ਆਫਟਰ ਨਰੇਟਿੰਗ ਦਾ ਸਟੋਰੀ ਆਫ ਹੇਅਰ ਐਂਡ ਟੋਰਟੋਆਇਸ, ਮਤਲਬ ਕਿ ਇੱਕ ਟੀਚਰ ਨੇ ਕੀ ਕਰਤਾ, ਸਟੋਰੀ ਨੂੰ ਪੂਰਾ ਸੁਣਾਤਾ, ਦਰਸਾਤੀ, ਪੜ੍ਹਾਤੀ, ਠੀਕ ਹੈ। ਉਸ ਤੋਂ ਬਾਅਦ ਕੀ ਕਰਨ ਨੂੰ ਕਿਹਾ ਵੀ ਤੁਸੀਂ ਕੁਆਲਿਟੀਜ਼ ਦੱਸੋ, ਇਹਦੇ ਵਿੱਚੋਂ ਟੋਰਟੋਆਇਜ਼ ਹੈ, ਹੇਅਰ ਹੈ, ਉਹਦੀਆਂ ਮਤਲਬ ਤੁਸੀਂ ਕੁਆਲਿਟੀਜ਼ ਦੱਸੋ, ਮਤਲਬ ਕਿ ਉਹਨਾਂ ਦੇ ਗੁਣ ਦੱਸੋ। ਅਤੇ ਕਿਹਾ ਵੀ ਜਿਹੜੇ ਇਹ ਗੁਣ ਹੋਣਗੇ ਇਹ ਕੀ ਨੇ, ਐਡਜੈਕਟਿਵ ਨੇ, ਮਤਲਬ ਕਿ ਵੈਸੇ ਕਹਿ ਤਾ ਵੀ ਉਹਦੇ ਗੁਣ ਦੱਸੋ, ਕੁਆਲਿਟੀਜ਼ ਕਿਹੜੀਆਂ ਕਿਹੜੀਆਂ ਨੇ।
ਤੇ ਬਾਅਦ ਵਿੱਚ ਕਹਿੰਦਾ ਵੀ ਇਹ ਕੁਆਲਿਟੀਜ਼ ਨੂੰ ਅਸੀਂ ਆਬਜੈਕਟਿਵ ਆਖਦੇ ਹਾਂ, ਠੀਕ ਹੈ, ਐਡਜੈਕਟਿਵਸ ਆਖਦੇ ਹਾਂ। ਤਾਂ ਐਡਜੈਕਟਿਵਸ ਆਖਦੇ ਹਾਂ ਤਾਂ ਇਹਦਾ ਮਤਲਬ ਕੀ ਹੋ ਗਿਆ ਵੀ ਉਹਨੇ ਗ੍ਰਾਮਰ ਵੀ ਕਰਵਾਤੀ, ਨਾਲੇ ਤਾਂ ਦੇਖੋ ਉਹਨੇ ਗੱਲ ਕਹਿਤੀ ਵੀ ਤੁਸੀਂ ਦੱਸੋ ਵੀ ਗੁਣ ਕਿਹੜੇ ਕਿਹੜੇ ਨੇ, ਕੁਆਲਿਟੀਜ਼ ਕਿਹੜੀਆਂ ਕਿਹੜੀਆਂ ਨੇ, ਨਾਲੇ ਉਹਨਾਂ ਨੇ ਐਡਜੈਕਟਿਵ ਕਰਵਾਤੇ, ਗ੍ਰਾਮਰ ਕਰਵਾਤੀ। ਤਾਂ ਟੀਚਰ ਨੇ ਕੀ ਕੀਤਾ, ਟਰਾਈਂਗ ਟੂ ਟੀਚ ਗ੍ਰਾਮਰ ਇਨ ਕੰਟੈਕਸਟ, ਮਤਲਬ ਕਿ ਉਹਨੇ ਕੀ ਕੀਤਾ, ਕਹਿ ਸਕਦੇ ਹਾਂ ਇੱਕ ਕਿ ਸੰਦਰਭ ਦੇ ਵਿੱਚ ਇੱਕ ਸਹੀ ਕੰਟੈਕਸਟ ਦੇ ਵਿੱਚ ਗ੍ਰਾਮਰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਇਹਨੂੰ ਕਹਿ ਸਕਦੇ ਹਾਂ। ਤਾਂ 98 ਨੰਬਰ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਕੀ ਹੋ ਜਾਵੇਗਾ, ਆਪਸ਼ਨ ਏ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਅਥੈਂਟਿਕ ਲੈਂਗੁਏਜ ਮਟੀਰੀਅਲ। ਅਥੈਂਟਿਕ ਕੀ ਹੋਊਗਾ, ਗੂਗਲ, ਯੂਟਿਊਬ ਇਹਨਾਂ ਨੂੰ ਅਥੈਂਟਿਕ ਨਹੀਂ ਮੰਨਦੇ ਪੇਪਰ ਵਾਲੇ, ਇਨਸਾਈਕਲੋਪੀਡੀਆ। ਤਾਂ ਅਥੈਂਟਿਕ ਨਿਊਜ਼ਪੇਪਰ ਨੂੰ ਮੰਨ ਸਕਦੇ ਨੇ, ਚਲੋ ਵੱਖਰੀ ਗੱਲ ਹੈ ਵੀ ਹੁਣ ਨਿਊਜ਼ਪੇਪਰ ਵਿਕ ਗਏ, ਠੀਕ ਹੈ, ਉਹ ਵੱਖਰੀ ਗੱਲ ਹੈ। ਤਾਂ ਵੈਸੇ ਇਹਨੂੰ ਆਪਾਂ ਅਥੈਂਟਿਕ ਮੰਨ ਸਕਦੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ ਖਬਰ ਆਈ ਉਹਨੂੰ ਸਹੀ ਮੰਨਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਮੁਕਾਬਲੇ, ਠੀਕ ਹੈ। ਮਤਲਬ ਕਿ ਸੋਸ਼ਲ ਮੀਡੀਆ 'ਤੇ ਕੋਈ ਖਬਰ ਫੈਲ ਗਈ ਤਾਂ ਉਹ ਖਬਰ ਨੂੰ ਸਹੀ ਨਹੀਂ ਮੰਨਿਆ ਜਾਊਗਾ, ਪਰ ਜਦੋਂ ਅਖਬਾਰ 'ਚ ਆ ਗਈ ਉਹ ਚੀਜ਼ ਸਹੀ ਮੰਨੀ ਜਾਂਦੀ ਹੈ, ਠੀਕ ਹੈ, ਅਥੈਂਟਿਕੇਟ ਮੰਨੀ ਜਾਂਦੀ ਹੈ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ, ਪੂਰਾ ਸੈਂਕੜਾ ਲੱਗ ਚੁੱਕਿਆ ਹੈ। ਦਾ ਮੋਸਟ ਇੰਪੋਰਟੈਂਟ ਡਿਵਾਈਸ ਯੂਜ਼ਡ ਬਾਈ ਟੀਚਰ ਫਾਰ ਰੀਕੈਪਚੁਲਾਈਜੇਸ਼ਨ। ਤਾਂ ਇਹਦੇ ਵਿੱਚ ਆਪਣੇ ਕੋਲ ਸੀ ਆਪਸ਼ਨ ਯਾਨੀ ਕਿ ਕੁਐਸਚਨਿੰਗ ਸਭ ਤੋਂ ਬੈਸਟ ਆਪਸ਼ਨ ਹੋਏਗੀ। ਤਾਂ ਦੋਸਤੋ ਸੈਂਕੜਾ ਲੱਗ ਚੁੱਕੇ ਹੈ, ਆਪਾਂ ਪੂਰੇ 100 ਕੁਐਸਚਨ ਜਿਹੜੇ ਉਹ ਕੰਪਲੀਟ ਕਰ ਚੁੱਕੇ ਹਾਂ। ਤਾਂ ਹਲੇ ਵੀ ਬਸ ਨਹੀਂ ਕਰਦੇ, ਆਪਾਂ ਹੋਰ ਪੜ੍ਹਾਂਗੇ, ਠੀਕ ਹੈ। 10-15 ਕੁਐਸਚਨ ਹੋਰ ਨੇ, ਉਹ ਵੀ ਆਪਾਂ ਡਿਸਕਸ ਕਰਾਂਗੇ। ਤੁਹਾਨੂੰ ਕਿਹਾ ਸੀ 100+ ਕੁਐਸਚਨ ਕਰਾਂਗੇ, ਤਾਂ 100+ ਹੋਣਗੇ, ਠੀਕ ਹੈ। ਤਾਂ ਦੇਖੋ ਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਸਿਰਫ ਸੁਣਨ ਸਮੱਗਰੀ ਹੈ, ਮਤਲਬ ਕਿ ਓਨਲੀ ਆਡੀਬਲ ਕਿਹੜੀ ਇਹਨਾਂ 'ਚੋਂ। ਤਾਂ ਬਲੈਕ ਬੋਰਡ ਨਾ, ਇਹ ਤਾਂ ਵਿਜ਼ੂਅਲ ਹੈ, ਵੀਡੀਓ ਦੋਨੇ ਤਰ੍ਹਾਂ ਦੀ ਹੈ, ਹੈ ਨਾ, ਆਡੀਓ ਅਤੇ ਵੀਡੀਓ ਦੋਨੇ ਨੇ ਸ਼ਾਮਲ ਨੇ 'ਚ। ਤਾਂ ਰੇਡੀਓ ਜਿਹੜਾ ਇਹ ਕੀ ਹੋਊਗਾ, ਓਨਲੀ ਸਿਰਫ ਸੁਣਨ ਸਮੱਗਰੀ ਦੇ ਵਿੱਚ ਹੋਏਗਾ। ਰੇਡੀਓ ਨੂੰ ਆਪਾਂ ਸਿਰਫ ਸੁਣਦੇ ਹਾਂ, ਉਹਦੇ 'ਚ ਕੁਛ ਦੇਖਦੇ ਨਹੀਂ, ਵੀਡੀਓ 'ਚ ਦੇਖਦੇ ਵੀ ਹਾਂ ਸੁਣਦੇ ਵੀ ਹਾਂ, ਠੀਕ ਹੈ, ਉਹ ਦੋਨੇ ਹੋ ਗਈ, ਆਡੀਓ ਵਿਜ਼ੂਅਲ ਹੋ ਗਈ ਉਹ, ਠੀਕ ਹੈ। ਜਾਦੂ ਦੀ ਲਾਲਟਨ ਨੂੰ ਦੇਖਿਆ ਜਾ ਸਕਦਾ, ਇਹਨੂੰ ਦੇਖਿਆ ਜਾ ਸਕਦਾ। ਰੇਡੀਓ ਜਿਹੜਾ ਇਹਨੂੰ ਸਿਰਫ ਸੁਣਿਆ ਜਾ ਸਕਦਾ। ਹੁਣ ਤੁਸੀਂ ਜਾਣਨਾ ਚਾਹੁੰਦੇ ਹੋ ਇਹਨਾਂ ਨੂੰ ਡਿਟੇਲ ਦੇ ਵਿੱਚ, ਤਾਂ ਤੁਹਾਨੂੰ ਕਲਾਸ ਦੇਖਣੀ ਪਏਗੀ, ਠੀਕ ਹੈ, ਟੀਚਿੰਗ ਲਰਨਿੰਗ ਮਟੀਰੀਅਲ ਵਾਲੀ ਕਲਾਸ ਦੇਖਣੀ ਪਏਗੀ, ਉਹ ਦੇਖ ਲਓ, ਠੀਕ ਹੈ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ, ਆਪਾਂ ਥੋਰਨਡਾਈਕ ਅਨੁਸਾਰ ਕਿਹੜਾ ਸਿੱਖਣ ਦਾ ਪ੍ਰਾਇਮਰੀ ਨਿਯਮ ਹੈ। ਤਾਂ ਪ੍ਰਾਇਮਰੀ ਨਿਯਮ ਆਪਾਂ ਦੱਸਣੇ, ਕੁਐਸਚਨ ਮੇ ਵੀ ਰਿਪੀਟ ਹੋ, ਬਸ ਦੂਸਰੇ ਤਰੀਕੇ ਨਾਲ ਰਿਪੀਟ ਹੋ ਗਿਆ, ਹੈ ਨਾ, ਆਪਾਂ ਵੈਸੇ ਇਹਦੀ ਡਿਸਕਸ਼ਨ ਕਰ ਚੁੱਕੇ ਸੀ। ਤਾਂ ਇਹਦੇ 'ਚੋਂ ਪ੍ਰਾਇਮਰੀ ਨਿਯਮ ਤਤਪਰਤਾ ਦਾ ਨਿਯਮ ਹੋਏਗਾ, ਯਾਨੀ ਕਿ ਲਾ ਆਫ ਰੈਡੀਨੈਸ ਹੋਏਗਾ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ ਆਪਾਂ, ਦੇਖਣ ਦੀ ਸਮੱਸਿਆ ਨਾਲ ਪੀੜਿਤ ਇੱਕ ਬੱਚਾ ਤੁਹਾਡੀ ਜਮਾਤ ਵਿੱਚ ਦਾਖਲ ਹੁੰਦਾ ਹੈ, ਤੁਸੀਂ ਸਹਾਇਕ ਸਮੱਗਰੀ ਵਜੋਂ ਕਿਸ ਨੂੰ ਚੁਣੋਗੇ। ਤਾਂ ਕਿਹੜੀ ਚੀਜ਼ ਦੀ ਤੁਸੀਂ ਸਿਲੈਕਸ਼ਨ ਕਰੋਗੇ, ਤੁਸੀਂ ਕੀ ਕਰਨਾ, ਮਤਲਬ ਕਿ ਉਸ ਨੂੰ ਪੜ੍ਹਾਉਣਾ ਵਧੀਆ ਤਰੀਕੇ ਨਾਲ ਅਤੇ ਉਹਨੂੰ ਦੇਖਣ 'ਚ ਸਮੱਸਿਆ ਹੈ। ਤਾਂ ਉਹਦੇ ਲਈ ਬਲੈਕ ਬੋਰਡ ਨਾ, ਜੋ ਦੇਖ ਹੀ ਨਹੀਂ ਸਕਦਾ, ਬਲੈਕ ਬੋਰਡ ਦਾ ਕੀ ਕੰਮ, ਠੀਕ ਹੈ। ਨਕਸ਼ਾ ਵੀ ਉਹ ਤੋਂ ਕੀ ਕਰਵਾਉਣਾ ਜਦੋਂ ਉਹ ਦੇਖ ਹੀ ਨਹੀਂ ਸਕਦਾ, ਠੀਕ ਹੈ। ਜਾਦੂ ਲਾਲਟਨ ਵੀ ਨਹੀਂ, ਰੇਡੀਓ ਦੇ ਉੱਤੇ ਆਪਾਂ ਉਹਨੂੰ ਕੁਛ ਸੁਣਾ ਦਾਂਗੇ, ਕੋਈ ਚੀਜ਼ ਰਿਕਾਰਡ ਕਰਕੇ ਲੈ ਜਾਂਗੇ, ਉਹ ਸੁਣਾ ਦਾਂਗੇ, ਠੀਕ ਹੈ। ਤਾਂ ਉਹਨੂੰ MP3 ਉਹ ਨਹੀਂ ਹੁੰਦੇ ਬਲੂਟੂਥ MP3, ਉਹ ਚੀਜ਼ਾਂ ਲੈ ਜਾਂਗੇ ਤਾਂ ਉਹ ਸੁਣਾ ਦਾਂਗੇ। ਤਾਂ ਇੱਦਾਂ ਇਹ ਚੀਜ਼ਾਂ ਦੀ ਵਰਤੋਂ ਕਰਕੇ ਆਪਾਂ ਉਸ ਦੀ ਸਹਾਇਤਾ ਕਰ ਲਾਂਗੇ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ ਆਪਾਂ, ਅੱਜ ਕੱਲ੍ਹ ਸਕੂਲਾਂ ਵਿੱਚ ਵਰਤੇ ਜਾਂਦੇ ਡਿਜੀਟਲ ਪ੍ਰੋਜੈਕਟਰਾਂ ਦੀ ਵਿਵਸਥਾ ਡੈਸ਼ ਪੜ੍ਹਾਉਣ ਵਿੱਚ ਮਦਦਗਾਰ ਹੈ। ਤਾਂ ਇਹਦੇ ਵਿੱਚ ਆਪਾਂ ਨੇ ਜੋ ਰਾਈਟ ਆਨਸਰ ਹੈ ਇਹ ਦੱਸਣਾ ਜੀ, ਠੀਕ ਹੈ। ਮੌਖਿਕ ਅਰਥਾਂ ਦੇ ਰੂਪ ਵਿੱਚ, ਇੱਕ ਦਿੱਖ ਸਹਾਇਤਾ ਦੇ ਰੂਪ ਵਿੱਚ, ਖੇਡ ਗਤੀਵਿਧੀਆਂ ਵਿੱਚ ਦ੍ਰਿਸ਼ਮਾਨ ਰੂਪ ਵਿੱਚ, ਇੱਕ ਆਡੀਓ ਵਿਜ਼ੂਅਲ ਸਹਾਇਤਾ ਵਜੋਂ। ਤਾਂ ਇੱਕ ਆਡੀਓ ਵਿਜ਼ੂਅਲ ਸਹਾਇਤਾ ਵਜੋਂ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਡਿਜੀਟਲ ਪ੍ਰੋਜੈਕਟਰ ਨੇ, ਉਹਨਾਂ ਵਿੱਚ ਆਡੀਓ ਦਾ ਅਤੇ ਵੀਡੀਓ ਦਾ ਦੋਨਾਂ ਦਾ ਪ੍ਰਬੰਧ ਹੋਏਗਾ, ਤਾਂ ਆਡੀਓ ਵਿਜ਼ੂਅਲ ਕਹਿ ਸਕਦੇ ਹਾਂ। ਸਹਾਇਕ ਸਮੱਗਰੀ ਵਜੋਂ ਇਸ ਦੀ ਆਪਾਂ ਵਰਤੋਂ ਕਰਦੇ ਹਾਂ। ਜਮਾਤ ਵਿੱਚ ਪਛੜੇ ਹੋਣ ਦਾ ਕਾਰਨ ਕੀ ਹੋ ਸਕਦਾ, ਬੱਚਾ ਇੱਕ ਪਛੜਿਆ ਹੋਇਆ ਜਮਾਤ ਦੇ ਵਿੱਚ, ਕੋਈ ਸਿੱਖਿਆ ਪੱਖੋਂ, ਹੈ ਨਾ, ਲਰਨਿੰਗ ਦੇ ਪੱਖੋਂ ਪਛੜਿਆ ਹੋਇਆ, ਤਾਂ ਇਹਦਾ ਕੀ ਕਾਰਨ ਹੋ ਸਕਦਾ, ਬੱਚਾ ਹੁਸ਼ਿਆਰ ਹੋਣਾ ਨਾ, ਇਹ ਕੀ ਕਾਰਨ ਹੋਇਆ, ਠੀਕ ਹੈ। ਬੱਚੇ ਦੀ ਗੈਰ ਹਾਜ਼ਰੀ, ਇਹ ਹੋ ਸਕਦਾ ਹੈ, ਠੀਕ ਹੈ। ਕਿਸਮਤ ਦੀ ਗੱਲ ਨਹੀਂ ਕਰਾਂਗੇ, ਠੀਕ ਹੈ। ਤਾਂ ਆਪਾਂ ਕੀ ਸਿਲੈਕਟ ਕਰਾਂਗੇ, ਬੱਚੇ ਦੀ ਹੋ ਸਕਦਾ ਬੱਚਾ ਕਲਾਸ 'ਚ ਆਉਂਦਾ ਹੀ ਨਹੀਂ, ਤਾਂ ਟੀਚਰ ਵੀ ਉਸ ਨੂੰ ਕਿਵੇਂ ਚਲਾ ਦੇਗਾ, ਠੀਕ ਹੈ। ਟੀਚਰ ਉਸ ਦਾ ਪਛੜਾਪਣ ਕਿਵੇਂ ਦੂਰ ਕਰਦੇ ਜਦੋਂ ਕਲਾਸ 'ਚ ਨਹੀਂ ਆ ਰਿਹਾ, ਤਾਂ ਗੈਰ ਹਾਜ਼ਰੀ ਉਸ ਦਾ ਕਾਰਨ ਹੋ ਸਕਦੀ ਹੈ। ਇੱਕ ਚੰਗੇ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਦੱਸੋ ਕੀ ਕੀ ਹੋ ਸਕਦੇ ਨੇ। ਇੱਕ ਸਿਆਰਤਾ, ਭਰੋਸੇਯੋਗਤਾ, ਨਿਰਪੱਖਤਾ ਜਾਂ ਵਿਆਪਕਤਾ। ਮੈਨੂੰ ਤਾਂ ਸਾਰੇ ਗੁਣ ਪੋਜ਼ੀਟਿਵ ਲੱਗੇ ਪਹਿਲੀ ਆਪਸ਼ਨ 'ਚ, ਠੀਕ ਹੈ। ਇਹਦੇ ਵਿੱਚ ਕੀ ਗੱਲ ਹੈ, ਪੱਖਪਾਤ ਤਾਂ ਹੋਣਾ ਹੀ ਨਹੀਂ ਚਾਹੀਦਾ ਮੁਲਾਂਕਣ 'ਚ, ਇਹ ਆਪਸ਼ਨ ਵੀ ਕੱਟ ਗਈ, ਠੀਕ ਹੈ। ਸਜ਼ਾ ਦੇਣ ਵਾਲੀ ਵੀ ਨਹੀਂ ਹੋਣੀ ਚਾਹੀਦੀ, ਇਹ ਆਪਸ਼ਨ ਕੱਟ ਗਈ। ਸਖਤ ਵੀ ਨਹੀਂ ਹੋਣੀ ਚਾਹੀਦੀ। ਆਪਣੇ ਕੋਲ ਇੱਕ ਆਪਸ਼ਨ ਬਚੀ ਹੈ, ਇੱਕ ਸਿਆਰਤਾ, ਭਰੋਸੇਯੋਗਤਾ, ਨਿਰਪੱਖਤਾ ਅਤੇ ਵਿਆਪਕਤਾ। ਆਪਣੇ ਕੋਲ ਇਹ ਆਪਸ਼ਨ ਇਸ ਦੇ ਵਿੱਚ ਕੀ ਹੋ ਜਾਊਗਾ, ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਵਿਕਾਸ ਕਿਸ ਪ੍ਰਕਾਰ ਦਾ ਹੁੰਦਾ ਹੈ। ਇਹ ਗੁਣਾਤਮਕ ਹੁੰਦਾ ਹੈ, ਗਿਣਾਤਮਕ ਹੁੰਦਾ ਹੈ, ਜਾਂ ਫਿਰ ਉਪਰੋਕਤ ਦੋਵੇਂ। ਤਾਂ ਦੇਖੋ ਜੀ, ਜਿਹੜੀ ਡਿਵੈਲਪਮੈਂਟ ਹੈ, ਇੱਥੇ ਗੱਲ ਡਿਵੈਲਪਮੈਂਟ ਦੀ ਹੈ। ਡਿਵੈਲਪਮੈਂਟ ਕੁਆਲੀਟੇਟਿਵ
ਤੇ ਕੁਆਂਟੀਟੇਟਿਵ ਦੋਨੇ ਤਰ੍ਹਾਂ ਦਾ ਹੋ ਸਕਦਾ ਹੈ। ਤਾਂ ਉਪਰੋਕਤ ਦੋਵੇਂ ਵਾਲੇ ਲਈ ਆਪਸ਼ਨ ਆਪਾਂ ਸਿਲੈਕਟ ਕਰਾਂਗੇ। ਇਸ ਤੋਂ ਬਿਨਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਗਰੋਥ ਦੀ, ਜਿਹੜਾ ਗਰੋਥ ਹੈਗਾ ਇਹ ਕੀ ਹੁੰਦਾ, ਸਿਰਫ ਕੁਆਂਟੀਟੇਟਿਵ ਹੁੰਦਾ, ਸਿਰਫ ਮਾਪਿਆ ਜਾ ਸਕਦਾ, ਗਿਣਤੀਯੋਗ ਹੈ ਇਹ, ਠੀਕ ਹੈ। ਤਾਂ ਇੱਥੇ ਵਿਕਾਸ ਹੈ ਜਿਹੜਾ ਉਹ ਦੋਨੇ ਤਰ੍ਹਾਂ ਦਾ ਹੋ ਸਕਦਾ। ਵਿਕਾਸ ਵਾਧੇ ਨੂੰ ਆਪਣੇ ਵਿੱਚ ਸਮਾ ਲੈਂਦਾ, ਯਾਨੀ ਕਿ ਗਰੋਥ ਹੈ ਜਿਹੜੀ ਉਹ ਵਿੱਚ ਇਨਵੋਲਵ ਹੋ ਜਾਂਦੀ ਜਾ ਕੇ ਡਿਵੈਲਪਮੈਂਟ ਦੇ ਵਿੱਚ ਮਰਜ ਹੋ ਜਾਂਦੀ ਹੈ, ਠੀਕ ਹੈ। ਤਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਆਪਾਂ, ਕਿਸ ਦੇ ਅਨੁਸਾਰ ਪ੍ਰੇਰਨਾ ਸਿੱਖਣ ਲਈ ਰਾਸ਼ਟਰੀ ਮਾਰਗ ਯਾਨੀ ਕਿ ਨੈਸ਼ਨਲ ਹਾਈਵੇ ਦਾ ਕੰਮ ਕਰਦੀ ਹੈ, ਇਹ ਗੱਲ ਕੌਣ ਆਖਦਾ ਹੈ? ਤਾਂ ਨੈਸ਼ਨਲ ਹਾਈਵੇ ਜਿਵੇਂ ਕਹਿੰਦੇ ਵੀ ਗੱਡੀ ਜਦੋਂ ਕਿਤੇ ਤਾਂ ਕੱਚੇ ਰਾਹਾਂ 'ਚ ਜਾਣੀ, ਠੀਕ ਹੈ, ਐਵੇਂ ਕਿਤੇ ਨੈਸ਼ਨਲ ਹਾਈਵੇ 'ਤੇ ਚੜ੍ਹ ਜਾਣੀ, ਫਿਰ ਉਹ ਤਾਂ ਗੱਡੀ ਭੱਜੂਗੀ ਫੁੱਲ। ਇਸੇ ਤਰ੍ਹਾਂ ਕਹਿੰਦੇ ਜਦੋਂ ਮੋਟੀਵੇਸ਼ਨ ਮਿਲ ਗਈ ਆਪਾਂ ਨੂੰ, ਪ੍ਰੇਰਨਾ ਮਿਲ ਗਈ, ਤਾਂ ਆਪਣੀ ਜਿਹੜੀ ਸਿੱਖਣ ਦੀ ਗੱਡੀ ਉਹ ਭੱਜ ਲੂਗੀ, ਇਹ ਗੱਲ ਸਕਿਨਰ ਕਰਦਾ ਹੈ। ਤਾਂ ਆਪਣੇ ਕੋਲ ਬੀ ਆਪਸ਼ਨ ਇਸ ਦੇ ਵਿੱਚ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ, ਕ੍ਰੀਏਟੀਵਿਟੀ ਇਜ਼ ਐਸੋਸੀਏਟਡ ਵਿਦ ਵਿਚ ਕਾਈਂਡ ਆਫ ਥਿੰਕਿੰਗ, ਯਾਨੀ ਕਿ ਰਚਨਾਤਮਕਤਾ ਕਿਸ ਕਿਸਮ ਦੀ ਸੋਚ ਨਾਲ ਜੁੜੀ ਹੋਈ ਹੈ? ਤਾਂ ਬੜਾ ਈਜ਼ੀ ਫੇਮਸ ਕੁਐਸਚਨ ਹੈਗਾ। ਤੇ ਕ੍ਰੀਏਟੀਵਿਟੀ ਜਿਹੜੀ ਇਹ ਡਿਵਰਜੈਂਟ ਥਿੰਕਿੰਗ ਦੇ ਨਾਲ ਐਸੋਸੀਏਟਡ ਹੈ। ਤੇ ਇੱਕ ਗੱਲ ਹੋਰ ਯਾਦ ਰੱਖੋ, ਜਿਹੜੀ ਇੰਟੈਲੀਜੈਂਸੀ ਹੈ ਨਾ, ਜਿਹੜੀ ਬੁੱਧੀ ਹੈ ਇੰਟੈਲੀਜੈਂਸੀ, ਇਹ ਜੁੜੀ ਹੋਈ ਹੈ ਜੀ ਕਨਵਰਜੈਂਟ ਥਿੰਕਿੰਗ ਦੇ ਨਾਲ, ਠੀਕ ਹੈ। ਡਿਵਰਜੈਂਟ ਥਿੰਕਿੰਗ ਆਪਾਂ ਨੂੰ ਲੈ ਕੇ ਜਾਂਦੀ ਹੈ ਕ੍ਰੀਏਟੀਵਿਟੀ ਵੱਲ, ਠੀਕ ਹੈ, ਇਹ ਲੈ ਕੇ ਜਾਂਦੀ ਹੈ ਇੰਟੈਲੀਜੈਂਸੀ ਵੱਲ, ਕ੍ਰੀਏਟਿਵ ਕਹਿ ਸਕਦੇ ਹਾਂ ਕਨਵਰਜੈਂਟ ਥਿੰਕਿੰਗ, ਠੀਕ ਹੈ, ਇੰਟੈਲੀਜੈਂਸੀ ਵੱਲ। ਨੈਕਸਟ ਕੁਐਸਚਨ ਆ ਗਿਆ, ਬੜਾ ਘੈਂਟ ਕੁਐਸਚਨ ਹੈਗਾ, ਪੰਜਾਬੀ ਵਿੱਚ ਸਭ ਤੋਂ ਪਹਿਲਾ ਬੁੱਧੀ ਟੈਸਟ ਕਿਸ ਨੇ ਤਿਆਰ ਕੀਤਾ? PS ਹੁੰਦਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਿਆਰ ਹੋਇਆ, ਠੀਕ ਹੈ, ਪੰਜਾਬੀ ਦੇ ਵਿੱਚ ਤਿਆਰ ਹੋਇਆ PS ਹੁੰਦਲ ਟੈਸਟ। ਹੁੰਦਲ ਇਹਦਾ ਨਾਮ ਹੀ ਮਤਲਬ ਵਿਅਕਤੀ ਦਾ ਨਾਮ ਸੀ, ਟੈਸਟ ਦੇ ਨਾਮ ਵਿੱਚ ਵੀ ਹੁੰਦਲ ਆਉਂਦਾ ਹੈ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਾਂਗੇ ਪੜ੍ਹਨ ਨਾਲ ਸੰਬੰਧਿਤ ਸਿੱਖਣ ਦੀ ਯੋਗਤਾ, ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਲੈ ਫਿਰ ਇਹ ਆਊਗਾ, ਰਿਪੀਟ ਹੋ ਗਿਆ ਸਿੱਧੇ ਤਰੀਕੇ ਨਾਲ ਇਹ, ਹੈ ਨਾ। ਤਾਂ ਇਹ ਕੀ ਹੈ, ਡਿਸਲੈਕਸੀ। ਆਪਾਂ ਨੇ ਕੀ ਗੱਲ ਕੀਤੀ ਸੀ, ਲੈਕਸ ਪੜ੍ਹਦਾ ਰੁਕ ਗਿਆ, ਪੜ੍ਹਨ 'ਚ ਸਮੱਸਿਆ ਸੀ, ਉਹਨੂੰ ਪੜ੍ਹਨ 'ਚ ਗੜਬੜ ਸੀ। ਤਾਂ ਪੜ੍ਹਨ ਨਾਲ ਸਮੱਸਿਆ ਯਾਨੀ ਕਿ ਰੀਡਿੰਗ ਡਿਸਆਰਡਰ ਕਿਹੜਾ ਹੈਗਾ, ਆਪਾਂ ਕਹਿ ਸਕਦੇ ਹਾਂ ਡਿਸਲੈਕਸੀ ਹੈਗਾ, ਠੀਕ ਹੈ। ਤਾਂ ਰੀਡਿੰਗ ਡਿਸਆਰਡਰ ਕੀ ਹੈ ਜੀ, ਡਿਸਲੈਕਸੀ ਹੈ, ਆਪਸ਼ਨ ਆਪਣੇ ਕੋਲ ਹੋ ਗਈ। ਬਾਕੀ ਆਪਸ਼ਨ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ, ਕੀ ਪਤਾ ਇਹਨਾਂ 'ਚੋਂ ਕਦੇ ਚੱਲ ਜੇ ਤੁੱਕਾ, ਠੀਕ ਹੈ। ਤਾਂ ਦੇਖੋ ਜੀ ਇਹਦੇ ਵਿੱਚ ਸਮਝੋ ਡਿਸਕੈਲਕੁਲੀਆ, ਗਣਿਤ ਦੀਆਂ ਗਣਨਾਵਾਂ, ਗਣਿਤ ਦਾ ਮਤਲਬ ਜਿਹੜੀਆਂ ਉਹਨੇ ਕੈਲਕੂਲੇਟ, ਹੈ ਨਾ, ਵੀ ਆਪਾਂ ਨੇ ਸਮਝਿਆ ਸੀ ਵੀ ਕੈਲਕੂਲੇਟਰ ਅਤੇ ਗਣਨਾ ਕਰ, ਹੈ ਨਾ, ਵੀ ਮਤਲਬ ਕਿ ਗਣਨਾ ਨਾਲ ਸੰਬੰਧਿਤ ਹੈ, ਕੈਲਕੂਲੇਸ਼ਨ ਨਾਲ ਸੰਬੰਧਿਤ ਹੈ ਕਿਹੜਾ, ਡਿਸਕੈਲਕੁਲੀਆ, ਵੀ ਕੈਲਕੂਲੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੈ, ਗਣਿਤ ਦੀ ਕੋਈ ਸਮੱਸਿਆ ਹੈ ਤਾਂ ਉਹਦੇ ਨਾਲ ਸੰਬੰਧਿਤ ਹੈ। ਇਹ ਪੜ੍ਹਨ ਨਾਲ, ਡਿਸਗ੍ਰਾਫੀਆ ਲਿਖਣ ਨਾਲ, ਅਤੇ ਡਿਸਥੈਮੀਆ ਕਹਿ ਸਕਦੇ ਹਾਂ, ਮਤਲਬ ਕਿ ਜਿਹੜਾ ਡਿਪਰੈਸ਼ਨ ਹੁੰਦਾ ਤਣਾਅ, ਉਹਦੇ ਨਾਲ ਸੰਬੰਧਿਤ ਹੈ, ਇਹ ਚਿੰਤਾ ਨਾਲ ਸੰਬੰਧਿਤ ਹੈ, ਠੀਕ ਹੈ। ਨੈਕਸਟ ਕੁਐਸਚਨ ਹੈ ਜੀ, ਸਟੈਨਫੋਰਡ ਵਿਨੀ ਟੈਸਟ ਕਿਸ ਪ੍ਰਕਾਰ ਦੇ ਵਿਅਕਤੀਆਂ ਦੀ ਬੁੱਧੀ ਮਾਪਣ ਲਈ ਢੁਕਵਾਂ ਹੈ? ਤਾਂ ਅਨਪੜ੍ਹਾਂ ਲਈ ਤਾਂ ਨਹੀਂ ਹੋ ਸਕਦਾ ਇਹ, ਕਿਉਂਕਿ ਸ਼ਾਬਦਿਕ ਹੈ, ਗੂੰਗਿਆਂ ਲਈ ਵੀ ਨਹੀਂ ਹੋ ਸਕਦਾ, ਠੀਕ ਹੈ, ਉਹਨੂੰ ਮਤਲਬ ਸਮਝ ਨਹੀਂ ਸਕਣਗੇ ਉਹ, ਠੀਕ ਹੈ, ਕਿਉਂਕਿ ਉਹ ਪੜ੍ਹੇ ਲਿਖੇ ਨਹੀਂ ਹੋ ਸਕਦੇ। ਤਾਂ ਪੜ੍ਹੇ ਲਿਖੇ ਲਈ ਮੈਂ ਕਹਿੰਦਾ ਸਭ ਤੋਂ ਬੈਸਟ ਹੋਏਗਾ, ਠੀਕ ਹੈ। ਪੜ੍ਹੇ ਲਿਖੇ ਦੇ ਵਿੱਚ ਹੋ ਸਕਦਾ ਕੋਈ ਡਿਫਰੈਂਟਲੀ ਐਬਿਲਿਟੀ ਵਾਲਾ ਵੀ ਸ਼ਾਮਲ ਹੋਵੇ, ਤਾਂ ਉਹ ਵੀ ਆਪਾਂ ਕਰ ਲਾਂਗੇ। ਤਾਂ ਇਹ ਇੱਕ ਸ਼ਾਬਦਿਕ ਟੈਸਟ, ਇਸ ਕਰਕੇ ਪੜ੍ਹੇ ਲਿਖਿਆਂ ਲਈ ਢੁਕਵਾਂ ਜ਼ਿਆਦਾ ਹੈ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਸਿੱਖਣ ਵਿੱਚ ਪੁਨਰਵਲਣ ਯਾਨੀ ਕਿ ਰੀਇਨਫੋਰਸਮੈਂਟ ਦੀ ਮਹੱਤਤਾ ਨੂੰ ਕਿਸ ਮਨੋਵਿਗਿਆਨੀ ਨੇ ਨਕਾਰਿਆ ਹੈ? ਰੀਇਨਫੋਰਸਮੈਂਟ ਨੂੰ ਕਹਿ ਸਕਦੇ ਆਪਾਂ ਨਹੀਂ ਮੰਨਿਆ, ਨਕਾਰਿਆ ਇਸ ਨੂੰ, ਠੀਕ ਹੈ। ਤਾਂ ਕਿਹਨੇ ਨਕਾਰਿਆ ਹੈਗਾ? ਟੋਲਮੈਨ ਨੇ। ਆਰਮੀ ਬੀਟਾ ਕਿਸ ਪ੍ਰਕਾਰ ਦਾ ਟੈਸਟ ਹੈ? ਤਾਂ ਆਰਮੀ ਬੀਟਾ ਅਲਫਾ, ਠੀਕ ਹੈ, ਆਰਮੀ ਅਲਫਾ, ਇਹ ਆਪਾਂ ਡਿਸਕਸ ਕੀਤੇ ਹੋਏ ਨੇ ਪੂਰਾ ਡਿਟੇਲ ਦੇ ਵਿੱਚ ਇੰਟੈਲੀਜੈਂਸ ਵਾਲੀ ਕਲਾਸ ਦੇ ਵਿੱਚ। ਤਾਂ ਇੱਥੇ ਗੱਲ ਕੀਤੀ ਇਹਨਾਂ ਨੇ ਆਰਮੀ ਬੀਟਾ ਦੀ। ਤਾਂ ਆਰਮੀ ਬੀਟਾ ਜਿਹੜਾ ਇਹ ਨੌਨ ਵਰਬਲ ਹੈ ਅਤੇ ਗਰੁੱਪ ਟੈਸਟ ਹੈ, ਠੀਕ ਹੈ ਜੀ। ਅਤੇ ਅਲਫਾ ਜਿਹੜਾ ਉਹ ਕੀ ਹੈ, ਵਰਬਲ ਹੈ, ਠੀਕ ਹੈ। ਮਤਲਬ ਯਾਦ ਰੱਖੇ ਨਾ, ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋਗੇ। ਨੈਕਸਟ ਗੱਲ ਕਰਦੇ ਹਾਂ ਆਪਾਂ, ਝੂਠ ਅਤੇ ਮਲਮਲ ਵਿੱਚ ਕਿਹੜੇ ਅਲੰਕਾਰ ਦੀ ਵਰਤੋਂ ਹੋਈ ਹੈ? ਤਾਂ PSTET ਵਾਲੇ ਨੇ ਕੁਐਸਚਨ ਪੁੱਛਿਆ ਸੀਗਾ। ਤਾਂ ਝੂਠ ਮਲਮਲ, ਇਹਦੇ ਵਿੱਚ ਮਤਲਬ ਚੀਜ਼ ਰਿਪੀਟ ਹੋ ਰਹੀ ਹੈ, ਦੁਹਰਾ ਪੈਦਾ ਹੋ ਰਿਹਾ ਹੈ, ਤਾਂ ਇਹ ਕੀ ਹੋ ਗਿਆ, ਅਨੁਪ੍ਰਾਸ ਹੋ ਗਿਆ, ਠੀਕ ਹੈ। ਤਾਂ ਅਨੁਪ੍ਰਾਸ ਅਲੰਕਾਰ ਦੀ ਇਹ ਵਰਤੋਂ ਹੋ ਗਈ। ਤਾਂ ਲਾਸਟ ਵਿੱਚ ਇੱਕ ਕੁਐਸਚਨ ਹੈ ਦੋਸਤੋ ਤੁਹਾਡੇ ਲਈ, ਇਹ ਕੁਐਸਚਨ ਦਾ ਰਾਈਟ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖਿਓ। ਕਲਾਸ ਕਿਸ ਤਰ੍ਹਾਂ ਦੀ ਲੱਗੀ ਦੱਸ ਦਿਓ ਇੱਕ ਵਾਰ ਜ਼ਰੂਰ ਕਲਾਸ 'ਤੇ, ਠੀਕ ਹੈ, ਕਮੈਂਟ ਬਾਕਸ ਦੇ ਵਿੱਚ। ਤਾਂ ਕੁਐਸਚਨ ਫॉर ਯੂ, ਬਾਲ ਕੇਂਦਰਿਤ ਸਿੱਖਿਆ ਯਾਨੀ ਕਿ ਚਾਈਲਡ ਸੈਂਟਰਡ ਐਜੂਕੇਸ਼ਨ ਦੀ ਹਮਾਇਤ ਯਾਨੀ ਕਿ ਸਪੋਰਟ ਕਿਸ ਨੇ ਕੀਤੀ? ਗੋਲਡਮੈਨ ਨੇ, ਜਾਂ ਫਿਰ ਜੌਨਸਨ ਨੇ, ਵਿਨੇ ਨੇ, ਜਾਂ ਫਿਰ ਜੌਨ ਡੀਵੀ ਨੇ। ਇਹਦੇ 'ਚ ਜੋ ਸਭ ਤੋਂ ਬੈਸਟ ਆਪਸ਼ਨ ABCD ਜੋ ਵੀ ਹੈ, ਠੀਕ ਹੈ, ਮੈਂ ਕਹਿੰਦਾ ਪੂਰਾ ਨਾਮ ਹੀ ਲਿਖ ਦਿਓ, ਠੀਕ ਹੈ, ਕਮੈਂਟ ਬਾਕਸ ਦੇ ਵਿੱਚ। ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਇਸ ਦਾ ਰਾਈਟ ਆਨਸਰ ਕੀ ਹੋਏਗਾ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।